770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਨਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਤੁਹਾਡਾ ਡਾਊਟ ਹੋਵੇ, ਕੋਈ ਤੁਹਾਡਾ ਕੁਐਸਚਨ ਹੋਵੇ, ਭਾਵੇਂ ਜਾਇਦਾਦ ਖਰੀਦਣੀ ਹੈ ਜਾਂ ਭਾਵੇਂ ਤੁਸੀਂ ਵੇਚਣੀ ਹੈ, ਤਾਂ ਹਮੇਸ਼ਾ 2 3 4 5 ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਓ। ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਸਾਈਨ ਨਾ ਕਰੋ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਸਾਈਨ ਕਰ ਦਿੰਦੇ ਹੋ ਤੇ ਉਸ ਤੋਂ ਬਾਅਦ ਜਦੋਂ ਡੀਲ ਫਾਈਨਲ ਹੋ ਜਾਂਦੀ ਤੇ ਤੁਹਾਡੇ ਫਿਰ ਕਈ ਸਵਾਲ ਹੁੰਦੇ ਨੇ, ਤੁਹਾਨੂੰ ਮਹਿਸੂਸ ਹੁੰਦਾ ਕਿ ਮੇਰੇ ਨਾਲ ਜਸਟਿਸ ਨਹੀਂ ਹੋਇਆ, ਤਾਂ ਫਿਰ ਉਹ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਈ ਖੇਤ, ਉਦੋਂ ਤਾਂ ਕੋਈ ਫਾਇਦਾ ਨਹੀਂ। ਸੋ ਇਸ ਕਰਕੇ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹਨਾਂ ਦਾ ਬਿਜ਼ਨਸ ਹੈ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਫਰੈਂਡ ਹੈ, ਚਾਹੇ ਕਿੰਨਾ ਵੀ ਕਲੋਜ਼ ਤੁਹਾਨੂੰ ਜਾਣਕਾਰ ਹੈ, ਮੇਰੀ ਤਾਂ ਸਿਰਫ ਤੁਹਾਨੂੰ ਇਹੀ ਬੇਨਤੀ ਹੈ ਕਿ ਕਦੇ ਵੀ ਇੱਕ ਪਹਿਲੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ। 3 4 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨੂੰ ਸਵਾਲ ਪੁੱਛੋ, ਫ੍ਰੀ ਹੈ, ਜਿੱਥੇ ਚਾਹੋਗੇ, ਜਿੱਥੇ ਤੁਸੀਂ ਚਾਹੋਗੇ ਉੱਥੇ ਆਉਣਗੇ। ਸਵਾਲ ਪੁੱਛਣ ਤੋਂ ਬਾਅਦ ਤੁਸੀਂ ਆਪਣਾ ਮਾਈਂਡ ਬਣਾਓ, ਘਰਦਿਆਂ ਨਾਲ ਰਾਏ ਕਰੋ ਵੀ ਸਾਨੂੰ ਕਿਹੜਾ ਬੰਦਾ ਜਿਹੜਾ ਹੈ ਉਹ ਠੀਕ ਹੈ, ਉਸ ਤੋਂ ਬਾਅਦ ਸਾਈਨ ਕਰ ਦਿਓ। ਬਸ ਇੰਨੀ ਕੀ ਗੱਲ ਹੈ। ਔਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਫੋਨ ਕਰ ਲਓ। ਮੈਂ ਕਦੇ ਨਹੀਂ ਕਿਹਾ ਕਿ ਉਹਨਾਂ ਨਾਲ ਤੁਸੀਂ ਸਾਈਨ ਕਰੋ, ਸਿਰਫ ਦੇਖ ਤਾਂ ਲਓ। ਜਿਸ ਤਰ੍ਹਾਂ ਆਪਾਂ ਕਿਸੇ ਹਲਵਾਈ ਦੀ ਦੁਕਾਨ ਤੇ ਜਾਂਦੇ ਆ ਤੇ ਜੇ ਹਰੇਕ ਬੰਦਾ ਹੀ ਕਹਿੰਦਾ ਕਿ ਮੇਰੀ ਮਠਿਆਈ ਬਹੁਤ ਵਧੀਆ, ਬਰਫੀ ਮੇਰੀ ਬਹੁਤ ਵਧੀਆ, ਆਪਾਂ ਜਦੋਂ ਟੇਸਟ ਕਰਦੇ ਆ ਫਿਰ ਪਤਾ ਲੱਗ ਜਾਂਦਾ, ਜੀਭ ਦਾ ਸਵਾਦ ਦੱਸ ਦਿੰਦਾ ਵੀ ਕਿਹਦੀ ਵਧੀਆ, ਕਹਿੰਦੇ ਤਾਂ ਸਾਰੇ ਹੀ ਵਧੀਆ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਅਰਫਾ ਮੁਜ਼ੱਫਰ ਜੀ ਨੂੰ ਡੀਲ ਕਰਕੇ ਦੇਖ ਲਓ, ਜੋ ਵੀ ਤੁਹਾਡੇ ਸਵਾਲ ਨੇ ਪੁੱਛੋ। ਇੱਕ ਗੱਲ ਦੀ ਕਹਿਣਾ, ਉਹਨਾਂ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੋਊ, ਗੋਲਮੋਲ ਨਹੀਂ ਹੋਊ, ਦੇਖ ਲਾਂਗੇ ਕਰ ਲਾਂਗੇ, ਇਹ ਗੱਲ ਕੁਝ ਨਹੀਂ, ਸਪਸ਼ਟ ਆਨਸਰ ਹੋਊਗਾ। ਔਰ ਇੱਕ ਸਿੰਗਲ ਪੈਨੀ ਜਿਹਦੇ ਉਹ ਰਵਾਦਾਰ ਨਹੀਂ ਹੈ, ਜਿਹੜਾ ਉਹਨਾਂ ਦਾ ਹੱਕ ਨਹੀਂ ਹੈ, ਉਹ ਆਪਣੀ ਜੇਬ 'ਚ ਨਹੀਂ ਪਾਉਂਦੇ। ਤੁਹਾਡੇ ਪੈਸੇ ਵੀ ਬਚਾ ਕੇ ਦੇਣਗੇ, ਕਮਿਸ਼ਨ ਵੀ ਘੱਟ ਲੈਣਗੇ, ਖੁੱਲ੍ਹ ਕੇ ਕਰਨਗੇ ਵੀ ਕਿੰਨੀ ਪੇ ਬੈਕ ਮਿਲਣੀ ਹੈ, ਕੀ ਕੁਛ ਹੈ। ਇੰਝ ਨਹੀਂ ਵੀ ਕੋਈ ਗੱਲ ਹੀ ਨਹੀਂ ਜੀ, ਆਪਾਂ ਕਰ ਲਾਂਗੇ, ਕੋਈ ਗੱਲ ਹੀ ਨਹੀਂ, ਮੈਂ ਹੁਣ ਨਾ ਜੀ ਜੋ ਦੇਣਾ ਦੇ ਦਿਓ, ਨਾ ਦਿਓ, ਬਾਅਦ ਦੇ ਵਿੱਚ ਤੁਹਾਡੇ ਕੋਲ ਕੁਝ ਨਹੀਂ ਹੁੰਦਾ, ਵਕੀਲ ਤੋਂ ਸਿੱਧੇ ਪੈਸੇ ਚਲੇ ਜਾਂਦੇ ਨੇ। ਸੋ ਇਸ ਕਰਕੇ ਮੈਂ ਕਹਿਣਾ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਅਜਿਹੀਆਂ ਐਗਜ਼ਾਮਪਲਸ ਨੇ ਪ੍ਰੈਕਟੀਕਲ, ਜਦੋਂ ਬੰਦੇ ਪਛਤਾਉਂਦੇ ਨੇ। ਸੋ ਇਸ ਕਰਕੇ ਉਹਨਾਂ ਨਾਲ ਡੀਲ ਕਰ ਲਓ, ਡੀਲ ਕਰਕੇ ਆਪਣਾ ਮਾਈਂਡ ਬਣਾਓ, ਘਰਦਿਆਂ ਦੀ ਰਾਏ ਲਓ, ਜਿਹਨੂੰ ਵੀ ਤੁਸੀਂ ਠੀਕ ਸਮਝੋ ਉਹਨਾਂ ਨੂੰ ਦੇ ਦਿਓ। ਜੇ ਤੁਸੀਂ ਮਹਿਸੂਸ ਕਰੋਗੇ ਅਰਫਾ ਮੁਜ਼ੱਫਰ ਜੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਨਾ 19 21 ਬਲਕਿ 22 23 24 ਇਹਨਾਂ ਦਾ ਫਰਕ ਹੈ, ਗੱਲਬਾਤ ਦਾ, ਤਹੱਮਲ ਦਾ, ਤਹਿਜੀਬ ਦਾ, ਸਾਰੀਆਂ ਗੱਲਾਂ ਕਾਊਂਟ ਕਰਦੀਆਂ, ਤੁਸੀਂ ਉਹਨਾਂ ਨੂੰ ਦੇ ਦਿਓ। ਨਹੀਂ, ਜਿੱਥੇ ਵੀ ਤੁਸੀਂ ਤੁਹਾਡਾ ਦਿਲ ਕਰੇ ਉੱਥੇ ਦੇ ਦਿਓ। ਜੇ ਤੁਸੀਂ ਉਹਨਾਂ ਨਾਲ ਫੋਨ ਤੇ ਕੰਟੈਕਟ ਕਰਨਾ ਹੈ, ਫੋਨ ਨੰਬਰ ਮੈਂ ਤੁਹਾਨੂੰ ਦੇ ਦੇਣਾ 647 898 6245 647 898 6245 ਉਹਨਾਂ ਦਾ ਫੋਨ ਨੰਬਰ ਹੈ। ਤੇ ਜੇ ਕਦੇ ਭੁੱਲ ਜਾਓ ਤਾਂ ਜਿਹੜੇ ਸਟੇਸ਼ਨ ਤੇ ਮੈਂ ਬੈਠਾ, ਰੇਡੀਓ ਸਟੇਸ਼ਨ ਦੇ 770 AM ਦੇ ਉੱਪਰ, ਇਹਦਾ ਕੋਈ ਵੀ ਪ੍ਰੋਗਰਾਮ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ, ਤੁਸੀਂ ਰੇਡੀਓ ਸਟੇਸ਼ਨ ਦਾ ਜਿਹੜਾ ਫੋਨ ਹੈ ਤੁਹਾਨੂੰ ਯਾਦ ਵੀ ਹੋ ਗਿਆ ਹੋਣਾ, ਉਹ ਹੈਗਾ 416 620 1778 416 620 1778। ਕਿਸੇ ਦਾ ਵੀ ਪ੍ਰੋਗਰਾਮ ਹੋਵੇ ਤੁਸੀਂ ਫੋਨ ਕਰੋ ਤੇ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਸਕਦੇ ਹੋ, ਕਿਉਂਕਿ ਉਹ ਇਸ ਸਟੇਸ਼ਨ ਦੇ ਕਰਤਾ ਧਰਤਾ ਨੇ, ਮਾਲਕ ਨੇ, CEO ਨੇ। ਸੋ ਇਸ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ ਤੁਹਾਡੀ ਸੇਵਾ ਦੇ ਵਿੱਚ ਮੈਂ ਹਮੇਸ਼ਾ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਦਾ। ਲੱਖਾਂ ਹੀ ਸਰੋਤੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਬੇਸਿਕਲੀ ਇਹ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹ ਸਪਿਰਚੁਅਲਿਟੀ ਦੇ ਉੱਤੇ ਹੁੰਦਾ, ਕਿਉਂਕਿ ਇਹ ਮੇਰਾ ਫੀਲਡ ਹੈ। ਆਈ ਡਿਡ ਮਾਈ PhD ਇਨ ਕੰਪੈਰੇਟਿਵ ਰਿਲੀਜਨ। ਇਹ ਨਹੀਂ ਹੈ ਵੀ ਇਕੱਲਾ ਇੱਕ ਰਿਲੀਜਨ ਦੀ ਗੱਲ ਕੀਤੀ ਹੈ, ਚਾਹੇ ਉਹ ਕ੍ਰਿਸਚੈਨਿਟੀ ਹੈ, ਚਾਹੇ ਇਸਲਾਮ ਹੈ, ਚਾਹੇ ਜੂਡਾਇਜ਼ਮ ਹੈ, ਚਾਹੇ ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਬੁੱਧਇਜ਼ਮ ਹੈ, ਜੈਨਇਜ਼ਮ ਹੈ, ਤਾਓਇਜ਼ਮ ਹੈ, ਸਾਰੇ ਕੋਲੈਕਟਿਵ ਕਰਕੇ ਓਨਲੀ ਔਨ ਦਾ ਬੇਸਿਸ ਆਫ ਸਪਿਰਚੁਅਲਿਟੀ। ਇਹਦੇ ਉੱਤੇ ਬੁੱਕ ਵੀ ਲਿਖੀ ਹੈ, ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਮੇਰਾ ਥੀਸਿਸ ਵੀ ਪਤਾ, ਤੇ ਉਸ ਦੇ ਉੱਤੇ ਮੈਂ ਬੇਸਿਕਲੀ ਗੱਲ ਕਰਦਾ ਹਾਂ। ਕਦੇ ਨਾ ਕਦੇ ਜਦੋਂ ਵੀ ਕੋਈ ਸਾਨੂੰ ਕਿਸੇ ਧਰਮ ਦੇ ਬਾਰੇ ਕੋਈ ਐਕਸਪਰਟ ਮਿਲਦਾ, ਉਹਨਾਂ ਨੂੰ ਵੀ ਲੈ ਆਉਂਦੇ, ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ, ਤੇ ਨਹੀਂ ਤਾਂ 50% ਅਸੀਂ ਮੈਡੀਕਲ ਦੇ ਉੱਤੇ ਕੁਐਸਚਨ ਕਰਦੇ ਹੁੰਦੇ ਹਾਂ। ਸੋ ਜਿਹੜੇ ਵੀ ਕੈਨੇਡੀਅਨ ਜਾਂ ਅਮਰੀਕਨ ਲਾਇਸੈਂਸ ਡਾਕਟਰ ਨੇ, ਇਹ ਨਹੀਂ ਵੀ ਕੋਈ ਵੈਦ RMP ਲਿਆਏ ਜਾਂ ਨੈਚੁਰਲਪੈਥੀ ਲਿਆਏ ਜਾਂ ਹੋਮੋਪੈਥੀ ਲਿਆਏ, ਉਸ ਤਰ੍ਹਾਂ ਦੇ ਨਹੀਂ। ਕੈਨੇਡੀਅਨ ਐਲੋਪੈਥੀ ਸਰਟੀਫਾਈਡ ਜਿਹੜੇ ਫੈਮਿਲੀ ਡਾਕਟਰਸ ਨੇ ਜਾਂ ਸਪੈਸ਼ਲਿਸਟ ਨੇ, ਉਹਨਾਂ ਨੂੰ ਮੈਂ ਰੇਡੀਓ ਤੇ ਜਾਂ TV ਤੇ ਆਪਣੇ ਪ੍ਰੋਗਰਾਮਾਂ ਤੇ ਲੈ ਕੇ ਆਉਣਾ, ਤੇ ਤੁਸੀਂ ਲਾਈਵ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ, ਜਿਹਦੇ 2 ਫਾਇਦੇ ਹੁੰਦੇ ਨੇ ਲਾਈਵ ਕੁਐਸਚਨ ਕਰਨ ਦੇ। ਇੱਕ ਤਾਂ ਡਾਕਟਰ ਕੋਲੇ ਤੁਹਾਨੂੰ ਪਤਾ ਹੀ ਹੈ ਪ੍ਰੈਕਟੀਕਲ ਟਾਈਮ ਨਹੀਂ ਹੁੰਦਾ ਜਦੋਂ ਵੀ ਤੁਸੀਂ ਉਹਨਾਂ ਦੀ ਕਲੀਨਿਕ 'ਚ ਜਾਂਦੇ ਹੋ। ਜਦੋਂ ਤੁਸੀਂ ਰੇਡੀਓ ਦੇ ਉੱਤੇ ਜਾਂ TV ਦੇ ਉੱਤੇ ਕੋਈ ਕੁਐਸਚਨ ਕਰਦੇ ਹੋ ਤਾਂ ਉਹ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਦਿੰਦੇ ਨੇ।
ਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਬਾਹਲੇ ਲੋਕ ਸੰਗਦੇ ਕੁਐਸਚਨ ਨਹੀਂ ਕਰਦੇ, ਉਹਨਾਂ ਨੂੰ ਫੋਨ ਤੇ ਪਤਾ ਹੀ ਨਹੀਂ। ਇਹ ਕਹਿਣਾ ਆਸਾਨ ਹੈ ਕਿ ਫੋਨ ਕਰ ਲਓ ਜਾਂ ਗੱਲਬਾਤ ਕਰੋ, ਉਹ ਜਵਾਨ ਜੀ ਥਰਥਰਾਉਣ ਲੱਗ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਜਦੋਂ ਤੁਸੀਂ ਕੁਐਸਚਨ ਪੁੱਛਦੇ ਹੋ ਸਕਦਾ ਹਜ਼ਾਰਾਂ ਬੰਦਿਆਂ ਦਾ ਉਹ ਕੁਐਸਚਨ ਹੋਵੇ ਤੇ ਉਹਨਾਂ ਨੂੰ ਵੀ ਉਹ ਜਵਾਬ ਮਿਲ ਜੇ। ਸੋ ਇਸ ਕਰਕੇ ਜਿੱਥੇ ਤੁਸੀਂ ਆਪਣਾ ਫਾਇਦਾ ਕਰਦੇ ਹੋ ਉੱਥੇ ਦੂਸਰੇ ਲੋਕਾਂ ਦਾ ਵੀ ਫਾਇਦਾ ਕਰਦੇ ਹੋ। ਸੋ ਮੈਂ ਡਾਕਟਰਸ ਨੂੰ ਲੈ ਕੇ ਆਉਣਾ, ਕਿਉਂਕਿ ਹੁਣ ਆਪਣੇ ਪਿਛਲੇ ਮਹੀਨੇ ਤੋਂ ਇਲੈਕਸ਼ਨ ਸੀਗੀਆਂ ਅੰਟੈਰੀਓ ਦੇ ਵਿੱਚ, ਵੱਖ-ਵੱਖ ਜਿਹੜੀਆਂ ਸਿਟੀ ਸੀਗੀਆਂ ਲੋਕਲ, ਉਹਨਾਂ ਦੇ ਇਲੈਕਸ਼ਨ ਸੀ, ਮੇਅਰਸ, ਕਾਉਂਸਲਰ, ਰੀਜਨਲ ਕਾਉਂਸਲਰ, ਸਕੂਲ ਟਰਸਟੀ ਦੇ। ਸੋ ਪਿਛਲੇ 3-4 ਵੀਕਾਂ ਤੋਂ ਮੈਂ ਉਹਨਾਂ ਨੂੰ ਇਹ ਪ੍ਰੋਗਰਾਮ ਦੇ ਵਿੱਚ ਦਾਵਤ ਦਿੱਤੀ ਸੀ, ਆਏ ਸੀਗੇ, ਉਹਨਾਂ ਨੇ ਤਾਂ ਕੁਐਸਚਨਾਂ ਦੇ ਆਪਣੇ ਆਨਸਰ ਵੀ ਦਿੱਤੇ ਸੀਗੇ। ਸੋ ਦੀਵਾਲੀ ਵਾਲੇ ਦਿਨ ਉਹਨਾਂ ਦਾ ਰਿਜ਼ਲਟ ਹੋ ਗਿਆ, ਕਈ ਜਿੱਤ ਗਏ ਤੇ ਕਈ ਹਾਰ ਗਏ। ਆਪਣਾ ਕੰਮ ਤਾਂ ਸਿਰਫ ਮੈਸੇਜ ਦੇਣਾ ਸੀ। ਹਾਂ, ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਇੱਕ ਸਿੰਗਲ ਪੈਨੀ ਲਈ ਹੈ ਤੇ ਨਾ ਹੀ ਲਵਾਂਗੇ। ਸੋ ਇਹ ਮੇਰਾ ਇੱਕ ਅਸੂਲ ਹੈ ਕਿ ਮਰ ਜਾਊਂ ਮਾਂਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਜ ਮੇਂ ਮੁਝੇ ਨਾ ਇਲਾਜ। ਜੇ ਕਦੇ ਕਿਸੇ ਦੀ ਚੈਰਿਟੀ ਲਈ ਕੋਈ ਚੰਗੇ ਕੰਮ ਲਈ ਉੱਥੇ ਤਾਂ ਕਿਸੇ ਤੋਂ ਮੰਗ ਵੀ ਸਕਦੇ ਹਾਂ, ਪਰ ਆਪਣੀ ਜੇਬ 'ਚ ਨਹੀਂ ਕੋਈ ਪੰਜੀ ਵੀ ਪਾਉਣੀ। ਸੋ ਇਸ ਕਰਕੇ ਮੇਰਾ ਹਮੇਸ਼ਾ ਵਿਦਾਊਟ ਐਡਵਰਟਾਈਜ਼ਮੈਂਟ ਇਹ ਪ੍ਰੋਗਰਾਮ ਹੁੰਦਾ ਹੈ ਤੇ ਨਾ ਹੀ ਮੈਂ ਕਿਤੇ ਅੱਜ ਤੱਕ ਕਿਸੇ ਤੋਂ ਕੋਈ ਪੈਸਾ ਲਿਆ। ਤੇ ਪਰਮਾਤਮਾ ਦੇ ਅੱਗੇ, ਉਹ ਮੌਲਾ ਦੇ ਅੱਗੇ ਹੀ ਅਰਦਾਸ ਹੈ ਕਿ ਇੰਨੀ ਸ਼ਕਤੀ ਬਣਾਈ ਰੱਖੀ ਕਿ ਤਾਂ ਕਿ ਹੱਥ ਕਿਸੇ ਪਾਸੇ ਅੱਡਣਾ ਨਾ ਪਵੇ। ਜਦੋਂ ਵੀ ਹੱਥ ਉੱਠੇ ਤਾਂ ਉਹ ਇੰਝ ਹੋਵੇ ਦੇਣ ਦੀ ਭਾਵਨਾ ਹੋਵੇ, ਲੈਣ ਦੀ ਭਾਵਨਾ ਨਹੀਂ, ਕਿਉਂਕਿ ਦੇਣ ਵਾਲਾ ਉਹੀ ਹੈ ਬੰਦਾ ਕਿੰਨੀ ਕੁ ਕੋਸ਼ਿਸ਼ ਕਰਕੇ ਆਪਣੇ ਪੈਸੇ ਕਮਾ ਸਕਦਾ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਡਾਕਟਰ ਅੰਕੁਸ਼ ਨੂੰ ਮੈਂ ਰਿਕੁਐਸਟ ਕੀਤੀ ਸੀਗੀ ਕਿ ਨੈਕਸਟ ਵੀਕ ਤੋਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਗੇ। ਆਪਾਂ ਮੈਡੀਕਲ ਦੀ ਗੱਲ ਕਰਿਆ ਕਰਾਂਗੇ, ਤੁਸੀਂ ਨੈਕਸਟ ਵੀਕ ਤੋਂ ਕੁਐਸਚਨ ਉਹਨਾਂ ਨੂੰ ਪੁੱਛ ਸਕਦੇ, ਕੋਈ ਵੀ ਸਵਾਲ, ਡਜ਼ਨਟ ਮੈਟਰ। ਇਹ ਨਹੀਂ ਹੈ ਵੀ ਆਪਾਂ ਕੋਈ ਹਾਰਟ ਤੇ ਪੁੱਛਣਾ ਜਾਂ ਬ੍ਰੇਨ ਤੇ ਪੁੱਛਣਾ ਜਾਂ ਕੋਈ ਵਰਟੀਗੋ ਦੇ ਪੁੱਛਣਾ ਜਾਂ ਕੋਈ ਵੀ ਚੀਜ਼, ਸ਼ੂਗਰ ਤੇ ਪੁੱਛਣਾ, ਕੋਈ ਵੀ ਤੁਸੀਂ ਸਵਾਲ ਪੁੱਛੋ। ਕਿਉਂਕਿ ਫੌਜੀ ਕੋਲੇ, ਜਿਹੜਾ ਫੌਜੀ ਬਾਰਡਰ ਤੇ ਖੜਾ ਹੁੰਦਾ, ਇਹ ਨਹੀਂ ਦੇਖਦਾ ਕਿ ਮੇਰੀ ਗੋਲੀ ਕਿੱਧਰੋਂ ਆਉਣੀ ਹੈ, ਜਿੱਧਰੋਂ ਮਰਜ਼ੀ ਉਹਨਾਂ ਨੇ ਫੇਸ ਕਰਨਾ ਹੈ। ਸੋ ਇਸ ਕਰਕੇ ਉਹ ਲਾਇਸੈਂਸ ਹੁੰਦੇ, ਤੁਹਾਡੇ ਗੱਲਾਂ ਦਾ ਜਵਾਬ ਦੇਣਗੇ। ਤੁਸੀਂ, ਹਾਂ, ਇੱਕੋ ਹੀ ਮੇਰੀ ਸ਼ਰਤ ਹੁੰਦੀ ਹੈ ਕਿ ਲੈਂਗੁਏਜ ਜਿਹੜੀ ਹੈ ਉਹ ਅੱਛੀ ਹੋਣੀ ਚਾਹੀਦੀ ਹੈ, ਨਫੀਸ ਹੋਣੀ ਚਾਹੀਦੀ ਹੈ। ਕਹਾਣੀ ਨਾ ਪਾਓ, ਆਪਣਾ ਗਿਆਨ ਨਾ ਦੱਸੋ। ਆਪਣਾ ਗਿਆਨ ਦੱਸਣਾ ਤੁਸੀਂ ਆਪਣਾ ਹੋਰ ਥਾਂ ਤੇ ਕਰ ਸਕਦੇ ਹੋ। ਜੇ ਤੁਸੀਂ ਕੁਝ ਗਿਆਨ ਲੈਣਾ ਤਾਂ ਜ਼ਰੂਰ ਸਵਾਲ ਪੁੱਛੋ, ਸਿੰਪਲ ਲੈਂਗੁਏਜ ਨੂੰ ਪੁੱਛੋ, ਤੇ ਡਾਕਟਰ ਸਾਹਿਬ ਵੀ ਬੜੇ ਪੋਲਾਈਟਲੀ ਜਵਾਬ ਦਿੰਦੇ ਨੇ। ਸੋ ਇਸੇ ਤਰ੍ਹਾਂ ਹੀ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਆਪਾਂ ਸਪਿਰਿਚੁਅਲਿਟੀ ਤੇ ਕਰਾਂਗੇ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਅਮਨਦੀਪ ਜੀ ਆਏ ਹੋਏ ਨੇ। ਸੋ ਬਿਫੋਰ ਵੀ ਸਟਾਰਟ ਦਿਸ ਪ੍ਰੋਗਰਾਮ, ਲੈਟਸ ਹੀਅਰ ਦ ਫਰਸਟ ਸੌਂਗ ਐਂਡ ਦੈਨ ਵੀ ਵਿਲ ਕੰਟੀਨਿਊ ਆਵਰ ਜੋ ਪ੍ਰੋਗਰਾਮ। खुदा से मेरी मुश्किलें बड़ी हैं, ये मत कहो खुदा से मेरी मुश्किलें बड़ी हैं, ये मुश्किलों से कह दो मेरा खुदा बड़ा है। आती है आंधियां तो कर उनका खैर मकदम, आती है आंधियां तो कर उनका खैर मकदम, तूफान से ही तो लड़ने खुदा ने तुझे गढ़ा है। ये मत कहो खुदा से मेरी मुश्किलें बड़ी हैं, ये मुश्किलों से कह दो मेरा खुदा बड़ा है, मेरा खुदा बड़ा है, मेरा खुदा बड़ा है। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਅਮਨਦੀਪ ਸਹੋਤਾ ਨੇ, ਉਹ ਰੂਹਾਨੀਅਤ ਦੇ ਬਾਰੇ, ਜਿਹੜੀ ਹਿਊਮਨ ਲਾਈਫ ਦੇ ਬਾਰੇ ਗੱਲਬਾਤ ਕਰਨਗੇ। ਸੋ ਸਿੰਪਲ ਔਰ ਹਲਕੇ ਫੁਲਕੇ ਤਰੀਕੇ ਨਾਲ ਆਪਾਂ ਗੱਲਬਾਤ ਕਰਨੀ ਹੈ। ਜੇ ਕੋਈ ਮੇਰਾ ਵੀ ਇਸ਼ੂ ਹੋਇਆ, ਕਿਉਂਕਿ ਤੁਹਾਨੂੰ ਮੈਂ ਲਾਈਵ ਕੁਐਸਚਨ ਨਹੀਂ ਲਾਈਨ ਖੋਲ ਰਿਹਾ, ਉਹੀ ਉਹਨਾਂ ਦੇ ਵਿਚਾਰ ਹੀ ਸੁਣਾਂਗੇ ਥੋੜੇ ਜਿਹੇ ਮਿੰਟ ਦੇ ਲਈ, ਥੋੜੇ ਜਿਹੇ ਟਾਈਮ ਦੇ ਲਈ। ਤੇ ਜੇ ਕੋਈ ਮੇਰਾ ਕੁਐਸਚਨ ਹੋਇਆ ਸਿੰਪਲ ਤਰੀਕੇ ਨਾਲ, ਗੱਲਾਂ ਚੋਂ ਗੱਲ ਜਿਵੇਂ ਕੱਢਣੀ ਹੁੰਦੀ ਹੈ ਉਸ ਤਰ੍ਹਾਂ ਹੀ ਆ, ਕੋਈ ਇਸ ਤਰ੍ਹਾਂ ਦੀ ਪ੍ਰੋਫੈਸ਼ਨਲਿਜ਼ਮ ਨਹੀਂ ਨਾ ਆਪਾਂ ਕਰਨਾ, ਆਪਾਂ ਸਿੰਪਲ ਤਰੀਕੇ ਨਾਲ, ਤਾਂ ਕਿ ਆਮ ਬੰਦੇ ਨੂੰ ਗੱਲ ਸਮਝ ਸਕੇ। ਸੋ ਇਸ ਕਰਕੇ ਇਹ ਪ੍ਰੋਗਰਾਮ ਅਮਨਦੀਪ ਜੀ ਦੇ ਨਾਲ ਅਸੀਂ ਕਰਨ ਲੱਗੇ ਹਾਂ। ਤੇ ਬਿਫੋਰ ਆਈ ਸਟਾਰਟ ਦਿਸ ਪ੍ਰੋਗਰਾਮ, ਮੈਂ ਕਪਿਲ ਜਿਹੜੇ ਅਗਰਵਾਲ ਨੇ ਸਾਡੇ ਪੈਸੇ ਧੱਕੇ ਦੀ, ਉਹਨਾਂ ਦੇ ਨਾਲ ਸਾਨੂੰ ਵੈਸੇ ਵੀ ਖਿਆਲ ਰੱਖਣਾ ਪੈਂਦਾ, ਕਿਉਂਕਿ ਗਰੀਬ ਬੰਦੇ ਜਦੋਂ ਖਾਸੇ ਪੈਸੇ ਲੈਣੇ ਹੁੰਦੇ ਫਿਰ ਉਹਨਾਂ ਕੋਲ ਹੀ ਜਾਣਾ ਪੈਂਦਾ। ਸੋ ਉਹ ਵੀ ਸਟੂਡੀਓ 'ਚ ਆਏ ਨੇ। ਸੋ ਉਹਨਾਂ ਨੂੰ ਵੀ ਵੈਲਕਮ ਕਰਦਾ। ਐਕਚੁਅਲ ਤਾਂ ਉਹੀ ਲੈ ਕੇ ਆਏ ਨੇ, ਬਹੁਤ ਵਧੀਆ ਇਨਸਾਨ ਨੇ। ਮੈਂ ਉਹਨਾਂ ਨੂੰ ਪਿਛਲੇ 2-3 ਸਾਲਾਂ ਤੋਂ ਜਾਣਦਾ, ਬਹੁਤ ਵਧੀਆ ਕਪਿਲ ਜਿਹੜੇ ਨੇ ਇਨਸਾਨ ਨੇ, ਮੇਰੇ ਤੇ ਛੋਟੇ ਭਰਾਵਾਂ ਵਰਗੇ ਨੇ, ਬਹੁਤ ਵਧੀਆ। ਜਦੋਂ ਵੀ ਕੋਈ ਹੈਲਪ ਦੀ ਲੋੜ ਹੋਵੇ, ਐਡਵਾਈਸ ਦੀ ਲੋੜ ਹੋਵੇ, ਬੜੇ ਪ੍ਰੋਪਰ ਕਰਦੇ ਨੇ। ਵੈਸੇ ਵੀ ਐਕਟਰ ਨੇ, ਬੜੀ ਤੇਜ਼ੀ ਨਾਲ ਉਹ ਜਿਹੜੀ ਆਪਣੀ ਜਿਹੜੀ ਹੈਗੀ ਤਰੱਕੀ ਕਰ ਰਹੇ ਨੇ।
ਛੋਟੀ ਪੋਸਟ ਹੋ ਕੇ ਵੱਡੀ ਪਤਾ ਨਹੀਂ ਛਾਲ ਮਾਰਦੇ ਨੇ। ਹੋ ਸਕਦਾ ਆਈ ਵਿਸ਼ ਕਿ ਉਹ ਵੀ ਉੱਪਰਲੀ ਟੌਪ ਦੀ ਜਿਹੜੀ ਹੈ ਜੌਬ ਤੇ ਜਾਣ, ਤੇ ਉਹ ਲੈ ਕੇ ਆਏ ਨੇ ਅਮਨਦੀਪ ਸੋਹਤਾ ਜੀ ਨੂੰ। ਸੋ ਲੈਟਸ ਸਟਾਰਟ ਦਿਸ ਕਨਵਰਸੇਸ਼ਨ। ਅਮਨ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਵੈਲਕਮ। ਥੈਂਕ ਯੂ ਡਾਕਟਰ ਸਾਹਿਬ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਰਟਫੁਲਨੈਸ ਇੰਸਟੀਚਿਊਟ ਵੱਲੋਂ। ਹਾਂਜੀ, ਤੇ ਤੁਸੀਂ ਹੁਣ ਪਹਿਲਾਂ ਮੈਨੂੰ ਇੰਝ ਦੱਸੋ ਕਿ ਤੁਸੀਂ ਪਹਿਲਾਂ ਆਪਣੀ ਬੈਕਗਰਾਉਂਡ ਦੱਸੋ ਵੀ ਤੁਸੀਂ ਕੀ, ਤੁਹਾਡੀ ਬੈਕਗਰਾਉਂਡ ਐਜੂਕੇਸ਼ਨ ਦੇ ਮੁਤਾਬਕ, ਤੇ ਇੱਥੇ ਕਦੋਂ ਆਏ ਹੋ, ਤੇ ਜਿਹੜੀ ਤੁਸੀਂ ਆਰਗੇਨਾਈਜੇਸ਼ਨ ਨੂੰ ਡੀਲ ਕਰਦੇ ਹੋ ਹੈ ਨਾ, ਉਹ ਆਰਗੇਨਾਈਜੇਸ਼ਨ ਦਾ ਮੋਟਿਵ ਕੀ ਹੈ, ਕਿੱਥੇ ਆਰਗੇਨਾਈਜੇਸ਼ਨ, ਕੌਣ ਚਲਾ ਰਿਹਾ ਉਹਨੂੰ, ਤੇ ਮੇਨ ਉਹਦਾ ਕੀ ਪਰਪਸ ਹੈ, ਸਿੰਪਲ ਤਰੀਕੇ ਨਾਲ ਤਾਂ ਕਿ ਆਮ ਬੰਦੇ ਨੂੰ ਸਮਝ ਸਕੇ। ਮਾਈਕ ਗੋਜ਼ ਟੂ ਯੂ। ਥੈਂਕ ਯੂ ਡਾਕਟਰ ਸਾਹਿਬ। ਸਰ, ਲਾਈਕ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਸਾਇੰਸ ਵਿੱਚ ਆ, ਉਸ ਤੋਂ ਬਾਅਦ ਮੈਂ ਇੱਕ ਡਿਪਲੋਮਾ ਕੀਤਾ ਕੰਪਿਊਟਰ ਐਪਲੀਕੇਸ਼ਨਸ, ਤੇ ਮੈਂ ਇੱਥੇ IT ਦੇ ਵਿੱਚ ਕੰਮ ਕਰ ਰਿਹਾ ਐਜ਼ ਐ IT ਕੰਟਰੈਕਟਰ। ਡਿਫਰੈਂਟ ਕੰਪਨੀਜ਼ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਐਂਡ ਕਲਾਇੰਟ ਮੋਸਟਲੀ ਮੇਰਾ ਸੇਮ ਹੀ ਰਿਹਾ, ਇਟ ਇਜ਼ ਅ ਬਿਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਤੇ ਅੱਜ ਗੱਲ ਕਰ ਰਹੇ ਹਾਂ ਹਾਰਟਫੁਲਨੈਸ ਇੰਸਟੀਚਿਊਟ ਬਾਰੇ, ਜਿਹੜੇ ਕਿ 1945 ਵਿੱਚ ਰਜਿਸਟਰ ਹੋਈ ਸੀ ਇੰਡੀਆ 'ਚ ਸ਼੍ਰੀ ਰਾਮਚੰਦਰਾ ਮਿਸ਼ਨ ਦੇ ਨਾਮ ਦੇ ਨਾਲ, ਜੋ ਕਿ ਸਾਡੇ ਜਿਹੜੇ ਸੈਕਿੰਡ ਗਾਈਡ ਹੋਏ ਨੇ ਹਾਰਟਫੁਲਨੈਸ ਇੰਸਟੀਚਿਊਟ ਦੇ, ਉਹਨਾਂ ਨੇ ਆਪਣੇ ਪਹਿਲੇ ਗੁਰੂ ਸਾਹਿਬ ਉਹਨਾਂ ਦੇ ਨਾਮ ਦੇ ਉੱਤੇ ਰਜਿਸਟਰ ਕੀਤਾ ਸੀਗਾ। ਤੇ ਹੁਣ ਜਿਹੜੇ ਸਾਡੇ ਕਰੰਟ ਗਾਈਡ ਨੇ, ਉਹਨਾਂ ਦਾ ਨਾਮ ਹੈ ਮਿਸਟਰ ਕਮਲੇਸ਼ ਡੀ ਪਟੇਲ। ਉਹ ਬਾਈ ਪ੍ਰੋਫੈਸ਼ਨ ਫਾਰਮਾਸਿਸਟ ਨੇ। ਉਹ 1980s ਦੇ ਵਿੱਚ ਜਾਂ ਲੇਟ 1970s ਦੇ ਵਿੱਚ US ਆ ਗਏ ਸੀਗੇ। ਉੱਥੇ ਉਹਨਾਂ ਨੇ ਐਜ਼ ਏ ਫਾਰਮਾਸਿਸਟ ਕੰਮ ਕੀਤਾ। ਉਸ ਤੋਂ ਬਾਅਦ ਐਜ਼ ਏ ਫਾਰਮਾਸਿਸਟ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਫਾਰਮੇਸੀਜ਼ ਦੀ ਕਾਫੀ ਵੱਡੀ ਚੇਨ ਬਣਾਈ। ਹੀ ਹੈਜ਼ ਅ ਬਿਗ ਬਿਜ਼ਨਸ ਐਮਪਾਇਰ ਦੇਅਰ। ਤੇ ਉਹਨਾਂ ਨੇ ਆਪਣੀ ਮੈਡੀਟੇਸ਼ਨ ਦੀ ਪ੍ਰੈਕਟਿਸ ਵੀ ਫਾਰਮੇਸੀ ਦੇ ਦੌਰਾਨ ਹੀ ਕੰਟੀਨਿਊ ਰੱਖੀ। ਤੇ ਅੱਜ ਕੱਲ੍ਹ ਜਿਹੜਾ ਹਾਰਟਫੁਲਨੈਸ ਇੰਸਟੀਚਿਊਟ ਦਾ ਮੇਨ ਹੈੱਡਕੁਆਟਰ ਹੈ ਉਹ ਹੈਦਰਾਬਾਦ ਵਿੱਚ ਆ, ਜਿਹਨੂੰ ਕਿ ਕਾਨਾ ਸ਼ਾਂਤੀਵਨਮ ਦੇ ਨਾਮ ਨਾਲ ਜਾਣਿਆ ਜਾਂਦਾ। 160 ਦੇਸ਼ਾਂ ਤੋਂ ਜ਼ਿਆਦਾ ਦੇ ਲੋਕੀ ਜਿਹੜੇ ਆ ਉੱਥੋਂ ਹਾਰਟਫੁਲਨੈਸ ਦੀਆਂ ਸੇਵਾਵਾਂ ਲੈਣ ਲਈ ਜਾਂਦੇ ਨੇ ਤੇ ਉਹਦਾ ਬੈਨੀਫਿਟ ਉਠਾਉਂਦੇ ਨੇ। ਹਾਂਜੀ, ਸੋ ਇਹਦਾ ਮਤਲਬ ਇਹ ਹੋ ਗਿਆ, ਜੇ ਆਪਾਂ ਸਿੰਪਲ ਤਰੀਕੇ ਨਾਲ ਗੱਲ ਕਰੀਏ ਕਿ ਜਿਹੜੇ ਤੁਹਾਡੇ ਪ੍ਰੈਜ਼ੈਂਟ ਗਾਈਡ ਨੇ, ਹਾਂਜੀ, ਤੇ ਉਹ ਇੱਕ ਤਰ੍ਹਾਂ ਦੇ ਸਮ ਸੌਰਟ ਆਫ ਗੁਰੂ ਕਹਿ ਲਓ, ਫਰੈਂਡ ਕਹਿ ਲਓ, ਜਿਹੜੇ ਕਿ ਸਾਨੂੰ ਗਾਈਡ ਕਰਦੇ ਨੇ ਸਪਿਰਿਚੁਅਲਿਟੀ ਦੇ ਬਾਰੇ। ਬਿਲਕੁਲ ਜੀ, ਹਾਂਜੀ। ਸੋ ਇਸ ਕਰਕੇ ਤੁਸੀਂ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਹੋ ਕਿ ਵੀ ਜਿਹੜੇ ਬੰਦੇ ਨੇ ਕੋਈ ਤਰੱਕੀ ਕਰਨੀ ਹੋਵੇ ਇਨਸਾਈਡ, ਤੇ ਉਹਨੂੰ ਪ੍ਰੈਜ਼ੈਂਟ ਮਾਸਟਰ ਦਾ, ਪ੍ਰੈਜ਼ੈਂਟ ਗੁਰੂ ਦਾ, ਪ੍ਰੈਜ਼ੈਂਟ ਗਾਈਡ ਦਾ ਹੋਣਾ ਜ਼ਰੂਰੀ ਹੈ। ਜੀ ਬਿਲਕੁਲ, ਇਹ ਐਕਸਪੀਰੀਅੰਸ ਦੇ ਨਾਲ ਹੀ ਪਤਾ ਲੱਗਾ, ਅਹਿਸਾਸ ਹੋਇਆ ਕਿ ਜੋ ਸਾਡੇ 'ਚ ਕਮੀਆਂ ਰਹਿੰਦੀਆਂ ਨੇ ਉਹ ਅਸੀਂ ਆਪਣੇ ਆਪ ਦੂਰ ਨਹੀਂ ਕਰ ਪਾਉਂਦੇ, ਕਿ ਸਾਨੂੰ ਇੱਕ ਬਾਹਰੋਂ ਇੱਕ ਸ਼ਕਤੀ ਦੀ ਜਾਂ ਬਾਹਰੋਂ ਹੈਲਪ ਦੀ ਲੋੜ ਪੈਂਦੀ ਹੈ, ਗ੍ਰੇਸ ਦੀ ਲੋੜ ਪੈਂਦੀ ਹੈ, ਜਿਹੜੀ ਕਿ ਐਜ਼ ਏ ਕੈਟਾਲਿਸਟ ਕੰਮ ਕਰਦੀ ਹੈ ਤੇ ਸਾਨੂੰ ਆਪਣੀ ਪਰਸਨੈਲਿਟੀ ਨਿਖਾਰਨ 'ਚ, ਸਾਨੂੰ ਆਪਣੀ ਜ਼ਿੰਦਗੀ ਨਿਖਾਰਨ ਵਿੱਚ ਮਦਦ ਕਰਦੀ ਹੈ, ਜਿਹਨੂੰ ਕਿ ਆਪਾਂ ਗੁਰੂ ਦਾ ਨਾਮ ਦੇ ਦਿੰਦੇ ਹਾਂ। ਹਾਂਜੀ, ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਵੀ ਜੀਵਨ ਸੂਖਾ ਖੇਤ ਥਾ ਤਿਨਕਾ ਉਗੇ ਨਾ ਘਾਸ, ਵਹੀ ਸੁੰਦਰ ਬਣ ਗਿਆ ਜਬ ਗਿਆ ਗੁਰੂ ਕੇ ਪਾਸ। ਜਿਹੜੀ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ, ਹਾਂਜੀ, ਅਸੀਂ ਆਪਣੇ ਆਪ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਪ੍ਰੋਬਲਮਸ ਹੱਲ ਹੋਣ। ਜਦੋਂ ਸਾਡੇ ਕੋਲ ਨਹੀਂ ਹੁੰਦੀਆਂ, ਟੱਕਰਾਂ ਮਾਰ ਕੇ ਥੱਕ ਜਾਂਦੇ ਹਾਂ, ਤੇ ਫਿਰ ਜੇ ਸਾਡੀ ਕਿਸਮਤ ਚੰਗੀ ਹੋਵੇ ਤਾਂ ਅਸੀਂ ਪਰਫੈਕਟ ਲਿਵਿੰਗ ਗੁਰੂ ਕੋਲ ਜਾਂਦੇ ਹਾਂ, ਟੀਚਰ ਕੋਲ ਜਾਂਦੇ ਹਾਂ, ਮਾਸਟਰ ਕੋਲ ਜਾਂਦੇ ਹਾਂ, ਗਾਈਡ, ਕੁਛ ਵੀ ਉਹਦਾ ਨਾਂ ਦੇ ਦਿਓ। ਸੋ ਉਹਦੀ ਕੀ ਖਾਸੀਅਤ? ਉਹਦੀ ਖਾਸੀਅਤ ਹੁੰਦੀ ਵੀ ਉਹਨੇ ਖੁਦ ਪ੍ਰੈਕਟੀਕਲ ਤਜਰਬਾ ਕੀਤਾ ਹੁੰਦਾ। ਜਿਸ ਤਰ੍ਹਾਂ ਆਪਾਂ, ਮੇਰੇ ਖਿਆਲ ਮੈਨੂੰ ਕਰੈਕਟ ਕਰ ਦਿਓ, ਜਿਸ ਤਰ੍ਹਾਂ ਆਪਾਂ ਸਕੂਲ ਦੇ ਵਿੱਚ ਜਾਂਦੇ ਹਾਂ, ਆਪਾਂ ਇਹ ਨਹੀਂ ਦੇਖਦੇ ਵੀ ਜਿਹੜਾ ਸਕੂਲ ਦਾ ਟੀਚਰ ਹੈ ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਪੱਗ ਬੰਨ੍ਹਦਾ, ਲੰਬੇ ਵਾਲ ਰੱਖਦਾ, ਛੋਟੇ ਵਾਲ ਰੱਖਦਾ, ਜਿਹਨੂੰ ਉਸ ਚੀਜ਼ ਦਾ ਗਿਆਨ ਹੁੰਦਾ ਹੈ, ਅਸੀਂ ਉਹ ਸਕੂਲ ਦੇ ਵਿੱਚ ਜਾਂਦੇ ਹਾਂ ਤੇ ਉਹਦੇ ਗਿਆਨ ਤੋਂ ਅਸੀਂ ਫਾਇਦਾ ਲੈ ਕੇ ਆਪਣਾ ਜਿਹੜਾ ਹੈ ਲਾਈਫ ਨੂੰ ਸਵਾਰ ਲੈਂਦੇ ਹਾਂ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਐਦਾਂ ਹੀ ਹੁੰਦਾ। ਜਿੱਦਾਂ ਇੱਥੇ ਵੀ ਕਾਨਾ ਸ਼ਾਂਤੀਵਨਮ ਲੈ ਲਓ ਜਿੱਥੇ ਹੈਗਾ, ਜਾਂ ਇੱਥੇ ਸਾਡਾ ਮਿਸੀਸਾਗਾ ਮੈਡੀਟੇਸ਼ਨ ਸੈਂਟਰ ਹੈ। ਹਰੇਕ ਧਰਮ, ਹਰੇਕ ਕੰਟਰੀ ਤੋਂ ਲੋਕ ਜਿਹੜੇ ਇੱਥੇ ਹੈਗੇ ਨੇ, ਇੰਟਰਸਟਿਡ ਨੇ, ਉਹ ਮੈਡੀਟੇਸ਼ਨ ਕਰਨ ਆਉਂਦੇ ਨੇ। ਮੈਡੀਟੇਸ਼ਨ ਬਿਲਕੁਲ ਐਕਸਪੀਰੀਅੰਸ ਬੇਸਡ ਰਹਿੰਦੀ ਹੈ। ਹਾਰਟਫੁਲਨੈਸ ਇੱਕ ਯੂਨੀਕ ਫੀਚਰ ਹੈਗਾ ਜੀ ਟਰਾਂਸਮਿਸ਼ਨ ਦਾ। ਇਹ ਹੈਗੀ ਕਿ ਯੂਟੀਲਾਈਜੇਸ਼ਨ ਆਫ ਯੋਗਿਕ એનર્ਜੀ ਟੂ ਟਰਾਂਸਫਾਰਮ ਦਾ ਹਿਊਮਨ ਬੀਇੰਗਸ। ਇਹ ਇੱਕ ਐਜ਼ ਏ ਕੈਟਾਲਿਸਟ ਕੰਮ ਕਰਦੀ ਹੈ ਕਿ ਜੋ ਵੀ ਆਪਾਂ ਆਪਣੀਆਂ ਸੋਚਾਂ ਵਿਚਾਰਾਂ ਨਾਲ ਇਸ ਲਾਈਫ ਜਾਂ ਪਿਛਲੀਆਂ ਲਾਈਫ ਆਪਾਂ ਨੈਟਵਰਕ ਬਣਾ ਰੱਖਿਆ, ਉਹਨੂੰ ਆਪਾਂ ਨਹੀਂ ਤੋੜ ਪਾਉਂਦੇ। ਅਗਰ ਕੋਈ ਗੁਰੂ ਉਪਦੇਸ਼ ਵੀ ਦਿੰਦਾ ਤਾਂ ਵੀ ਨਹੀਂ ਟੁੱਟ ਪਾਉਂਦੇ। ਬਟ ਹਾਰਟਫੁਲਨੈਸ ਇਹ ਕਿ ਜਿਹੜਾ ਸਮਰੱਥ ਤੇ ਸੰਪੂਰਨ ਗੁਰੂ ਆ, ਉਹ ਟਰਾਂਸਮਿਸ਼ਨ ਸਾਨੂੰ ਚੈਨਲਾਈਜ਼ ਕਰ ਦਿੰਦੇ ਨੇ ਸਾਡੇ ਦਿਲ 'ਚ, ਉਹ ਸਾਨੂੰ ਜਾ ਕੇ ਹੈਲਪ ਕਰਦੀ ਹੈ।
ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੋ ਕੁਝ ਵੀ ਹੈ ਉਹ ਸਾਡੇ ਸਾਰਾ ਕੁਝ ਅੰਦਰ ਹੀ ਹੈ, ਪਰ ਸਾਨੂੰ ਪਤਾ ਨਹੀਂ ਹੈ। ਸਾਨੂੰ ਕੋਈ ਇਹੋ ਜਿਹਾ ਜਿਸ ਤਰ੍ਹਾਂ ਕਹਿੰਦਾ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ, ਕਿ ਜੇ ਤੁਸੀਂ ਹਜ ਤੇ ਜਾਣਾ, ਜੇ ਤੁਹਾਡੇ ਨਾਲ ਹਾਜੀ ਹੋ ਜਿਹੜਾ ਐਕਸਪਰਟ ਹੈ ਵੀ ਕਿੱਥੇ ਕਿੱਥੇ ਰਸਤੇ ਨੇ, ਉਹ ਸਾਨੂੰ ਈਜ਼ੀ ਤਰੀਕੇ ਨਾਲ ਲੈ ਜਾਊਗਾ। ਇਸੇ ਤਰ੍ਹਾਂ ਜਿਹੜਾ ਗਾਈਡ ਹੈ ਉਹ ਸਾਨੂੰ ਅੰਦਰ ਸਾਡੇ ਸਾਰਾ ਕੁਝ ਅੰਦਰ ਹੈ, ਜਿਸ ਵਿੱਚ ਕਹਿੰਦੇ ਘਟ ਮੇ ਹੀਰਾ घट में मोती घट में नूर अपारा घट में शक्ति घट में भक्ति घट में सिरजनहारा। ਸਾਡੇ ਵਿੱਚ ਵੀ ਆਰ ਪੋਟੈਂਸ਼ੀਅਲ ਗॉड ਉਹਦੇ ਵਿੱਚ ਹੈ, ਪਰ ਸਾਨੂੰ ਪਤਾ ਨਹੀਂ। ਜਿਸ ਤਰ੍ਹਾਂ ਉਹ ਕਸਤੂਰੀ ਜਿਹੜੀ ਹੈ ਜਿਹੜਾ ਕੀ ਨਾਮ ਦਾ ਆਪਣਾ ਹਿਰਨ ਹੁੰਦਾ, ਉਹਦੀ ਕਸਤੂਰੀ ਉਹਦੇ ਅੰਦਰ ਹੁੰਦੀ ਹੈ, ਲੇਕਿਨ ਉਹਦੀ ਸਮੈਲ ਨੂੰ ਦੇਖਦਾ ਉਸ ਜੰਗਲਾਂ ਦੇ ਵਿੱਚ ਢੂੰਡਦਾ ਫਿਰਦਾ ਹੈ ਜੀ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਹੈ ਸਾਡੇ ਸਰੀਰ ਦੇ ਵਿੱਚ ਹੀ ਸਾਰਾ ਕੁਝ, ਪਰ ਸਾਨੂੰ ਕੋਈ ਪਰਫੈਕਟ ਮਾਸਟਰ ਦੀ ਜ਼ਰੂਰਤ ਹੈ, ਗਾਈਡ ਦੀ ਜ਼ਰੂਰਤ ਹੈ, ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਹੈ ਨਾ, ਗੱਲਾਂ ਬਾਤਾਂ ਨਹੀਂ ਪੁਸਤਕਾਂ 'ਚੋਂ ਪੜ੍ਹ ਕੇ ਨਹੀਂ, ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ। ਤੇ ਕਿਉਂਕਿ ਉਹ ਅੰਦਰ ਗਿਆ, ਇਸ ਕਰਕੇ ਉਹ ਸਾਨੂੰ ਗਾਈਡ ਕਰ ਲੈਂਦਾ। ਜਦੋਂ ਅਸੀਂ ਉਹਦੀ ਕੰਪਨੀ ਕਰਦੇ ਹਾਂ, ਕੰਪਨੀ ਦਾ ਵੀ ਅਸਰ ਹੁੰਦਾ ਹੈ। ਦੇਖੋ ਜਦੋਂ ਅਸੀਂ 4 ਦਿਨ ਸ਼ਰਾਬੀਆਂ ਕੋਲੇ ਬੈਠੀਏ, ਜੁਆਰੀਆਂ ਕੋਲੇ ਬੈਠੀਏ, ਜਾਂ ਤੁਸੀਂ ਆ ਟੀਵੀ ਤੇ ਆਉਣਾ ਸ਼ੁਰੂ ਕਰ ਦਿਓ, ਫਿਰ ਤੁਹਾਡਾ ਸ਼ੌਕ ਇੱਧਰ ਨੂੰ ਹੋ ਜਾਊਗਾ। ਸੋ ਇਹ ਜਦੋਂ ਅਸੀਂ ਸਪਿਰਿਚੁਅਲ ਫਰੈਂਡਸ ਕੋਲੇ ਜਾਂਦੇ ਹਾਂ, ਗਾਈਡ ਕੋਲੇ ਜਾਂਦੇ ਹਾਂ, ਤੇ ਸਾਡਾ ਸ਼ੌਕ ਆਟੋਮੈਟਿਕਲੀ ਪੈ ਜਾਂਦਾ। ਜਦੋਂ ਉਹ ਸਾਨੂੰ ਗਾਈਡ ਕਰਦੇ ਨੇ ਤੇ ਅਸੀਂ ਉਹਨਾਂ ਦੀਆਂ ਗਾਈਡਸ ਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ, ਉਹਨਾਂ ਨੂੰ ਫਾਲੋ ਕਰਦੇ ਹਾਂ, ਫਿਰ ਸਾਨੂੰ ਵੀ ਜਿਸ ਤਰ੍ਹਾਂ ਉਹਨਾਂ ਨੂੰ ਫਾਇਦਾ ਹੋਇਆ ਉਸ ਤਰ੍ਹਾਂ ਸਾਨੂੰ ਵੀ ਫਾਇਦਾ ਮਹਿਸੂਸ ਹੁੰਦਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਇੱਦਾਂ ਹੀ। ਕਿਉਂਕਿ ਕਹਿੰਦੇ ਨੇ ਕਿ ਜਿੱਦਾਂ ਦੀ ਸੰਗਤ ਆ ਤੁਸੀਂ ਉੱਦਾਂ ਦੇ ਹੋਣੇ ਸ਼ੁਰੂ ਹੋ ਜਾਂਦੇ ਹੋ। ਜੇ ਤੁਸੀਂ ਪਰਮਾਤਮਾ ਵਾਲੇ ਪਾਸੇ ਨੂੰ ਜਾਣਾ ਫਿਰ ਤੁਹਾਨੂੰ ਆਪਣੀ ਸੰਗਤ ਵੀ ਉੱਦਾਂ ਦੀ ਰੱਖਣੀ ਪੈਂਦੀ ਕਿ ਜਿਹੜੇ ਉਸ ਰਸਤੇ 'ਚ ਚੱਲੇ ਹੋਏ ਨੇ। ਹਾਂ, ਬੇਸਿਕਲੀ ਮੈਂ ਇਹ ਗੱਲ ਸੋਚਦਾ ਵੀ ਦੇਖੋ ਦੁਨੀਆ ਕੋਈ ਵੀ ਜਿਹੜੀ ਦੁਨੀਆ ਦੇ ਲੋਕ ਨੇ ਨਾ, ਜਿਹੜੇ ਮਰਜ਼ੀ ਕਾਰਨਰ ਤੇ ਰਹਿੰਦੇ ਹੋਣ, ਹਰ ਬੰਦੇ ਦੀ ਇੱਕੋ ਹੀ ਖੁਆਇਸ਼ ਹੈ, ਹਰ ਬੰਦੇ ਦੀ, ਕਿ ਉਹ ਆਪਣੀ ਲਾਈਫ ਦੇ ਵਿੱਚ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ, ਕਿ ਮੈਂ ਖੁਸ਼ ਹੋਵਾਂ ਤੇ ਮੈਨੂੰ ਕਦੇ ਵੀ ਦੁੱਖ ਨਾ ਹੋ। ਸੋ ਉਹ ਖੁਸ਼ੀਆਂ ਨੂੰ ਲੱਭਣ ਦੇ ਲਈ ਕਦੇ ਅਸੀਂ ਜੰਗਲਾਂ 'ਚ ਜਾਂਦੇ ਹਾਂ, ਕਦੇ ਅਸੀਂ ਪਹਾੜਾਂ ਤੇ ਜਾਂਦੇ ਹਾਂ, ਕਦੇ ਅਸੀਂ ਪਾਣੀਆਂ 'ਚ ਜਾਂਦੇ ਹਾਂ, ਕਦੇ ਅਸੀਂ ਪੁਸਤਕਾਂ ਨੂੰ ਪੜ੍ਹਦੇ ਹਾਂ, ਮੰਦਿਰ ਗੁਰਦੁਆਰੇ ਜਾਂਦੇ ਹਾਂ। ਪਰ ਜਿਵੇਂ ਕਿ ਕਬੀਰ ਸਾਹਿਬ ਇੱਕ ਬਹੁਤ ਵੱਡੇ ਸੰਤ ਹੋਏ ਨੇ, ਉਹਨਾਂ ਨੇ ਕਿਹਾ ਸੀ ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀजिए साथ, भेदी लिया साथ कर दीन वस्त लिखाए, कोट जन्म का पंध था पल में पहुंचा जाए। ਜੇ ਜਿਹੜੀ ਚੀਜ਼ ਜਿੱਥੇ ਹੈਗੀ, ਜੇ ਅਸੀਂ ਉੱਥੇ ਜਾਵਾਂਗੇ ਫਿਰ ਲੱਭ ਜੂਗੀ। ਜੇ ਹੁਣ ਫਾਰ ਐਗਜ਼ਾਮਪਲ ਜੇ ਤੁਸੀਂ ਮੈਨੂੰ ਲੱਭਣਾ ਹੋਵੇ, ਤੁਹਾਨੂੰ ਲੱਭਣਾ ਹੋਵੇ, ਤੁਹਾਡੇ ਘਰ ਦੇ ਹੁਣ ਜਿੱਥੇ ਮਰਜ਼ੀ ਪੁਲਿਸ ਦੀਆਂ ਰਿਪੋਰਟਾਂ ਖਾ ਲੈਣ, ਤੁਹਾਨੂੰ ਨਹੀਂ ਮਿਲ ਸਕਦਾ। ਜਦੋਂ ਉਹ ਰੇਡੀਓ ਸਟੇਸ਼ਨ ਦੇ ਆਉਣਗੇ ਤਾਂ ਦੇਖ ਲਣਗੇ ਤਾਂ ਭਾਈ ਸਾਹਿਬ ਇੱਥੇ ਬੈਠੇ ਗੱਲਬਾਤ ਕਰਦੇ ਨੇ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ। ਵੈਨ ਯੂ ਗੋ ਵਿਦਿਨ, ਜਦੋਂ ਤੁਸੀਂ ਖੁਸ਼ੀ ਲੱਭਣੀ ਹੈ ਅੰਦਰ ਜਾਣਾ ਪਊਗਾ। ਜੇ ਅਸੀਂ ਬਾਹਰ ਟਰਾਈ ਟੱਕਰਾਂ ਕਰੀ ਜਾਂਦੇ ਹਾਂ, ਠੀਕ ਹੈ, ਟੈਂਪਰੇਰੀ ਸ਼ਾਂਤੀ ਮਿਲ ਜਾਂਦੀ ਹੈ, ਗੁਰਦੁਆਰੇ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਜਾਂ ਕਿਸੇ ਵੀ ਥਾਂ ਤੇ ਸਪਿਰਿਚੁਅਲ ਜਾਂ ਰਿਲੀਜੀਅਸ ਆਰਗੇਨਾਈਜੇਸ਼ਨ ਜਾਂਦੇ ਹਾਂ, ਉੱਥੇ ਜਦੋਂ ਅਸੀਂ ਕੀਰਤਨ ਸੁਣਦੇ ਹਾਂ ਸਾਨੂੰ ਥੋੜ੍ਹੇ ਜਿਹੇ ਟਾਈਮ ਦੇ ਲਈ ਆਨੰਦ ਆਉਂਦਾ, ਲੇਕਿਨ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਫਿਰ ਦੁਨੀਆ 'ਚ ਲਿਬੜ ਜਾਂਦੇ ਹਾਂ। ਪਰ ਜਿਹੜਾ ਆਨੰਦ ਸਾਡੇ ਅੰਦਰ ਹੈ, ਜਦੋਂ ਅਸੀਂ ਅੰਦਰ ਜਾਵਾਂਗੇ ਤੇ ਫਿਰ ਸਾਨੂੰ ਜਿਹੜਾ ਉਹ ਆਨੰਦ ਆ ਜਾਊਗਾ, ਤੇ ਫਿਰ ਅਸੀਂ ਬਾਹਰ ਪੜਚੋਲ ਨਹੀਂ ਕਰਦੇ, ਕਿਉਂਕਿ ਸਾਨੂੰ ਆਨੰਦ ਪਤਾ ਲੱਗ ਸਕਦਾ। ਜੀ ਬਿਲਕੁਲ ਡਾਕਟਰ ਸਾਹਿਬ, ਹਾਰਟਫੁਲਨੈਸ ਵੀ ਇਹੀ ਕਹਿੰਦਾ ਕਿ ਜੇ ਤੁਸੀਂ ਪਰਮਾਨੈਂਟ ਆਪਣੀ ਖੁਸ਼ੀ ਵਾਲੀ ਸਟੇਜ ਲੈ ਕੇ ਆਣੀ ਆ, ਤੁਹਾਨੂੰ ਆਪਣੇ ਮਨ ਨੂੰ ਰੈਗੂਲੇਟ ਕਰਨਾ ਪੈਣਾ। ਉਹ ਜਿਵੇਂ ਕਹਿੰਦੇ ਕਿ ਮਨ ਜੀਤੇ ਜਗ ਜੀਤ, ਜਦ ਤੱਕ ਆਪਾਂ ਆਪਣਾ ਮਨ ਜਿਹੜਾ ਜੱਗ ਵੀ ਜਿੱਤਣਾ, ਬਾਹਰ ਜਿੱਤਣ ਵਾਲੇ ਜੱਗ ਜਿੱਤਣ ਦੀ ਗੱਲ ਨਹੀਂ ਕਰਦੇ, ਕਿ ਅੰਦਰਲਾ ਜੱਗ ਜਿੱਤੀਏ। ਅੰਦਰ ਮਨ ਸ਼ਾਂਤ ਹੋਵੇ, ਮਨ ਸ਼ਾਂਤ ਹੋਊਗਾ ਤਦੇ ਖੁਸ਼ੀ ਆਏਗੀ, ਅਸ਼ਾਂਤ ਮਨ 'ਚ ਕਦੀ ਖੁਸ਼ੀ ਨਹੀਂ ਆਣੀ। ਤੇ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਲਾਣਾ ਬਹੁਤ ਜ਼ਰੂਰੀ ਆ। ਬਿਲਕੁਲ। ਤੇ ਮਨ ਨੂੰ ਧਿਆਨ ਲਾਉਣ ਲਈ ਮਨ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਆ। ਉਹਦੇ ਵਾਸਤੇ ਸਾਨੂੰ ਕਲੀਨਿੰਗ ਕਰਨੀ ਪੈਂਦੀ। ਹਾਰਟਫੁਲਨੈਸ ਆਫਰ ਕਰਦਾ ਕਿ ਕਿਵੇਂ ਆਪਾਂ ਆਪਣੇ ਮਨ ਨੂੰ, ਜੋ ਵੀ ਆਪਾਂ ਸਾਰੇ ਦਿਨ 'ਚ ਇਕੱਠਾ ਕਰ ਲੈਂਦੇ, ਚੰਗੇ ਕੰਮ ਕੀਤੇ ਮਾੜੇ ਕੀਤੇ ਸਾਰਾ ਆਪਾਂ ਇਕੱਠਾ ਕਰ ਲੈਂਦੇ ਅਹੰਕਾਰ ਦੇ ਨਾਲ, ਉਹਨੂੰ ਆਪਾਂ ਕਿਵੇਂ ਆਪਣੇ ਸਿਸਟਮ 'ਚੋਂ ਕੱਢ ਸਕਦੇ। ਤੇ ਰਾਤੀ ਫਿਰ ਆਪਾਂ ਸੌਣ ਲੱਗੇ ਪਰਮਾਤਮਾ ਨਾਲ ਕਿਵੇਂ ਜੁੜ ਕੇ ਸੌਣਾ, ਤੇ ਸਾਡੇ 'ਚ ਜਿਹੜੀਆਂ ਕਮੀਆਂ ਪਰਮਾਤਮਾ ਅੱਗੇ ਕਿਵੇਂ ਰੱਖਣੀਆਂ ਸਿੰਪਲ ਤਰੀਕੇ ਨਾਲ, ਉਹ ਰੱਖ ਕੇ ਉਹਦੇ ਨਾਲ ਜੁੜ ਕੇ ਸੋਣਾ, ਤਾਂ ਕਿ ਜਿਹੜੀ ਸਾਡੀ ਰਾਤ ਵੀ ਆ ਨੀਂਦ ਦੀ ਜਗ੍ਹਾ ਧਿਆਨ ਵਾਲੀ ਨੀਂਦ ਬਣ ਜਾਵੇ। ਬਿਲਕੁਲ ਠੀਕ ਹੈ, ਕਿਉਂਕਿ ਜਿਵੇਂ ਕਿਹਾ ਜਾਂਦਾ ਨਾ, ਸਾਈਕੋਲੋਜੀ ਦਾ ਕੁਐਸਚਨ ਹੈ, ਸਾਈਕੋਲੋਜੀ ਕਹਿੰਦੇ ਕਿ ਆਵਰ ਹਿਊਮਨ ਬੋਡੀ ਇਜ਼ ਅ ਕੰਬੀਨੇਸ਼ਨ ਆਫ 3 ਥਿੰਗਸ। ਇੱਕ ਸਾਡੀ ਬੋਡੀ ਹੈ ਫਿਜ਼ੀਕਲ, ਆ ਜਿਹੜੀਆਂ ਬਾਹਾਂ ਲੱਤਾਂ ਮੈਂ ਕਰਦਾ, ਇੱਕ ਸਾਡਾ ਮਾਈਂਡ ਹੈ, ਤੇ ਇੱਕ ਇਹਦੇ ਵਿੱਚੋਂ ਜਿਹੜੀ ਥਰਡ ਚੀਜ਼ ਹੈ ਉਹ ਸੋਲ ਕਹਿ ਦਿੰਦੇ ਆ, ਕੌਨਸ਼ੀਅਸ ਕਹਿ ਦਿੰਦੇ ਆ। ਜਿਹੜੀ ਆਤਮਾ ਹੈਗੀ ਉਹ ਪਰਮਾਤਮਾ ਦੀ ਅੰਸ਼ ਹੈ, ਆਤਮ ਅੰਸ਼ ਰਾਮ ਦੀ। ਪਰ ਕਿਉਂਕਿ ਜਦੋਂ ਇਹ ਸਾਡੇ ਸਰੀਰ 'ਚ ਆਉਂਦੀ ਹੈ, ਆਤਮਾ ਨੇ ਮਨ ਦਾ ਸਾਥ ਲੈ ਲਿਆ। ਮਨ ਜਿਹੜਾ ਹੈਗਾ ਉਹ 9 ਆਊਟਲੈਟ ਜਿਹੜੀਆਂ ਨੇ, ਅੱਖਾਂ ਨੇ, ਕੰਨ ਨੇ, ਨੱਕ ਹੈ, ਇੰਦਰੀਆਂ ਨੇ, ਇਹਦਾ ਸਾਥ ਲੈ ਲਿਆ। ਇਹਦਾ ਕੰਮ ਹੈ ਬਾਹਰ ਲੱਜਤਾਂ ਲੱਭਣਾ,
ਤੇ ਜਦੋਂ ਇਹਦੀਆਂ ਲਾਉਂਦੇ ਕਿਉਂਕਿ ਇਹਦੇ ਨਾਲ ਦੋਸਤੀ ਪੈ ਗਈ, ਇਹ ਵੀ ਸਾਡਾ ਮਨ ਵੀ ਉਧਰ ਨੂੰ ਭੱਜਿਆ ਫਿਰਦਾ, ਜਿਹਦੇ ਕਰਕੇ ਸਾਨੂੰ ਖੁਸ਼ੀ ਨਹੀਂ ਮਿਲਦੀ। ਪਰ ਮੇਰਾ ਇਹ ਵਿਸ਼ਵਾਸ ਹੈ ਵੀ ਜਿਹੜਾ ਮਨ ਹੈ ਨਾ, ਜਿਵੇਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸੋ ਜਿਹੜਾ ਮਨ ਹੈ ਜੇ ਸਾਡਾ ਮਿੱਤਰ ਬਣ ਜੇ ਨਾ, ਫਿਰ ਇਸ ਤੋਂ ਵੱਡਾ ਕੋਈ ਸਾਡਾ ਹੈਲਪਫੁਲ ਕੋਈ ਨਹੀਂ, ਬਹੁਤ ਵਧੀਆ। ਤੇ ਜੇ ਸਾਡਾ ਅਸੀਂ ਇਹ ਕਾਬੂ 'ਚ ਨਹੀਂ ਆਉਂਦਾ, ਫਿਰ ਸਾਡਾ ਇਹ ਦੁਸ਼ਮਣ ਹੈ। ਦੇਖੋ ਅੱਜ ਦੁਨੀਆ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਅਸੀਂ ਕਹਿੰਦੇ ਆ ਵੀ ਮਨ ਸਾਡੇ ਕੰਟਰੋਲ 'ਚ ਹੈ। ਸੋਚਣ ਦੀ ਗੱਲ ਹੈ ਕਿ ਮਨ ਸਾਡੇ ਕੰਟਰੋਲ 'ਚ ਆ ਜਾਂ ਅਸੀਂ ਮਨ ਦੇ ਕੰਟਰੋਲ 'ਚ ਆ। ਜਿਸ ਤਰ੍ਹਾਂ ਇੱਕ ਕੁੱਤਾ ਜਾ ਰਿਹਾ, ਫਾਰ ਐਗਜ਼ਾਮਪਲ ਆਪਾਂ ਸੈਰ ਕਰਾਉਣ ਲਈ, ਜਿਨ੍ਹਾਂ ਦੇ ਕੁੱਤੇ ਰੱਖੇ ਨੇ ਉਹਨਾਂ ਨੂੰ ਪਤਾ ਹੋਊਗਾ, ਉਹਨੂੰ ਪੁੱਛੋ ਵੀ ਕਿੱਥੇ ਚੱਲਿਆ, ਮੈਂ ਕੁੱਤੇ ਨੂੰ ਸੈਰ ਕਰਾਉਣ ਚੱਲਿਆ, ਗਲਤ ਗੱਲ ਹੈ। ਕੁੱਤੇ ਨੂੰ ਤੁਸੀਂ ਸੈਰ ਕਰਾਉਣ ਨਹੀਂ ਚੱਲੇ, ਤੁਸੀਂ ਪ੍ਰੈਕਟੀਕਲੀ ਦੇਖ ਲਓ, ਕੁੱਤਾ ਅੱਗੇ ਭੱਜ ਰਿਹਾ ਹੁੰਦਾ ਤੇ ਤੁਸੀਂ ਪਿੱਛੇ ਹੁੰਦੇ ਹੋ। ਕੁੱਤੇ ਦਾ ਜੀ ਕਰਦਾ ਕਿਤੇ ਬਾਥਰੂਮ ਜਾਣਾ, ਉੱਥੇ ਖੜ ਜੂ, ਤੁਹਾਨੂੰ ਵੀ ਖੜਨਾ ਪਊ। ਜੇ ਕਿਸੇ ਨੂੰ ਭੌਂਕਦਾ ਤੁਸੀਂ ਭੌਂਕਦੇ ਨਹੀਂ, ਉਹਦੀ ਗੱਲ ਚੁੱਪ ਕਰਕੇ ਸੁਣਦੇ ਹੋ। ਕਿਤੇ ਉਹ ਰੁਕ ਜਾਂਦਾ, ਘਾਹ ਦੀ ਮੂੰਹ ਮਾਰਦਾ, ਤਾਂ ਇਹਦਾ ਮਤਲਬ ਤੁਸੀਂ ਉਹਦੇ ਕੰਟਰੋਲ 'ਚੋਂ। ਪਰ ਜਦੋਂ ਤੁਸੀਂ ਵਾਪਸ ਆਉਣੇ ਹੋ, ਕੁੱਤਾ ਹਮੇਸ਼ਾ ਤੁਹਾਡੇ ਪਿੱਛੇ ਹੁੰਦਾ, ਤੁਸੀਂ ਖਿੱਚ ਕੇ ਲਿਆਉਣੇ, ਕੁੱਤਾ ਤੁਹਾਡੇ ਮੰਗ ਰਿਹਾ ਹੁੰਦਾ। ਇਸੇ ਤਰ੍ਹਾਂ ਹੀ ਮੇਰਾ ਆਪਣਾ ਵਿਸ਼ਵਾਸ ਹੈ ਕਿ ਮਨ ਨੂੰ ਕੰਟਰੋਲ ਕਰਨਾ ਜਿਹੜਾ, ਜਦੋਂ ਮਨ ਤੁਹਾਡੇ ਕੰਟਰੋਲ 'ਚ ਹੋ ਗਿਆ ਤੇ ਉਹ ਤੁਹਾਡਾ ਇੱਕ ਬਹੁਤ ਵਧੀਆ ਬੈਸਟ ਫਰੈਂਡ ਹੈ। ਪਰ ਕੁਐਸਚਨ ਇਹ ਹੈ ਕਿ ਮਨ ਨੂੰ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ? ਹਾਂਜੀ ਡਾਕਟਰ ਸਾਹਿਬ, ਬਿਲਕੁਲ ਸਹੀ ਕਿਹਾ। ਜਿਵੇਂ ਡਾਕਟਰ ਸਾਹਿਬ ਤੁਸੀਂ ਸੂਖਸ਼ਮ ਸਰੀਰ ਦੀ ਗੱਲ ਕੀਤੀ ਹੈ, ਜਿੱਦਾਂ ਸਾਡੇ ਜਿਹੜੇ ਪਹਿਲੇ ਗਾਈਡ ਹੋਏ, ਉਹਨਾਂ ਨੂੰ ਪਿਆਰ ਨਾਲ ਆਪਾਂ ਲਾਲਾ ਜੀ ਮਹਾਰਾਜ ਕਹਿੰਦੇ, ਉਹਨਾਂ ਦਾ 150th ਬਰਥ ਐਨੀਵਰਸਰੀ ਮਨਾਈ ਜਾਣੀ ਹੈ ਬਸੰਤ ਵਾਲੇ ਦਿਨ ਇੰਡੀਆ 'ਚ। ਤੇ ਇੰਡੀਅਨ ਗਵਰਨਮੈਂਟ ਇੱਕ 150 ਰੁਪੀਜ਼ ਦਾ ਕੋਇਨ ਵੀ ਲਾਂਚ ਕਰ ਰਹੀ ਹੈ ਉਹਨਾਂ ਦੇ ਓਨਰ ਦੇ ਵਿੱਚ। ਉਹਨਾਂ ਨੇ ਜਿਹੜੀ ਟਰਾਂਸਮਿਸ਼ਨ ਉਹ ਰੀਡਿਸਕਵਰ ਕੀਤੀ ਸੀ, ਜਿਹੜੀ ਟਰਾਂਸਮਿਸ਼ਨ ਹੁੰਦੀ ਕਿ ਯੋਗਿਕ એનર્ਜੀ। ਉਹ ਕਹਿੰਦੇ ਕਿ ਜਿਹੜੇ ਰਾਜਾ ਦਸ਼ਰਥ, ਰਾਜਾ ਜਨਕ ਦਾ ਜਿਹੜਾ ਜ਼ਮਾਨਾ ਹੋਇਆ, ਉਹਨਾਂ ਤੋਂ 72 ਜਨਰੇਸ਼ਨ ਪਹਿਲਾਂ ਟਰਾਂਸਮਿਸ਼ਨ ਦਾ ਯੂਜ਼ ਬੜਾ ਕਾਮਨ ਸੀਗਾ। ਉਦੋਂ ਤੱਕ ਹਿਊਮੈਨਿਟੀ ਦਾ ਲੈਵਲ ਬਹੁਤ ਵਧੀਆ ਸੀਗਾ। ਜਦੋਂ ਕਹਿੰਦੇ ਜਿਹੜੇ ਲਾਸਟ ਰਿਸ਼ੀ ਸੀ ਉਹ ਪਾਸ ਹੋਣ ਨਹੀਂ ਕਰ ਪਾਏ ਉਸ ਟੈਕਨੀਕ ਨੂੰ, ਫਿਰ ਲਾਲਾ ਜੀ ਮਹਾਰਾਜ ਨੇ ਰੀਡਿਸਕਵਰ ਕੀਤੀ ਸੀ। ਇਹ ਜਿਹੜੀ ਟਰਾਂਸਮਿਸ਼ਨ ਹੈ ਸਰ, ਉਹ ਹੈਲਪ ਕਰਦੀ ਹੈ ਸਾਨੂੰ ਮਨ ਨੂੰ ਅੰਦਰ ਜਾਣ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸੂਖਸ਼ਮ ਸਰੀਰ ਹੈ ਉਹਦੇ ਵਿੱਚ 4 ਚੀਜ਼ਾਂ ਹੁੰਦੀਆਂ, ਮਨ, ਬੁੱਧੀ, ਚਿੱਤ, ਅਹੰਕਾਰ। ਜਦੋਂ ਕਹਿੰਦੇ ਕਿ ਮਨ ਰੈਗੂਲੇਟ ਹੋਣਾ ਸ਼ੁਰੂ ਹੋ ਜਾਂਦਾ, ਅਸੀਂ ਥੋੜਾ ਨੀਵੇਂ ਆਪਣੇ ਆਪ ਨੂੰ ਹੰਬਲ ਸਮਝਣਾ ਸ਼ੁਰੂ ਕਰ ਦਿੰਦੇ ਆ, ਉਸੇ ਰੇਸ਼ੋ ਵਿੱਚ ਜਿਹੜੀ ਸਾਡੀ ਚੇਤਨਾ ਉਹ ਉੱਚੀ ਜਾਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਮਨ ਨੀਵਾਂ, ਮਤ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰਾ ਹੀ ਕਮਾਲ ਟਰਾਂਸਮਿਸ਼ਨ ਦਾ ਰਹਿੰਦਾ ਤੇ ਤੁਹਾਡੇ ਆਪਣੇ ਐਫਰਟ ਤੇ ਪਰਮਾਤਮਾ ਦੀ ਮਿਹਰ ਦਾ। ਹਾਂਜੀ, ਪਰ ਤੁਸੀਂ ਕੀ ਇਸ ਗੱਲ ਨੂੰ ਕਲੀਅਰ ਕਰੋਗੇ ਕਿ ਜਿਹੜਾ ਮਾਈਂਡ ਹੈ, ਕੀ ਇਹਨੂੰ ਅਸੀਂ ਆਪਾਂ ਫੋਰਸਫੁਲੀ ਮਤਲਬ ਕੰਟਰੋਲ 'ਚ ਕਰ ਸਕਦੇ ਹਾਂ ਕਿ ਇਹਨੂੰ ਪਿਆਰ ਨਾਲ ਕਰ ਸਕਦੇ ਹਾਂ? ਜੇ ਪਿਆਰ ਨਾਲ ਕਰ ਸਕਦੇ ਤਾਂ ਕਿਵੇਂ ਕਰ ਸਕਦੇ ਹਾਂ, ਕੋਈ ਐਗਜ਼ਾਮਪਲ ਨੂੰ? ਹਾਂਜੀ ਬਿਲਕੁਲ ਜੀ। ਕਦੀ ਮਨ ਨੂੰ ਕਹਿੰਦੇ ਕਿ ਆਪਾਂ ਫੋਰਸਫੁਲੀ ਕਾਬੂ ਕਰ ਹੀ ਨਹੀਂ ਸਕਦੇ, ਇਹਨੂੰ ਸਿਰਫ ਆਪਾਂ ਰੈਗੂਲੇਟ ਹੀ ਕਰ ਸਕਦੇ ਹਾਂ। ਉਹ ਰੈਗੂਲੇਟ ਕਰਨ ਦਾ ਤਰੀਕਾ ਬਹੁਤ ਹੀ ਸਿੰਪਲ ਹੈ, ਸਹਿਜ ਹੈ। ਜੇ ਸਾਡੇ ਗੁਰੂ ਮਹਾਰਾਜ ਕਹਿੰਦੇ ਕਿ ਜੇ ਤੁਹਾਡੇ ਫਰਸ਼ ਤੇ ਸੂਈ ਡਿੱਗ ਗਈ ਆ, ਤੁਸੀਂ ਉਹਨੂੰ ਚੁੱਕਣ ਲਈ ਕ੍ਰੇਨ ਨਹੀਂ ਬੁਲਾਓਗੇ, ਹੱਥ ਨਾਲ ਹੀ ਚੁੱਕ ਲੈਣੀ। ਪਰਮਾਤਮਾ ਨੂੰ ਪਾਣਾ ਵੀ ਇੰਨਾ ਹੀ ਸਿੰਪਲ ਹੈ, ਸੌਖਾ ਨਹੀਂ ਹੈ। ਆਪਾਂ ਲੋਕਾਂ ਨੇ ਸਾਡੇ ਅੰਦਰ ਆਪਣੀ ਕੰਪਲੈਕਸਿਟੀਜ਼ ਇੰਨੀ ਆ ਗਈਆਂ, ਕਮੀਆਂ ਇੰਨੀਆਂ ਆ ਗਈਆਂ, ਅਸੀਂ ਇੰਨੇ ਗਿਰ ਗਏ ਹਾਂ, ਸਾਨੂੰ ਔਖਾ ਲੱਗਦਾ। ਬਟ ਕਹਿੰਦੇ ਬੜਾ ਸਿੰਪਲ ਹੈ। ਤੇ ਉਹਨੂੰ ਪਾਣ ਲਈ ਜਦੋਂ ਮਨ ਨੂੰ ਰੈਗੂਲੇਟ ਕਰਨਾ, ਮਨ ਨੂੰ ਆਪਾਂ ਦਿਲ ਤੇ ਲੈ ਕੇ ਆਣਾ, ਦਿਲ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਪ੍ਰੈਜ਼ੈਂਸ ਆ ਉਹਦੇ ਤੇ ਲੈ ਕੇ ਆਣਾ, ਜਿਹਨੂੰ ਆਪਾਂ ਲਿਵਿੰਗ ਫੋਰਸ ਕਹਿ ਲਓ, ਰੂਹ ਕਹਿ ਲਓ, ਉਸ ਪਰਮਾਤਮਾ ਦਾ ਅੰਸ਼ ਕਹਿ ਲਓ। ਮਨ ਨੂੰ ਉੱਥੇ ਟਿਕਾਣਾ। ਜਦੋਂ ਆਪਾਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ, ਉਹ ਨਹੀਂ ਟਿਕਦਾ, ਕਿਉਂਕਿ ਸਾਡਾ ਦਿਲ ਪੂਰਾ ਕਰਪਟ ਹੋਇਆ ਪਿਆ ਕਹਿ ਸਕਦੇ, ਕਿਉਂਕਿ ਇੱਛਾਵਾਂ ਬੜੀਆਂ, ਕਮੀਆਂ ਬੜੀਆਂ। ਜਿਹੜੀ ਟਰਾਂਸਮਿਸ਼ਨ ਆ ਉਹ ਸਾਨੂੰ ਹੈਲਪ ਕਰਦੀ ਆ ਉਹ ਚੀਜ਼ਾਂ ਤੋਂ, ਉਹਨਾਂ ਚੀਜ਼ਾਂ ਦੀ ਸਫਾਈ ਕਰਨ ਦੀ। ਫਿਰ ਮਨ ਹੌਲੀ ਹੌਲੀ ਸਾਡਾ ਅੰਦਰ ਜਾਣਾ ਸ਼ੁਰੂ ਹੋ ਜਾਂਦਾ। ਇਹ ਰਿਐਕਸ਼ਨ ਨਹੀਂ ਹੈ, ਪ੍ਰੋਸੈਸ ਹੈ, ਟਾਈਮ ਲੱਗਦਾ। ਬਟ ਮੋਸਟਲੀ ਲੋਕਾਂ ਨੇ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ, ਹਾਰਟਫੁਲਨੈਸ ਮੈਡੀਟੇਸ਼ਨ ਟਰਾਂਸਮਿਸ਼ਨ ਦੇ ਨਾਲ, ਸਾਰਿਆਂ ਨੂੰ ਬੜਾ ਪੀਸ, ਮਤਲਬ ਸਾਰਿਆਂ ਨੂੰ ਫਰਕ ਪਤਾ ਲੱਗਾ ਕਿ ਕੁਝ એનર્ਜੀ ਆਈ ਜਿਹਨੇ ਸਾਨੂੰ ਕਿ ਅਸੀਂ ਆਪਣੀਆਂ ਸੈਂਸਿਸ ਤੋਂ ਅੰਦਰ ਗਏ ਤੇ ਸਾਨੂੰ ਕੁਝ ਮਹਿਸੂਸ ਹੋਇਆ, ਜਿਹਨੇ ਕਿ ਸਾਨੂੰ ਥੋੜੀ ਸ਼ਾਂਤੀ ਕੁਝ ਟਾਈਮ ਲਈ ਮਹਿਸੂਸ ਹੋਈ। ਬਟ ਸਾਡਾ ਗੋਲ ਹੈਗਾ ਕਿ ਉਹ ਸ਼ਾਂਤੀ ਪਰਮਾਨੈਂਟ ਬਣੀ ਰਹੇ, ਮਨ ਸ਼ਾਂਤ ਰਹੇਗਾ ਤੇ ਅਸੀਂ ਪਰਮਾਤਮਾ ਵੱਲ ਹੋਰ ਤੇਜ਼ ਸਪੀਡ ਨਾਲ ਵਧਾਂਗੇ ਤੇ ਆਪਣਾ ਜਿਹੜਾ ਮਨੁੱਖੀ ਜੀਵਨ ਦਾ ਗੋਲ ਹੈ ਉਹਨੂੰ ਆਪਾਂ ਪ੍ਰਾਪਤ ਕਰ ਲਈਏ ਇਸੇ ਜਨਮ ਦੇ ਵਿੱਚ। ਹਾਂਜੀ, ਮੈਂ ਜਿਹੜੀ ਗੱਲ ਤੁਹਾਡੀ ਗੱਲ ਅੰਡਰਸਟੈਂਡ ਕੀਤੀ ਹੈ ਵੀ ਆਪਾਂ ਪਰਮਾਨੈਂਟ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ, ਤੇ ਉਹਨੂੰ ਸਿੰਪਲ ਤਰੀਕੇ ਨਾਲ ਦੱਸੀਏ ਵੀ ਜਿਸ ਤਰ੍ਹਾਂ ਇੱਕ ਜਿਹੜਾ ਬਦਮਾਸ਼ ਹੈ, ਜੇ ਡਾਕੂ ਹੈ ਜਾਂ ਚੋਰ ਹੈ, ਉਹਨੂੰ ਆਪਾਂ ਲੋਕਾਂ ਨੂੰ ਤੰਗ ਕਰਦਾ, ਆਪਾਂ ਉਹਨੂੰ ਪੁਲਿਸ ਦੇ ਹਵਾਲੇ ਕਰਿਆ ਆਉਂਦੇ ਹਾਂ, ਪੁਲਿਸ ਉਹਨੂੰ ਕੁੱਟਦੀ ਮਾਰਦੀ ਹੈ, ਤੇ ਜਿੰਨਾ ਚਿਰ ਉਹ ਪੁਲਿਸ ਆਪਣੀ ਕਸਟਡੀ 'ਚ ਰੱਖਦੀ ਹੈ ਅਸੀਂ ਖੁਸ਼ ਹੁੰਦੇ ਹਾਂ ਵੀ ਇਹ ਸਾਡੇ ਕੁਝ ਨਹੀਂ ਕਰਦਾ, ਤੇ ਜਿੱਦਣ ਹੀ ਪੁਲਿਸ ਛੱਡ ਦਿੰਦੀ ਹੈ ਉਦਣ ਹੀ ਆ ਕੇ ਉਹ ਫਿਰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਜਾਂ ਇਹਦੀ ਆਪਾਂ ਐਗਜ਼ਾਮਪਲ ਦੇ ਸੱਪ ਦੀ ਐਗਜ਼ਾਮਪਲ, ਸਨੇਕ ਦੀ ਦੇ ਸਕਦੇ ਹਾਂ ਕਿ ਉਹਨੂੰ ਟੋਕਰੀ 'ਚ ਬੰਦ ਕਰਤਾ, ਤੇ ਉਹ ਜਿੰਨਾ ਚਿਰ ਟੋਕਰੀ 'ਚ ਬੰਦ ਹੈ ਤੇ ਅਸੀਂ ਉਹਦੀ ਜ਼ਹਿਰ ਤੋਂ, ਉਹਦੇ ਡੰਗ ਤੋਂ ਬਚੇ ਰਹਿੰਦੇ ਹਾਂ, ਪਰ ਜਦੋਂ ਹੀ ਖੁੱਲ੍ਹਦਾ ਸਾਨੂੰ ਡੰਗ ਮਾਰਦਾ। ਪਰ ਜੇ ਅਸੀਂ ਉਹਦੀ ਜ਼ਹਿਰ ਕੱਢ ਦਈਏ
ਤੇ ਫਿਰ ਜੇ ਗਲ ਚ ਪਾਈ ਫਿਰੋ ਜਿਵੇਂ ਸ਼ਿਵਜੀ ਭਗਵਾਨ ਪਾਈ ਫਿਰਦੇ, ਫਿਰ ਸਾਡੇ ਤੇ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਮੇਰਾ, ਜੋ ਮੈਂ ਅੰਡਰਸਟੈਂਡ ਕਰਦਾ ਕਿ ਮਨ ਨੂੰ ਕੰਟਰੋਲ ਕਰਨ ਦੇ ਲਈ ਉਸ ਨੂੰ ਉਸ ਤੋਂ ਜਿਹੜੀ ਵੱਧ, ਕਿਉਂਕਿ ਮਨ ਜਿਹੜਾ ਲੱਜਤ ਦਾ ਆਸ਼ਕ ਹੈ। ਜਿੰਨੀਆਂ ਵੀ ਸਾਡੀਆਂ ਸੈਂਸ ਆਰਗਨ ਜਿਹੜੀਆਂ ਅੱਖਾਂ ਨੇ, ਅੱਖਾਂ ਸਾਡੀਆਂ ਹਮੇਸ਼ਾ ਦੇਖਦੀਆਂ। ਜੇ ਸਾਨੂੰ ਜਿਹੜੀ ਚੀਜ਼ ਨੂੰ ਅਸੀਂ ਦੇਖ ਰਹੇ ਹਾਂ, ਫਰਕ ਅਸੀਂ ਕੋਈ ਮੂਵੀ ਦੇਖ ਰਹੇ ਹਾਂ, ਉਸ ਤੋਂ ਕੋਈ ਵਧੀਆ ਚੀਜ਼ ਦਿਸ ਗਈ, ਅਸੀਂ ਫਟ ਉੱਧਰ ਧਿਆਨ ਛੱਡ ਕੇ ਦੂਜੇ ਪਾਸੇ ਕਰ ਲੈਂਦੇ ਹਾਂ। ਇਸ ਤਰ੍ਹਾਂ ਜਿਹੜੀ ਸਾਡੀ ਜੀਭ ਹੈ, ਟੇਸਟ ਹੈ, ਜਦੋਂ ਅਸੀਂ ਕਿਤੇ ਵਿਆਹ ਦੇ ਵਿੱਚ ਜਾਂਦੇ ਹਾਂ, ਜੇ ਅਸੀਂ ਫਰਕ ਸਮੋਸੇ ਖਾ ਰਹੇ ਹਾਂ, ਸਾਨੂੰ ਕੋਈ ਗੁਲਾਬ ਜਾਮਨ ਦੇ, ਅਸੀਂ ਸਮੋਸੇ ਕਿੰਨੇ ਧਿਆਨ ਹਟਾ ਕੇ ਗੁਲਾਬ ਜਾਮਨ ਨਹੀਂ ਕਹਿੰਦੇ ਹਾਂ। ਸੋ ਕਹਿਣ ਦਾ ਮੇਰਾ ਪਰਪਸ ਹੈ ਕਿ ਮਨ ਹਮੇਸ਼ਾ ਲੱਜਤ ਦਾ ਆਸ਼ਕ ਹੈ, ਹਮੇਸ਼ਾ ਵਧੀਆ ਤੋਂ ਵਧੀਆ ਕੋਸ਼ਿਸ਼ ਕਰਦਾ। ਪਰ ਜੇ ਜਿਵੇਂ ਇਹਦੀ ਜਿਹੜੀ ਫਿਦਰਤ ਹੈ, ਜਿਹੜਾ ਇਹਦਾ ਨੇਚਰ ਹੈ ਕਿ ਵਧੀਆ ਚੀਜ਼ ਦਾ ਆਸ਼ਕ ਹੈ, ਜੇ ਮਨ ਦੀ ਜਿਹੜੀ ਫਿਦਰਤ ਹੈ, ਜੇ ਉਹਨੂੰ ਸਮਝ ਲਈਏ ਅਸੀਂ, ਉਹਨੂੰ ਉਹਦੇ ਤੋਂ ਵਧੀਆ ਚੀਜ਼ ਦੇ ਦਈਏ, ਤਾਂ ਉਹ ਫਿਰ ਪੁਰਾਣੀ ਦਾ ਸਾਥ ਛੱਡ ਦਿੰਦਾ। ਵਧੀਆ ਚੀਜ਼ ਕੀ ਆ ਕਿ ਮਨ ਨੂੰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਅੰਦਰ ਜੋੜਦੇ ਹਾਂ, ਉਹਨੂੰ ਅੰਦਰੋਂ ਜਿਹੜੀ ਹੈ ਕਨਸੈਂਟਰੇਟ ਕਰਦੇ ਹਾਂ, ਥਰਡ ਆਈ ਤੇ ਲੈ ਕੇ ਆਉਣੀ, ਆਪਣੇ ਰੂਹ ਦੇ ਦੁਆਰ ਖਾਲੀ ਕਰਦੇ ਹਾਂ, ਤਾਂ ਉਹਨੂੰ ਉਹ ਲੱਜਤ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹਨੂੰ ਲੱਜਤ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹ ਬਾਹਰਲੇ ਜਿਹੜੇ ਨੇ, ਉਹ ਬਾਹਰਲੀਆਂ ਚੀਜ਼ਾਂ 'ਚ ਉਹ ਡਿਟੈਚ ਹੋ ਜਾਂਦਾ। ਜਿਸ ਤਰ੍ਹਾਂ ਕਿ ਬੁੱਲੇ ਸ਼ਾਹ ਨੇ ਕਿਹਾ ਸੀਗਾ ਕਿ ਉਹਨੂੰ ਪੁੱਛਿਆ ਸੀ ਕੁਐਸਚਨ ਕਿ ਰੱਬ ਦਾ ਕੀ ਪਾਉਣਾ, ਬੁੱਲੇ ਨੇ ਕਿਹਾ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰਸੈਲਫ ਫਰਮ ਦ ਵਰਲਡਲੀ ਥਿੰਗਸ ਐਂਡ ਅਟੈਚ ਵਿਦਿਨ। ਤੇ ਉਹ ਜਿਹੜੀ ਆ ਕੋਸ਼ਿਸ਼ ਹੁੰਦੀ ਹੈ, ਉਹ ਮੈਡੀਟੇਸ਼ਨ ਦੇ ਨਾਲ ਹੁੰਦੀ ਹੈ। ਮੈਡੀਟੇਸ਼ਨ ਜਿਹੜੇ ਸਾਨੂੰ ਜਿਹੜਾ ਵੀ ਪਰਫੈਕਟ ਮਾਸਟਰ ਹੈ, ਜਿਹਨੇ ਅੰਦਰ ਪ੍ਰੈਕਟੀਕਲ ਕੀਤਾ, ਮੈਂ ਬਾਰ-ਬਾਰ ਪਰਫੈਕਟ ਕਹਿਣਾ ਕਿਉਂਕਿ ਦੁਨੀਆ ਦਾ ਸੰਤਾਂ ਮਹਾਤਮਾ ਨਾਲ ਭਰੀ ਵੀ ਹੈ, ਹਰੇਕ ਬੰਦਾ ਆਪਣੀ ਦੁਕਾਨਦਾਰੀ ਚਲਾਉਂਦਾ, ਡੇਰੇ ਚਲਾ ਰਹੇ ਨੇ ਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਪਰ ਜੇ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਜਿਹੜਾ ਵੀ ਹੈ, ਜਿਹੜਾ ਮਿਹਨਤ ਖੁਦ ਕਰਦਾ ਤੇ ਉਹ ਲੋਕਾਂ ਨੂੰ ਗਾਈਡ ਕਰਦਾ, ਤਾਂ ਹੀ ਉਹ ਤਰੱਕੀ ਹੋਊਗੀ। ਨਹੀਂ ਤਾਂ ਬੰਦੇ ਆਰਗੇਨਾਈਜੇਸ਼ਨ ਦੇ ਵਿੱਚ ਲੱਗੇ ਹੋਏ। ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਇੱਕ ਗੱਲ ਜਿਵੇਂ ਤੁਸੀਂ ਕਹੀ, ਹਰੇਕ ਆਰਗੇਨਾਈਜੇਸ਼ਨ ਦਾ ਆਪਣਾ ਰਹਿੰਦਾ। ਕਈ ਲੋਕੀ ਥਰਡ ਆਈ ਤੇ ਮੈਡੀਟੇਟ ਕਰਦੇ ਆ ਨਾ, ਕਈ ਨਾਭੀ ਪੁਆਇੰਟ ਤੇ ਮੈਡੀਟੇਟ ਕਰਦੇ ਆ। ਹਾਰਟਫੁਲਨੈਸ 'ਚ ਅਸੀਂ ਕੋਸ਼ਿਸ਼ ਕਰੀ ਦੀ ਉੱਥੇ ਮੈਡੀਟੇਟ ਕਰੀਏ ਜਿੱਥੇ ਪਰਮਾਤਮਾ ਵਾਸ ਕਰਦਾ। ਅਸੀਂ ਇਸ ਕਰਕੇ ਧਿਆਨ ਹਾਰਟ ਤੇ ਲਗਾਈਦਾ। ਤੇ ਉਹ ਹਾਰਟ ਵੀ ਸਰ ਸਾਡਾ ਕਿ ਅਗਰ ਅਸੀਂ ਥੋੜਾ ਅਨਾਟੋਮਿਕਲੀ ਚਲੀਏ, ਸਪਿਰਿਚੁਅਲ ਅਨਾਟੋਮੀ ਦੇ ਵਿੱਚ, ਆਪਾਂ ਇਹਨੂੰ ਹਾਰਟ ਰੀਜਨ ਕਹਿ ਦਿੰਦੇ ਆ ਆਪਣੇ ਏਰੀਆ ਨੂੰ। ਇਹਦੇ 'ਚ ਸਾਡੇ ਨਾ 5 ਪੁਆਇੰਟ ਹੁੰਦੇ ਨੇ। ਪਹਿਲੇ ਨੂੰ ਆਪਾਂ ਹਾਰਟ ਚੱਕਰਾ ਕਹਿ ਦਿੰਦੇ, ਦੂਸਰੇ ਨੂੰ ਆਤਮਾ, ਫਿਰ ਵਾਟਰ ਪੁਆਇੰਟ ਹੈ, ਫਾਇਰ ਪੁਆਇੰਟ ਹੈ, ਫਿਰ 에ਅਰ ਪੁਆਇੰਟ ਹੈ। ਬੇਸਿਕਲੀ ਇਹ ਹੁੰਦਾ ਕਿ ਆਪਾਂ ਇਹਨਾਂ ਦੀ ਮਾਸਟਰੀ ਕਰਨੀ ਆ, ਔਰ ਸਾਰੇ ਹੀ ਪੁਆਇੰਟ ਹਾਰਟ ਦੇ ਨਾਲ ਕਨੈਕਟਡ ਰਹਿੰਦੇ ਨੇ। ਇਸ ਕਰਕੇ ਰਿਕਮੈਂਡੇਸ਼ਨ ਰਹਿੰਦੀ ਹੈ ਕਿ ਹਾਰਟ ਤੇ ਹੀ ਮੈਡੀਟੇਸ਼ਨ ਕਰੀਏ। ਔਰ ਜਦੋਂ ਆਪਾਂ ਤੁਸੀਂ ਮੰਨ ਲਓ ਮੈਂ ਧਿਆਨ ਕਰਦਾ ਬਿਨਾਂ ਟਰਾਂਸਮਿਸ਼ਨ ਤੋਂ, ਮਤਲਬ ਮੇਰਾ ਮਨ ਟਿਕਦਾ ਹੀ ਨਹੀਂ, ਇੱਧਰ ਉੱਧਰ ਘੁੰਮਦਾ ਫਿਰਦਾ ਹੀ ਰਹਿੰਦਾ, ਕਿ ਫਿਰ ਲੱਗਦਾ ਕਿ ਮੇਰੇ ਕੋਲ ਹੋਣਾ ਨਹੀਂ, ਆਪਾਂ ਛੱਡ ਦੇਈਦਾ। ਬਟ ਜਦੋਂ ਟਰਾਂਸਮਿਸ਼ਨ ਕਰੀਦਾ, ਉਹ ਕੀ ਕਰਦੀ ਕਿ ਰੂਹ ਨੂੰ ਖੁਰਾਕ ਦਿੰਦੀ। ਮਤਲਬ ਜਿੱਦਾਂ ਹੁਣ ਜੀਂਦੇ ਤੇ ਮਰੇ ਬੰਦੇ 'ਚ ਕੀ ਫਰਕ ਹੈ ਕਿ ਇੱਕ 'ਚ ਰੂਹ ਹੈਗੀ ਹੈ ਜਾਂ ਲਿਵਿੰਗ ਫੋਰਸ ਹੈਗਾ, ਇੱਕ 'ਚ ਨਹੀਂ ਹੈਗਾ। ਬਟ ਸਾਡੇ 'ਚ ਜਿਹੜਾ ਲਿਵਿੰਗ ਫੋਰਸ ਹੈਗਾ ਵੀ ਹੈ ਨਾ, ਉਹ ਵੀ ਡੋਰਮੈਂਟ ਸਟੇਜ 'ਚ ਆ, ਕਿਉਂਕਿ ਆਪਾਂ ਉਹਨੂੰ ਸੁਣਨਾ ਹੀ ਬੰਦ ਕਰ ਦਿੱਤਾ। ਤੇ ਉਹ ਕਹਿੰਦੇ ਹੁਣ ਸੁਣਦਾ ਹੀ ਨਹੀਂ ਹੈ, ਤੇ ਫਿਰ ਉਹ ਮਤਲਬ ਸਾਨੂੰ ਡਰਾਈਵ ਨਹੀਂ ਕਰਦੇ, ਸਾਡਾ ਮਨ ਹੀ ਡਰਾਈਵ ਕਰ ਰਿਹਾ। ਬਟ ਜਦੋਂ ਆਪਾਂ ਮੈਡੀਟੇਸ਼ਨ ਕਰੀ ਦੀ ਹੈ, ਡੇਲੀ ਪ੍ਰੈਕਟਿਸ ਕਰੀ ਦੀ, ਇਹ ਨਹੀਂ ਕਿ ਇੱਕ ਦਿਨ 'ਚ ਆ ਜਾਣਾ, ਡੇਲੀ ਆਪਣੇ ਆਪ ਨੂੰ ਤਪ ਕਰਨਾ ਪੈਂਦਾ। ਹੌਲੀ ਹੌਲੀ ਚੀਜ਼ਾਂ ਸਟ੍ਰੀਮਲਾਈਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੋਣੀਆਂ ਅੰਦਰ ਹੀ। ਹਾਂ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਜੋ ਕੁਝ ਵੀ ਹੈ ਉਹ ਸਾਡੇ ਅੰਦਰ ਹੀ ਹੈ ਨਾ। ਸੋ ਜਿਹੜੇ ਬੰਦੇ ਕੋਸ਼ਿਸ਼ ਜਿਹੜੀ ਖੁਸ਼ੀ ਲੈਂਦੇ ਨੇ, ਜਿਹੜੀ ਪ੍ਰੈਕਟੀਕਲ ਦੁਨੀਆ ਦੇ ਵਿੱਚ ਕੀ ਹੈ, ਜਿਹੜੀ ਖੁਸ਼ੀ ਹਰੇਕ ਲੱਭਣੀ ਚਾਹੁੰਦਾ ਵੀ ਮੈਨੂੰ ਖੁਸ਼ੀ ਹੋਵੇ, ਉਹ ਖੁਸ਼ੀ ਕੁਝ ਬੰਦੇ ਪੈਸੇ ਦੇ ਮਗਰ ਭੱਜਦੇ ਨੇ, ਕੁਝ ਬੰਦੇ ਪਾਵਰ ਦੇ ਮਗਰ ਭੱਜਦੇ ਨੇ ਕਿ ਮੈਂ ਬਹੁਤ ਵੱਡਾ ਪਾਵਰਫੁਲ ਬਣ ਗਿਆ, ਕੋਈ MLA ਬਣ ਗਿਆ, MP ਬਣ ਗਿਆ, ਮਿਨਿਸਟਰ ਬਣ ਗਿਆ, ਚੀਫ ਮਿਨਿਸਟਰ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ, ਤੇ ਜਾਂ ਕੋਈ ਸ਼ਰਾਬਾਂ ਕਬਾਬਾਂ ਦੇ ਵਿੱਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੋਰ ਵੀ ਬੜੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਅੱਜ ਤੱਕ ਕਿਸੇ ਨੂੰ ਖੁਸ਼ੀ ਨਹੀਂ ਮਿਲੀ। ਤੇ ਉਹ ਸ਼ਰਾਬੀ ਹੈ, ਰਾਤ ਨੂੰ ਜਦੋਂ ਭੰਗੜੇ ਪਾਉਂਦਾ ਜ਼ੋਰ ਜ਼ੋਰ ਦੀ, ਉਹ ਕਹਿੰਦਾ ਮੈਂ ਤਾਂ ਖੁਸ਼ ਵੀ ਬਹੁਤ ਹਾਂ, ਸਵੇਰੇ ਦੇਖੋ ਵੋਮਟਿੰਗ ਕਰ ਰਿਹਾ ਹੁੰਦਾ। ਇਸ ਤਰ੍ਹਾਂ ਪਾਵਰ ਆ, ਜਿਹੜੇ ਕਿਸੇ ਵੀ ਪਾਵਰ ਵਾਲ ਨੂੰ ਪੁੱਛ ਕੇ ਦੇਖ ਲਓ, ਉਹਨਾਂ ਦਾ ਹਾਲ ਦੇਖ ਲਓ ਕੀ ਹੁੰਦਾ ਬਾਅਦ ਦੇ ਵਿੱਚ। ਜਿੰਨਾ ਚਿਰ ਪਾਵਰ ਰਹਿੰਦੀ ਆ, ਉਹ ਧਰਤੀ ਤੇ ਉਹਨਾਂ ਦੇ ਪੈਰ ਨਹੀਂ ਟਿਕਦੇ, ਪਰ ਅਖੀਰ ਦੇ ਵਿੱਚ ਕੋਈ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ, ਕੋਈ ਕਿਸੇ ਦਾ ਸ਼ਿਕਾਰ ਹੋ ਜਾਂਦਾ। ਐਸੀ ਤਰ੍ਹਾਂ ਪੈਸੇ ਨਾਲ ਵੱਡੇ ਵੱਡੇ ਸੇਠ ਦੇਖੇ ਨੇ। ਸਿਕੰਦਰ ਦੀ ਐਗਜ਼ਾਮਪਲ ਹੁੰਦੀ ਹੈ, ਉਹਨੇ ਹੱਥ ਬਾਹਰ ਕੱਢਿਆ ਸੀ ਵੀ ਮੇਰੀ ਸਾਰੀ ਦੁਨੀਆ ਨੂੰ ਦੱਸ ਦਿਓ ਵੀ ਮੈਂ ਸਾਰੀ ਦੁਨੀਆ ਨੂੰ ਕਾਬੂ ਕੀਤਾ, ਮੈਂ ਖਾਲੀ ਹੱਥੀ ਜਾ ਰਿਹਾ। ਸੋ ਇਹ ਗੱਲ ਤਾਂ ਆਪਣੀ ਪੱਕੀ ਆ ਕਿ ਜਿਹੜੀ ਖੁਸ਼ੀ ਲੱਭਣੀ ਹੈ ਉਹ ਹਮੇਸ਼ਾ ਅੰਦਰੋਂ ਲੱਭੂਗੀ, ਕਿਉਂਕਿ ਪੈਸੇ ਦੇ ਨਾਲ ਹੈ ਨਾ, ਪੈਸੇ ਦੇ ਨਾਲ ਧਰਤੀ ਤਾਂ ਮਿਲ ਸਕਦੀ ਹੈ ਪਰ ਅਸਮਾਨ ਖਰੀਦਿਆ ਨਹੀਂ ਜਾਂਦਾ। ਠੀਕ ਹੈ, ਪੈਸੇ ਨਾਲ ਬਿਸਤਰ ਮਿਲ ਸਕਦਾ ਪਰ ਆਰਾਮ ਨਹੀਂ ਖਰੀਦਿਆ ਜਾ ਸਕਦਾ। ਪੈਸੇ ਨਾਲ ਪੁਸਤਕ ਮਿਲ ਸਕਦੀ ਹੈ ਪਰ ਗਿਆਨ ਖਰੀਦਿਆ ਨਹੀਂ ਜਾ ਸਕਦਾ। ਪੈਸੇ ਨਾਲ ਮੰਦਰ ਮਸਜਿਦ ਬਣ ਸਕਦੇ ਨੇ ਪਰ ਭਗਵਾਨ ਖਰੀਦਿਆ ਨਹੀਂ ਜਾ ਸਕਦਾ। ਸੋ ਪੈਸੇ ਨਾਲ ਤਾਂ ਕੁਝ ਨਹੀਂ ਹੁੰਦਾ, ਪੈਸੇ ਤਾਂ ਵੱਡੇ ਵੱਡੇ ਸੇਠ ਆ ਗਏ, ਪਰ ਇਹ ਤਾਂ ਫ੍ਰੀ ਦਾ ਸੌਦਾ ਹੈ। ਫ੍ਰੀ ਦਾ ਸੌਦਾ ਹੈ ਕਿ ਤੁਹਾਨੂੰ ਸਿਰਫ ਟਾਈਮ ਦੇਣਾ ਪੈਂਦਾ ਹੈ, ਪ੍ਰਾਇਓਰਟੀ ਦੇਣੀ ਪੈਂਦੀ ਹੈ। ਦੇਖੋ ਜੇ ਆਪਾਂ ਹੁਣ ਚੁਗਲੀਆਂ ਕਰੀਏ, ਜੇ ਚੁਗਲੀਆਂ ਦਾ 3 ਘੰਟੇ ਆਪਾਂ ਨੂੰ ਨੀਂਦ ਹੀ ਨਹੀਂ ਆਉਂਦੀ,
ਤੇ ਜਦੋਂ ਮੈਡੀਟੇਸ਼ਨ ਤੇ ਬੈਠੀਏ ਤਾਂ ਆਪਾਂ ਫਟ ਘੜੀ ਦੇਖਦੇ ਹਾਂ ਵੀ ਇਹਦਾ ਹਲੇ 5 ਮਿੰਟ ਹੀ ਹੋਏ ਨੇ, ਕਿਉਂਕਿ ਉਹਦਾ ਸਵਾਦ ਸਾਨੂੰ ਪਿਆ, ਨਿੰਦਿਆ ਚੁਗਲੀ ਦਾ ਸਵਾਦ ਪਿਆ। ਜਿਹੜੀ ਜਿੱਥੋਂ ਸਾਨੂੰ ਫਾਇਦਾ ਮਿਲਣਾ ਹੈ ਉਧਰ ਸਾਨੂੰ, ਕਿਉਂਕਿ ਫਾਇਦਾ ਅਸੀਂ ਲੈਣਾ ਨਹੀਂ ਚਾਹੁੰਦੇ, ਗੱਲਾਂ ਬਾਤਾਂ ਹੀ ਚਾਹੀਏ। ਸਾਡਾ ਕੰਮ ਮੇਰੇ ਖਿਆਲ 'ਚ ਇਹ ਆ ਵੀ ਅਸੀਂ ਕਿਸੇ ਵੀ, ਚਾਹੇ ਉਹ ਤੁਹਾਡੇ ਗੁਰੂ ਨੇ ਜਾਂ ਕੋਈ ਹੋਰ ਵੀ ਨੇ, ਅਸੀਂ ਕਹਿੰਦੇ ਆ, ਅਸੀਂ ਉਹਨਾਂ ਦੀਆਂ ਗੱਲਾਂ ਮੰਨਦੇ ਆ, ਪਰ ਵਿਸ਼ਵਾਸ ਨਹੀਂ ਕਰਦੇ। ਵਿਸ਼ਵਾਸ ਕਿਉਂ ਨਹੀਂ ਕਰਦੇ? ਜੇ ਮੰਨਣਾ ਤੇ ਵਿਸ਼ਵਾਸ ਕਰਨ ਨੂੰ ਥੋੜੀ ਗੱਲ ਸਮਝ ਨਹੀਂ ਹੋਵੇ। ਮੈਂ ਕਈ ਵਾਰੀ ਐਗਜ਼ਾਮਪਲ ਅੱਜ ਤੋਂ ਪਹਿਲਾਂ ਦਿੱਤੀ ਹੈ ਕਿ ਤੁਸੀਂ ਬੇਸ਼ੱਕ ਗੂਗਲ ਤੇ ਜਾ ਕੇ ਦੇਖ ਲੈਣਾ, ਜੇ ਮੈਂ ਗਲਤ ਨਾ, ਉਹਨਾਂ ਦਾ ਨਾਮ ਸੀਗਾ ਮੁਸਤਫਾ ਡੇਂਜਰ, ਹਾਂਜੀ ਮੁਸਤਫਾ ਡੇਂਜਰ ਸੀ। ਮੈਂ ਖੁਦ ਉਹ ਦੇਖਿਆ ਟੀਵੀ ਤੇ, ਕਿਉਂਕਿ ਜੋ ਮੈਂ ਦੇਖਦਾ ਉਹੀ ਕਰਦਾ। ਉਹਨਾਂ ਨੇ ਇੱਕ ਵਾਰ ਇੱਕ ਹੋਟਲ ਤੋਂ, ਮੈਨੂੰ ਨਾਂ ਨਹੀਂ ਪਤਾ ਕਿਹੜੇ ਦੇਸ਼ ਸੀਗਾ ਮੈਂ, ਕਿਉਂਕਿ ਪਿੱਛੇ ਜੀ ਹੈ 10 ਸਾਲ ਪਹਿਲਾਂ ਲਾਈਵ ਆ ਰਹੇ ਸੀਗੇ, ਇੱਕ ਹੋਟਲ ਦੀ ਟੌਪ ਦੀ ਛੱਤ ਜਿਹੜੀ ਕਿ 200 ਫੁੱਟ ਉੱਚੀ ਸੀਗੀ, ਉਹ ਤੋਂ ਤੇ ਦੂਜੀ ਪਹਾੜੀ ਤੇ ਉਹਨਾਂ ਨੇ ਹਾਰਡ ਰੋਪ ਰੱਸਾ ਬੰਨਿਆ ਤੇ ਉਹਦੇ ਉੱਤੇ ਮੋਟਰਸਾਈਕਲ ਚਲਾਇਆ। ਉੱਥੇ ਉਹ ਗਿਨੀਜ਼ ਬੁੱਕ ਦੇ ਵਿੱਚ ਆਇਆ। ਉੱਥੇ ਸਾਰਾ ਅਸੀਂ ਲਾਈਵ ਦੇਖ ਰਹੇ ਸੀ, ਅਸੀਂ ਤਾਂ ਇੱਥੇ ਹੀ ਦੇਖਿਆ ਕੈਨੇਡਾ ਦੇ ਵਿੱਚ। ਜਦੋਂ ਉੱਤਰ ਕੇ ਆ ਕੇ ਲੋਕਾਂ ਨੇ ਆਫਕੋਰਸ ਤਾੜੀਆਂ ਮਾਰੀਆਂ, ਵੈਲਕਮ ਕੀਤਾ ਉਹਨਾਂ ਦਾ। ਪ੍ਰੈਸ ਸੀਗੇ, ਪ੍ਰੈਸ ਵਾਲਿਆਂ ਨੇ ਕੁਐਸਚਨ ਕੀਤੇ, ਉਹਨਾਂ ਨੇ ਜੋ ਕੁਐਸਚਨ ਪੁੱਛੇ ਵੀ ਕਿੰਨੀ ਚਿਰ ਹੋ ਗਏ ਪ੍ਰੈਸ ਕਰ ਤੁਹਾਨੂੰ ਪ੍ਰੈਕਟਿਸ ਕਰਦੇ ਨੂੰ, ਲਾਈਕ ਦਿਸ ਐਂਡ ਦੈਟ। ਫਿਰ ਉਹ ਵੀ ਬੰਦਾ ਬੜਾ ਜੌਲੀ ਸੀਗਾ, ਜਿਹੜੀ ਮੈਂ ਉਹਦੇ ਕੰਮ ਦੀ ਗੱਲ ਫੜੀ, ਉਹਨੇ ਕਿਹਾ ਵੀ ਮੈਨੂੰ ਅੱਜ ਵੀ ਯਾਦ ਆ, ਉਹ ਕਹਿੰਦਾ ਸਾਰਿਆਂ ਨੂੰ, ਕਹਿੰਦਾ ਤੁਸੀਂ ਹੁਣ ਧਿਆਨ ਨਾਲ ਦੇਖੋ, ਕੋਈ ਬਲੈਕ ਮੈਜਿਕ ਤਾਂ ਨਹੀਂ ਸੀ ਵੀ ਇੱਥੋਂ ਛਾਲ ਮਾਰੀ ਹੋਵੇ ਤੁਹਾਡੀ, ਮੈਂ ਅੱਖ ਉਧਰ ਨੂੰ ਕਰਤੀ ਹੋਵੇ, ਜਾਂ ਤੁਸੀਂ ਦੇਖਿਆ ਵੀ ਕੋਈ, ਮੈਂ ਸਿਰਫ ਪ੍ਰੈਕਟਿਸ ਕੀਤੀ ਹੈ, ਪ੍ਰੈਕਟਿਸ ਕਰਕੇ ਮੈਨੂੰ ਫਾਇਦਾ ਹੋਇਆ। ਤੇ ਉਹ ਕਹਿੰਦੇ ਹਾਂ ਕੋਈ ਜਾਦੂ ਨਹੀਂ ਸੀ, ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਕਹਿੰਦਾ ਹੁਣ ਮੈਂ ਤੁਹਾਨੂੰ ਸਵਾਲ ਪੁੱਛ ਲਾਂ, ਤੁਹਾਨੂੰ ਯਕੀਨ ਹੈ ਨਾ ਮੈਂ ਕੀਤੀ ਹੈ? ਕਹਿੰਦਾ ਆਓ ਤੁਹਾਡੇ ਚੋਂ ਕੋਈ ਮੇਰੇ ਪਿੱਛੇ ਬੈਠੋ ਮੋਟਰਸਾਈਕਲ ਦੇ, ਆਪਾਂ ਇੱਕ ਗੇੜਾ ਹੋਰ ਲਾ ਕੇ ਆਈਏ। ਕਿਸੇ ਨੇ ਨਹੀਂ ਲਾਇਆ। ਕਿਉਂ? ਕਿਉਂਕਿ ਮੰਨਦੇ ਸਾਰੇ ਸੀ, ਵਿਸ਼ਵਾਸ ਕਿਸੇ ਨੂੰ ਸੀ, ਐ ਸੀ ਕਿਤੇ ਡਿੱਗ ਨਾ ਜਾਈਏ। ਸੋ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਜਾਂ ਗੁਰੂ ਹੈ, ਜਿੰਨਾ ਚਿਰ ਤੱਕ ਮੇਰਾ ਆਪਣਾ ਵਿਸ਼ਵਾਸ ਹੈ, ਉਹਨਾਂ ਦੀਆਂ ਟੀਚਿੰਗ ਸੁਣਦੇ ਆ, ਸਤਸੰਗ ਸੁਣਦੇ ਆ, ਸਭ ਕੁਝ ਸੁਣਦੇ ਆ, ਮੰਨਦੇ ਆ ਅਸੀਂ, ਪਰ ਜਿੰਨਾ ਚਿਰ ਤੱਕ ਅਸੀਂ ਪੂਰੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਚਿਰ ਅਸੀਂ ਤਰੱਕੀ ਨਹੀਂ ਕਰ ਸਕਦੇ। ਤੁਸੀਂ ਇਹਦੇ ਬਾਰੇ? ਬਿਲਕੁਲ ਇਹੀ ਸਾਡੇ ਜਿਹੜੇ ਕਰੰਟ ਗਾਈਡ ਉਹ ਵੀ ਕਹਿੰਦੇ ਬਲਾਈਂਡ ਫੋਲਡ ਨਾ, ਮਤਲਬ ਤੁਸੀਂ ਬਲਾਈਂਡ ਫੇਥ ਨਾਲ ਨਾ ਆਓ ਮੇਰੇ ਕੋਲ, ਮਤਲਬ ਤੁਸੀਂ ਹਾਰਟਫੁਲਨੈਸ ਸਿਸਟਮ ਨੂੰ ਚੈਲੰਜ ਕਰ ਲਓ ਕਿ ਜੋ ਇਹ ਕਹਿੰਦੇ ਅਗਰ ਮੈਨੂੰ ਮਹਿਸੂਸ ਹੁੰਦਾ ਟਰਾਈ ਕਰੋ, ਜੇ ਤੁਹਾਨੂੰ ਵਧੀਆ ਲੱਗਦਾ ਕੰਟੀਨਿਊ ਕਰੋ, ਮਤਲਬ ਨਹੀਂ ਤੇ ਕਹਿੰਦੇ 2-3 ਮਹੀਨੇ ਦਾ ਟਾਈਮ ਦਿਓ, ਜਿਵੇਂ ਆਪਾਂ ਪ੍ਰਿਸਕ੍ਰਾਈਬ ਕਰਦੇ ਹਾਂ, ਮਾਰਨਿੰਗ ਮੈਡੀਟੇਸ਼ਨ, ਈਵਨਿੰਗ ਕਲੀਨਿੰਗ, ਬੈਡ ਟਾਈਮ ਪ੍ਰੇਅਰ, ਤੇ ਉਹ ਕਰੋ, ਦੇਖੋ। ਮਤਲਬ ਕਹਿੰਦੇ ਤੁਸੀਂ ਹੀ ਐਕਸਪੈਰੀਮੈਂਟਰ ਹੋ, ਤੁਸੀਂ ਹੀ ਐਕਸਪੈਰੀਮੈਂਟ ਕਰ ਰਹੇ ਹੋ, ਦਿਲ ਤੁਹਾਡੀ ਲੈਬ ਹੈ, ਉਹਦੀ ਆਊਟਕਮ ਜਾਂ ਰਿਜ਼ਲਟ ਵੀ ਤੁਸੀਂ ਆਪਣੇ ਆਪ ਹੀ ਹੋ। ਬਿਲਕੁਲ ਤੁਸੀਂ ਕਰੋ, 3 ਮਹੀਨੇ ਦਿਓ, ਫ੍ਰੀ ਆਫ ਕਾਸਟ ਹੈ ਜੀ। ਇੱਕ ਸਭ ਤੋਂ ਵੱਡਾ ਇਹ ਹੈ ਕਿ ਹਾਰਟਫੁਲਨੈਸ ਦੀ ਜਿਹੜੀ ਵੀ ਸੇਵਾਵਾਂ ਵਾ ਬਿਲਕੁਲ ਫ੍ਰੀ ਆ ਪੂਰੇ ਵਰਲਡ ਦੇ ਵਿੱਚ, ਜਿੱਥੇ 160 ਤੋਂ ਜ਼ਿਆਦਾ ਦੇਸ਼ਾਂ 'ਚ ਕੰਟੀਨਿਊ ਕਰ ਰਹੇ ਆ, ਬਿਲਕੁਲ ਫ੍ਰੀ ਦੇ ਰਹੇ ਨੇ ਸਰਵਿਸ। ਹਾਂਜੀ। ਸੋ ਅਮਨ ਜੀ ਆਪਾਂ ਥੋੜੀ ਜਿਹੀ ਬ੍ਰੇਕ ਲੈ ਲਈਏ। ਮੈਂ ਕਿਹਾ ਤੁਸੀਂ ਵੀ ਥੱਕ ਗਏ ਹੋਗੇ ਤੇ ਮੈਂ ਵੀ ਥੱਕ ਗਿਆ ਕੰਟੀਨਿਊਸਲੀ ਬੋਲਦੇ। ਸੋ ਬਲਜੀਤ ਜੀ ਸਾਨੂੰ ਗਾਣਾ ਸੁਣਾ ਦਿਓ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਨੇ ਸਟੂਡੀਓ ਦੇ ਵਿੱਚ ਅਮਨਦੀਪ ਹੋਰੀ ਆਏ ਨੇ ਸੋਤਾਂ, ਤੇ ਜਿਹੜੇ ਕਿ ਮਨੁੱਖ ਦੀ ਜਿਹੜੀ ਹੈ ਬੇਸਿਕ ਹੀ ਹੈ, ਵਟ ਇਜ਼ ਦਾ ਇੰਪੋਰਟੈਂਸ ਆਫ ਹਿਊਮਨ ਬਾਡੀ, ਕਿ ਹਰ ਬੰਦਾ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ। ਉਹਨਾਂ ਦੇ ਜੋ ਵੀ ਉਹ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਪੁਆਇੰਟ ਆਫ ਵਿਊ, ਵੈਸੇ ਤਾਂ ਦੁਨੀਆ ਦੀ ਕੋਈ ਵੀ ਆਰਗੇਨਾਈਜੇਸ਼ਨ ਹੈ, ਸਾਰਿਆਂ ਦੀਆਂ ਬੇਸਿਕਲੀ ਗੱਲਾਂ ਤਾਂ ਸੇਮ ਹੁੰਦੀਆਂ ਨੇ। ਸੋ ਉਹਨਾਂ ਦੇ ਸ਼ਬਦ ਡਿਫਰੈਂਟ ਹੁੰਦੇ ਨੇ, ਉਹਨਾਂ ਦੇ ਗੱਲਬਾਤ ਕਰਨ ਦਾ ਢੰਗ ਫਰਕ ਹੁੰਦਾ। ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਜਾਂ ਡੀਪ ਦੇ ਵਿੱਚ ਨਹੀਂ ਜਾਂਦੇ। ਬੇਸਿਕਲੀ ਗੱਲ ਤਾਂ ਇਹ ਹੈ ਵੀ ਖੁਸ਼ੀ ਸਾਡੇ ਅੰਦਰ ਹੈ, ਤੇ ਅੰਦਰੋਂ ਲੱਭਣ ਦੇ ਲਈ ਸਾਨੂੰ ਕੋਈ ਭੇਤੀ ਦੀ ਲੋੜ ਹੈ, ਕੋਈ ਗਾਈਡ ਦੀ ਲੋੜ ਹੈ, ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ ਤੇ ਸਾਨੂੰ ਗਾਈਡ ਕਰੇ, ਤੇ ਅਸੀਂ ਉਹਨੂੰ ਜਦੋਂ ਅਸੀਂ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ, ਉਹਨਾਂ ਦੀਆਂ ਟੀਚਿੰਗ ਤੇ ਚੱਲਦੇ ਹਾਂ, ਤੇ ਫਿਰ ਸਾਨੂੰ ਵੀ ਉਸ ਚੀਜ਼ ਦਾ ਗਿਆਨ ਹੋ ਜਾਂਦਾ ਹੈ। ਇਹ ਠੀਕ ਹੈ ਕਿ ਦੁਨੀਆ ਦੇ ਵਿੱਚ ਬੜਾ ਹੀ ਜਿਹੜਾ ਹੈਗਾ ਨਾ ਇਨਜਸਟਿਸ ਹੈ, ਲੋਕ ਦੁਖੀ ਨੇ, ਤਰ੍ਹਾਂ ਕਰਦੇ ਨੇ। ਇਹ ਕਹਿੰਦੇ ਪਰਮਾਰਥ ਕੇ ਕਾਜ में संत लियो अवतार, संत लिया अवतार जगत को राह दिखावे, भक्ति करें उपदेश ਜੀਵ ਕੋ ਰਾਹ ਦਿਖਾਵੇਂ, ਸਮਥਿੰਗ ਲਾਈਕ ਦਿਸ। ਇਸ ਤਰ੍ਹਾਂ ਦੀ ਗੱਲ ਹੈ ਵੀ ਜਿਹੜੇ ਜਿੰਨੇ ਵੀ ਸੰਤ ਮਹਾਤਮਾ ਇਸ ਦੁਨੀਆ 'ਚ ਆਉਂਦੇ ਨੇ, ਦੇਖਣ ਨੂੰ ਸਾਡੇ ਵਰਗੇ ਲੱਗਦੇ ਨੇ, ਪਰ ਕਿਉਂਕਿ ਉਹ ਅੰਦਰ ਗਏ ਹੁੰਦੇ ਨੇ, ਅੰਦਰ ਮਿਹਨਤ ਕਰਦੇ ਨੇ, ਉਹਨਾਂ ਦਾ ਅੰਦਰਲਾ ਪਰਦਾ ਖੁੱਲ੍ਹ ਗਿਆ ਹੁੰਦਾ, ਤੇ ਉਹਨਾਂ ਦਾ ਮੇਨ ਪਰਪਸ ਹੀ ਇਹ ਹੁੰਦਾ ਕਿ ਉਹ ਸਾਡੇ ਜਦੋਂ ਅਸੀਂ ਰੋਂਦੇ ਹਾਂ, ਪਿੱਟਦੇ ਹਾਂ, ਚੀਕੋ ਪੁਕਾਰ ਕਰਦੇ ਹਾਂ, ਤੇ ਪਰਮਾਤਮਾ ਕੋਈ ਨਾ ਕੋਈ ਸਾਡੇ ਮਨੁੱਖੀ ਚੋਲੇ ਦੇ ਵਿੱਚ ਬੰਦੇ ਨੂੰ ਭੇਜਦਾ ਇਸ ਦੁਨੀਆ ਦੇ ਵਿੱਚ, ਜਿਹੜਾ ਕੋਈ ਦੇਖਣ ਨੂੰ ਸਾਡੇ ਵਰਗਾ ਲੱਗਦਾ ਹੁੰਦਾ, ਪਰ ਉਹਦੀ ਅੰਦਰੋਂ ਲੈ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਤੇ ਉਹਨਾਂ ਨੂੰ ਫਾਲੋ ਕਰਦੇ ਹਾਂ, ਉਹਨਾਂ ਦੀ ਟੀਚਿੰਗ ਤੇ ਅਮਲ ਕਰਦੇ ਹਾਂ, ਫਿਰ ਅਸੀਂ ਵੀ ਖੁਸ਼ੀ ਨੂੰ ਅੰਦਰੋਂ ਹੀ ਲੱਭ ਲੈਂਦੇ ਹਾਂ। ਕਈ ਵਾਰੀ ਇਹ ਦੇਖਿਆ ਨਾ, ਸਾਡੇ ਮਤਲਬ ਦੁਨੀਆ ਦੇ ਬਾਰੇ ਨਾ ਵੀ ਉਹ ਮਾੜਾ, ਉਹ ਮਾੜਾ, ਉਹ ਮਾੜਾ, ਉਹ ਮਾੜਾ, ਸਾਨੂੰ ਮਾੜੇ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮਾਨਣਾ ਕਿ ਦੁਨੀਆ ਬਹੁਤ ਬੁਰੀ ਹੈ और हर तरफ धोखा है। आओ हम तो अच्छे बने, हमें किसी ने रोका है। ਆਪਣੇ ਆਪ ਨੂੰ ਤੁਸੀਂ ਠੀਕ ਕਰੋ, ਆਪਾਂ ਦੂਜਿਆਂ ਦੇ ਨੁਕਸ ਨਹੀਂ, ਕਿਉਂਕਿ ਆਪਣੇ ਪੈਰਾਂ ਦੇ ਵਿੱਚ ਜਦੋਂ ਤੁਸੀਂ ਬੂਟ ਪਾ ਲਓਗੇ ਨਾ, ਫਿਰ ਕੰਡੇ ਤੁਹਾਡੇ ਤੇ ਅਸਰ ਨਹੀਂ ਕਰਦੇ। ਸੋ ਆਪਾਂ ਦੂਜੇ ਨੂੰ ਦੇਖਣ ਦੇ ਨਾਲ, ਜੇ ਦੇਖਣਾ ਹੀ ਹੈ ਤਾਂ ਆਪਣੀਆਂ ਜਿਹੜੇ ਔਰਗਨ ਨੇ,
ਡੀਮੈਰਿਟਸ ਨੇ, ਬੁਰਾਈਆਂ ਨੇ। ਰਾਤ ਨੂੰ ਸੌਣ ਤੋਂ ਪਹਿਲਾਂ, ਸਵੇਰੇ ਉੱਠਣ ਤੋਂ ਪਹਿਲਾਂ ਪਰਮਾਤਮਾ ਕੋਲੋਂ, ਪਰਮ ਪਿਤਾ ਪਰਮੇਸ਼ਰ ਦੇ ਚਰਨਾਂ 'ਚ ਅਰਜ਼ੋਈ ਕਰੋ ਕਿ ਮੇਰੇ 'ਚ ਬੜੇ ਔਗਣ ਨੇ, ਆਹ ਕੀਤਾ ਮੈਂ। ਰਾਤ ਨੂੰ ਮਾਫੀ ਮੰਗ ਲਓ, ਜਿਹਨੂੰ ਕੋਈ ਉੱਚਾ ਬੋਲਿਓ, ਨੀਵਾਂ ਬੋਲਿਓ, ਧੋਖਾ ਬੋਲਿਓ, ਹੇਰਾ ਫੇਰੀ ਬੋਲਿਓ। ਗੱਲਾਂ ਅਸੀਂ ਬੜੀਆਂ ਉੱਚੀਆਂ ਕਰਦੇ ਹਾਂ। $10 ਦਾ ਨੋਟ ਸਿੱਟ ਦਿਓ, ਪੈਰ ਥੱਲੇ ਦੱਬ ਕੇ ਬਹਿ ਜਾਂਦੇ ਆ ਵੀ ਚਲੋ ਲੈ ਲਓ। ਉੱਥੋਂ ਸਾਡਾ ਪਤਾ ਲੱਗ ਜਾਂਦਾ ਕੀ ਕੁਛ ਹੈ। ਜੇ ਸਾਡਾ ਅੰਦਰਲਾ ਮਨ ਸਾਫ਼ ਹੋਵੇ ਤਾਂ ਕਦੇ ਵੀ ਨਹੀਂ। ਮੈਂ 2 ਵੀਕ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀਗੀ, ਹੁਣ ਮੈਨੂੰ ਨਾਂ ਨਹੀਂ ਯਾਦ, ਐਂਡਰਿਊ ਸ਼ਾਇਦ ਨਾਂ ਸੀ ਉਹਨਾਂ ਦਾ। ਅਮਰੀਕਾ ਦਾ ਸਭ ਤੋਂ ਵੱਡਾ 1900 ਈਸਵੀ ਦੇ ਵਿੱਚ ਸਟੀਲ ਦਾ ਬਹੁਤ ਵੱਡਾ, ਦੁਨੀਆ ਦਾ ਸਭ ਤੋਂ ਵੱਡਾ ਅਮੀਰ ਆਦਮੀ ਸੀ। ਉਹਨੇ ਇੱਕ ਬੰਦੇ ਨੂੰ ਆਪਣਾ ਅਕਾਊਂਟੈਂਟ ਰੱਖਿਆ, ਸਾਰਾ ਜਿਹੜਾ ਅਕਾਊਂਟ ਸੀ ਉਹਦੇ ਕੋਲ ਹੁੰਦਾ ਸੀ, ਉਹਦੀ ਕੋਈ ਐਜੂਕੇਸ਼ਨ ਨਹੀਂ ਸੀ, ਨਾ ਉਹ CPA ਸੀ, ਨਾ CA ਸੀ, ਕੁਝ ਵੀ ਨਹੀਂ ਸੀਗਾ। ਉਹਨੂੰ ਕੁਐਸਚਨ ਕੀਤਾ ਪ੍ਰੈਸ ਦੇ ਵਿੱਚ ਵੀ ਜਿਹੜਾ ਬੰਦਾ ਤੂੰ ਰੱਖਿਆ ਤੇ ਇੰਨਾ ਟਰਸਟ ਕਰਦਾ ਹੈ ਤੇ ਇਹਦੀ ਕੋਈ ਕੁਆਲੀਫਿਕੇਸ਼ਨ ਕਿਉਂ ਕੋਈ ਨਹੀਂ, ਤੂੰ ਇੰਨੇ ਬਿਲੀਅਨਸ ਐਂਡ ਬਿਲੀਅਨ $325 ਬਿਲੀਅਨ ਉਹਨੂੰ ਡੋਨੇਟ ਕੀਤੇ ਸੀ ਉਸ ਟਾਈਮ। ਹਾਂਜੀ, ਸੋ ਉਹਦੀ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ। ਮੈਂ ਨਾ ਮੇਰੇ ਨਿਕਲ ਗਿਆ ਕਿ ਮੇਰਾ ਲਾਈਵ ਪ੍ਰੋਗਰਾਮ ਹੁੰਦਾ। ਸੋ ਇਸ ਕਰਕੇ ਉਹਨੂੰ ਪੁੱਛਿਆ ਵੀ ਇਹਨੂੰ ਕਿਉਂ ਰੱਖਿਆ। ਉਹ ਕਹਿੰਦਾ ਵੀ ਮੈਂ ਆਪਣਾ ਅਕਾਊਂਟੈਂਟ ਕੋਈ ਰੱਖਣਾ ਚਾਹੁੰਦਾ ਸੀਗਾ। ਮੈਂ ਕੀ ਕਰਦਾ ਸੀ ਨਾ, ਥੋੜ੍ਹਾ ਜਿਹਾ ਪ੍ਰੈਕਟੀਕਲ ਕੀਤਾ। ਇਸ ਤਰੀਕੇ ਕਹਿੰਦੇ ਗੁਰੂ ਨੂੰ ਵੀ ਪਰਖੋ। ਸੋ ਉਹਨੇ ਕੀ ਕੀਤਾ ਵੀ ਕਹਿੰਦਾ ਮੈਂ ਰੋਜ਼ ਬਾਜ਼ਾਰ 'ਚ ਜਦੋਂ ਘਰੋਂ ਨਿਕਲਣਾ ਨਾ, ਕਹਿੰਦਾ ਮੈਂ ਜੋ ਬਾਜ਼ਾਰ 'ਚ ਆਣਾ ਤੇ ਮੈਂ ਦੇਖਣਾ ਪਿੱਛੋਂ ਲੋਕ ਆ ਰਹੇ ਨੇ, ਮੈਂ ਦਰਖਤ ਦੇ ਅੱਗੇ ਖੜ੍ਹ ਕੇ, ਕਹਿੰਦਾ ਇੱਕ ਦਿਨ ਮੈਂ $10 ਸਿੱਟਦੇ ਸੜਕ ਤੇ। ਕਹਿੰਦਾ ਮੈਂ ਦੇਖਿਆ ਇੱਕ ਬੰਦਾ ਆਇਆ, ਉਹਨੇ ਪੈਰ ਥੱਲੇ ਰੱਖੇ, ਚੁੱਪ ਕਰਕੇ $10 ਪਾਏ ਚਲਿਆ ਗਿਆ। ਮੈਂ ਦੂਜੇ $10 ਸਿੱਟਦੇ, ਤੀਜੇ $10 ਸਿੱਟਦੇ। ਕਹਿੰਦਾ ਇੱਕ ਜਵਾਨ ਜਿਹੜਾ ਇਹ ਬੰਦਾ ਆਇਆ ਸੀ, ਕਹਿੰਦਾ ਨੌਜਵਾਨ, ਕਹਿੰਦਾ ਇਹ ਆਇਆ, ਇਹਨੇ ਦੇਖਿਆ $10 ਡਿੱਗੇ ਪਏ ਨੇ, ਡਾਲਰ ਕਿਉਂਕਿ ਅਮਰੀਕਾ ਦੀ ਗੱਲ ਸੀਗੀ। ਸੋ ਕਹਿੰਦਾ ਉਹਨੇ ਚੱਕੇ, ਕਹਿੰਦਾ ਮੈਂ ਕਿਹਾ ਵੀ ਚੱਕੋ, ਕਹਿੰਦਾ ਉਹਨੇ ਹੱਥ 'ਚ ਫੜੀ ਰੱਖੇ। ਕਹਿੰਦਾ ਮੈਂ ਉਹਦੇ ਪਿੱਛੇ ਚਲਿਆ ਗਿਆ। ਕਹਿੰਦਾ ਅੱਗੇ ਪੁਲਿਸ ਵਾਲਾ ਖੜਾ ਸੀਗਾ, ਉਹਨੇ ਪੁਲਿਸ ਵਾਲੇ ਨੂੰ ਕਿਹਾ, ਕਹਿੰਦਾ ਜੀ ਉਹ ਫਲਾਣੀ ਥਾਂ ਦੇ $10 ਸੀਗੇ, ਕਿਸੇ ਗਰੀਬ ਦੇ ਉਹਨੇ, ਮੈਨੂੰ ਤਾਂ ਪਤਾ ਨਹੀਂ, ਜੇ ਤੁਹਾਨੂੰ ਕੋਈ ਪੁੱਛੇ ਉਹਨੂੰ ਵਾਪਸ ਕਰ ਦਿਓ। ਕਹਿੰਦਾ ਮੇਰੇ ਦਿਮਾਗ 'ਚ ਆ ਵੀ $10 ਨੇ ਤਾਂ ਕਰਕੇ ਇਮਾਨਦਾਰੀ ਆ। ਕਹਿੰਦਾ ਫਿਰ ਉਹ ਹਫ਼ਤੇ ਬਾਅਦ ਆਇਆ, ਮੈਂ $100 ਸਿੱਟਤਾ। ਸੋ ਉਹਨੇ ਫਿਰ 100 ਚੱਕਿਆ, 100 ਚੱਕ ਕੇ ਕਹਿੰਦਾ ਮੈਂ ਉਹਦੇ ਮਗਰ ਲੱਗ ਗਿਆ। ਕਹਿੰਦਾ ਪੁਲਿਸ ਵਾਲੇ ਨੂੰ ਕਹਿੰਦਾ ਜਾ ਕੇ, ਕਹਿੰਦਾ ਅੱਜ ਜੀ ਮੈਨੂੰ ਫਿਰ $100 ਉੱਥੋਂ ਡਿੱਗਿਆ ਮਿਲਿਆ, ਲੱਗਦਾ ਮੈਨੂੰ ਕਿਸੇ ਦੀ ਜੇਬ ਪਟੀ ਵੀ ਹੈ ਤੇ ਉੱਥੋਂ ਪੈਸੇ ਡਿੱਗ ਪੈਂਦੇ ਨੇ। ਸੋ ਮੇਰੇ ਤਾਂ ਹੈ ਨਹੀਂ ਕਿ ਜੇ ਤੁਸੀਂ ਪਲੀਜ਼ ਉਹਨਾਂ ਨੂੰ ਕਿਤੇ ਇਨਫੋਰਮ ਕਰ ਦਿਓ, ਜਿਹਦੇ ਹੁਣ ਕੋਲ ਦੇ ਦਿਓ। ਕਹਿੰਦਾ ਮੈਂ ਬੜਾ ਖੁਸ਼ ਹੋਇਆ ਤੇ ਮੈਂ ਉਹਨੂੰ ਕਿਹਾ ਵੀ ਤੂੰ ਨੌਕਰੀ ਤੂੰ ਲੱਭਦਾ ਕਿ ਕਰਦਾ। ਕਹਿੰਦਾ ਜੀ ਮੈਂ ਤਾਂ ਨੌਕਰੀ ਦੀ ਤਲਾਸ਼ ਤਾਂ ਹੀ ਜਾਂਦਾ। ਕਹਿੰਦਾ ਤੈਨੂੰ ਮੈਂ ਨੌਕਰੀ ਦੇ ਦਿੰਦਾ, ਤੂੰ ਮੈਨੂੰ ਜਾਣਦਾ? ਕਹਿੰਦਾ ਨਹੀਂ। ਉਹਨੇ ਆਪਣਾ ਨਾਮ ਦੱਸੋ, ਹੈਰਾਨ ਹੋ ਗਿਆ ਵੀ ਐਡਾ ਵੱਡਾ ਦੁਨੀਆ ਦਾ ਅਮੀਰ, ਕਹਿੰਦਾ ਤੂੰ ਮੇਰੇ ਕੋਲ ਆ ਜਾ। ਉਹਨੇ ਨੌਕਰੀ ਦਿੱਤੀ। ਸੋ ਮਤਲਬ ਜਦੋਂ ਅਸੀਂ ਠੋਕ ਵਜਾ ਕੇ ਪ੍ਰੈਕਟੀਕਲ ਕਰਦੇ ਹਾਂ, ਸਿਰਫ ਗੁਰੂ ਦੀਆਂ ਟੀਚਿੰਗ ਨੂੰ ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਸ਼ੇਪ ਨਹੀਂ ਦਿੰਦੇ, ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਗੱਲ ਸੱਚਾਈ ਹੈ ਕਿ ਨਹੀਂ। ਕਿਉਂਕਿ ਟੀਚਿੰਗ ਤਾਂ ਅੱਜ ਕੱਲ੍ਹ ਦੁਨੀਆ ਦੇ ਹਰ ਕੋਨੇ ਦੇ ਵਿੱਚ, ਜਿੱਥੇ ਮਰਜ਼ੀ ਚਲੋ, ਇੱਕ ਸ਼ਹਿਰ ਦੇ ਵਿੱਚ 50-50 ਸਤਸੰਗ ਹੁੰਦੇ ਨੇ, ਹਰੇਕ ਹੀ ਬੰਦਾ ਕਹਿੰਦਾ ਸਾਨੂੰ ਅੰਦਰ ਲੈ ਜਾਵਾਂਗੇ, ਸਾਨੂੰ ਖੁਸ਼ੀ ਮਿਲ ਜੂਗੀ। ਨਾ ਗੁਰੂ ਜੀ ਨੂੰ ਖੁਸ਼ੀ ਮਿਲੀ ਹੁੰਦੀ ਹੈ, ਨਾ ਲੋਕਾਂ ਨੂੰ ਮਿਲੀ ਹੁੰਦੀ ਹੈ। ਸੋ ਇਸ ਕਰਕੇ ਮੇਰੇ ਖਿਆਲ ਤੁਸੀਂ ਮੇਰੇ ਨਾਲ ਜੇ ਜ਼ਿਆਦਾ ਨਹੀਂ ਤਾਂ ਥੋੜ੍ਹੀ ਸਹਿਮਤ ਹੋਵੋਗੇ ਕਿ ਜਿੰਨਾ ਚਿਰ ਤੱਕ ਅਸੀਂ ਸਾਡਾ ਫਰਜ਼ ਬਣਦਾ ਜੋ ਟੀਚਿੰਗ ਨੂੰ, ਉਹ 'ਤੇ ਅਮਲ ਕਰੀਏ। ਜੇ ਅਮਲ ਕਰਨ ਤੋਂ ਬਾਅਦ ਸਾਨੂੰ ਨਹੀਂ ਮਿਲਦੀ, ਇਹਦਾ ਮਤਲਬ ਫੋਕਾ ਡਰਾਮਾ ਹੀ ਹੈ। ਬਿਲਕੁਲ, ਮੈਂ ਸਰ 110% ਤੁਹਾਡੇ ਨਾਲ ਐਗਰੀ ਕਰਦਾ। ਈਵਨ ਜਿਹੜੇ ਸਾਡੇ ਕਰੰਟ ਗਾਈਡ ਨੇ, ਉਹਨਾਂ ਨੂੰ ਪਿਆਰ ਨਾਲ ਅਸੀਂ ਦਾਜੀ ਕਹਿੰਦੇ ਨੇ। ਮੈਂ ਉਹਨਾਂ ਦੀ YouTube 'ਤੇ ਵੀਡੀਓ ਆਈ ਸੀ, ਉਹ ਦੇਖ ਰਿਹਾ ਸੀ। ਉਹ ਕਹਿੰਦੇ ਕਿ ਗੁਰੂ ਨੂੰ ਪਰਖੇ ਤੋਂ ਬਿਨਾਂ ਅਪਣਾਓ ਨਾ। ਮਤਲਬ ਉਹਨਾਂ ਦਾ ਇਹ ਕਹਿਣਾ ਕਿ ਅਗਰ ਤੁਹਾਨੂੰ ਅਗਰ ਚੰਗਾ ਗੁਰੂ ਨਹੀਂ ਮਿਲਿਆ ਨਾ, ਤੁਸੀਂ ਬਿਨਾਂ ਗੁਰੂ ਤੋਂ ਰਹਿ ਲਓ, ਕਿਉਂਕਿ ਤੁਸੀਂ ਗਲਤ ਬੰਦੇ ਨੂੰ ਗੁਰੂ ਬਣਾ ਕੇ ਜੁੜ ਗਏ, ਤੁਹਾਡਾ ਡਾਊਨਫਾਲ ਹੀ ਹੋਣਾ, ਤੁਸੀਂ ਉੱਪਰ ਨਹੀਂ ਆਉਣਾ। ਤੇ ਕਹਿੰਦੇ ਜਦੋਂ ਤੁਸੀਂ ਗੁਰੂ ਨੂੰ ਪਰਖਣਾ ਤੇ ਪਰਖਾਂਗੇ ਕਿਵੇਂ? ਕਹਿੰਦੇ ਕਈ ਹੁੰਦੇ ਕਿ ਮੇਰਾ ਕਾਰੋਬਾਰ ਹੋਰ ਵੱਧ ਜਾਵੇ, ਮੇਰੇ ਕੋਈ ਰਿਸ਼ਤੇਦਾਰ ਦੀ, ਫੈਮਿਲੀ ਮੈਂਬਰ ਦੀ ਬਿਮਾਰੀ ਠੀਕ ਹੋ ਜਾਵੇ। ਕਹਿੰਦੇ ਇਹ ਪੋਸੀਬਿਲਿਟੀਜ਼ ਹੈਗੀਆਂ, ਬਟ ਇਹ ਮੈਜਰਮੈਂਟ ਨਹੀਂ ਹੈਗੀ ਜਾਂ ਸਕੇਲ ਨਹੀਂ ਹੈਗਾ ਗੁਰੂ ਨੂੰ ਮੈਜਰ ਕਰਨ ਦਾ। ਸੰਪੂਰਨ ਗੁਰੂ ਨੂੰ ਜਾਂ ਸਮਰੱਥ ਗੁਰੂ ਨੂੰ ਤੁਸੀਂ ਤਦੇ ਮੈਜਰ ਕਰ ਸਕਦੇ ਹੋ ਕਿ ਇਹਨਾਂ ਦੇ ਕੋਲ ਜਾ ਕੇ ਇਹਨਾਂ ਨੂੰ ਫੋਲੋ ਕਰਕੇ ਮੈਨੂੰ ਉਹ ਮਹਿਸੂਸ ਹੋ ਰਿਹਾ ਪਰਮਾਤਮਾ ਜਿਹਦੀ ਮੈਂ ਖੋਜ ਵਿੱਚ ਨਿਕਲਿਆ। ਜੇ ਉਹ ਹੋ ਰਿਹਾ ਫਿਰ ਤੇ ਤੁਸੀਂ ਸਹੀ ਗੁਰੂ ਦੇ ਕੋਲ ਗਏ ਹੋ, ਨਹੀਂ ਤੇ ਤੁਹਾਨੂੰ ਚੇਂਜ ਕਰਕੇ ਹੋਰ ਟਰਾਈ ਕਰਨਾ ਚਾਹੀਦਾ। ਮਤਲਬ ਇਹ ਗੱਲ ਤਾਂ ਤੁਸੀਂ ਮੇਰੇ ਨਾਲ ਗੱਲ ਸਹਿਮਤ ਹੋ। ਜਿਹੜਾ ਗੁਰੂ ਹੈ, ਸਾਨੂੰ ਬਲਾਈਂਡ ਫੇਥ ਨਹੀਂ ਕਰਨਾ ਚਾਹੀਦਾ। ਅੱਜ ਦੁਨੀਆ ਦੇ ਵਿੱਚ ਕਿਉਂ ਇੰਨੇ ਗੁਰੂ, ਇੱਟ ਚੱਕੇ ਤੋਂ ਗੁਰੂ ਨਿਕਲੀ ਜਾਂਦੇ ਨੇ ਜਿੱਥੇ ਮਰਜ਼ੀ। ਤੁਸੀਂ ਵੀ ਆਪਣੇ ਪੰਜਾਬ ਚੋਂ, ਆਪਾਂ ਦੋਨੇ ਹੀ, ਪੰਜਾਬ ਦੇ ਵਿੱਚ ਦੇਖ ਲਓ ਵੀ ਕਿੰਨੇ ਨੇ। ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਪਰ ਮੈਂ ਇਹ ਗੱਲ ਕਹਿੰਦਾ ਵੀ ਇੰਨੇ ਗੁਰੂ ਕਿਉਂ ਪੈਦਾ ਹੋ ਗਏ। ਮੈਨੂੰ ਗੱਲ ਯਾਦ ਹੈ ਕਿ ਜੋਗ ਦੇ ਤੌਰ ਤੇ, ਲਤੀਫੇ ਦੇ ਤੌਰ ਤੇ, ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਉਦੋਂ ਸੁਣਾਉਂਦੇ ਹੁੰਦੇ ਸੀ ਸਾਡੇ ਦੋਸਤ ਵੀ ਕੋਈ ਬੰਦੇ ਨੇ ਮਾਸਟਰਸ ਕੀਤੀ, ਉਹਨੇ PhD ਵੀ ਕਰ ਲਈ, ਨੌਕਰੀ ਮਿਲੇ ਨਾ ਉਹਨੂੰ ਕਿਸੇ ਪਾਸੇ, ਬਹੁਤ ਦੁਖੀ ਰਹਿਣ ਲੱਗਿਆ। ਘਰ ਦੇ ਵੀ ਕਹਿੰਦੇ ਵੀ ਤੇਰੇ ਤੇ ਸਾਰਾ ਪੈਸਾ ਖਰਚ ਕਰਦਾ ਸੀ, ਤੂੰ ਨੌਕਰੀ ਲੈ। ਉਹ ਨੌਕਰੀ ਹੁਣ ਮਿਲਦੀ ਨਹੀਂ, ਸਿਫਾਰਿਸ਼ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ ਸੀ। ਉਹਨੇ ਫਿਰ ਇੱਕ ਦਿਨ ਆਪਣੇ ਦਿਲ 'ਚ ਵਿਚਾਰ ਬਣਾ ਲਿਆ ਤੇ ਘਰਦਿਆਂ ਨੇ ਕਿਹਾ ਕਿਤੇ ਗੁੰਮ-ਗੰਮ ਹੋ ਗਿਆ ਬੰਦਾ, ਕਿਤੇ ਛੱਡ ਗਿਆ, ਗੁੱਸੇ ਚਲਿਆ ਗਿਆ। ਤੇ ਉਹ ਥੋੜਾ ਜੋ ਟਾਈਮ ਬੀਤ ਗਿਆ ਤੇ ਉਸ ਸ਼ਹਿਰ ਦੇ ਵਿੱਚ ਇਹ ਹੋਇਆ ਵੀ ਕੋਈ ਫਲਾਣੇ ਪਿੰਡ ਦੇ ਵਿੱਚ ਬਹੁਤ ਉੱਚ ਕੋਟੀ ਦੇ ਮਹਾਤਮਾ ਨੇ, ਸੰਤ ਨੇ, ਤੇ ਉਹ ਜੋ ਵੀ ਕੁਝ ਦੱਸਦੇ ਨੇ ਉਹ ਬੜੀ ਸ਼ਾਂਤੀ ਦਿੰਦੇ ਨੇ, ਤੁਹਾਡੀਆਂ ਡਿਮਾਂਡਸ ਪੂਰੀਆਂ ਕਰ ਦਿੰਦੇ ਨੇ, ਸਭ ਕੁਝ ਕਰ ਦਿੰਦੇ ਨੇ। ਤੇ ਉਹ ਚਲੇ ਲੋਕ ਜਾਂਦੇ ਸੀਗੇ ਤੇ ਉਹਦੇ ਮਤਲਬ ਉਸ ਸ਼ਹਿਰ ਦੇ ਵਿੱਚ ਜਦੋਂ ਫਾਦਰ ਨੂੰ ਪਤਾ ਲੱਗਿਆ, ਉਹ ਕਹਿੰਦੇ ਚਲੋ ਆਪਾਂ ਵੀ ਮਿਲ ਕੇ ਆਈਏ।
ਪਤਾ ਤਾਂ ਕਰੀਏ ਵੀ ਸਾਡਾ ਮੁੰਡਾ ਕਿੱਥੇ ਗਿਆ, ਵੀ ਇੰਨੇ ਸਾਲ ਹੋ ਗਏ, ਇੰਨਾ ਪੜ੍ਹਿਆ ਸੀ, ਕਿੱਥੇ ਸੀ। ਜਦੋਂ ਉੱਥੇ ਗਏ, ਲੋਕ ਉੱਥੇ ਬੈਠੇ ਸੀ, ਉਹ ਸੰਤ ਮਹਾਤਮਾ ਜਿਹੜੇ ਸੀਗੇ ਸਤਸੰਗ ਕਰ ਰਹੇ ਸੀਗੇ, ਤੇ ਜਦੋਂ ਸਾਰੇ ਚਲੇ ਗਏ ਤੇ ਉਹਦੇ ਦੂਸਰੇ ਦੋਸਤਾਂ ਨੇ ਵੀ ਕਿਹਾ ਵੀ ਚੱਲ ਚੱਲੀਏ। ਉਹ ਕਹਿੰਦਾ ਨਹੀਂ ਤੁਸੀਂ ਚੱਲੋ, ਮੈਂ ਬਾਅਦ ਚ ਆਉਣਾ। ਤੇ ਉਹ ਬਾਅਦ ਜਦੋਂ ਇਕੱਲਾ ਹੀ ਰਹਿ ਗਿਆ, ਉਹਨੇ ਮੁੰਡੇ ਦੀ ਬਾਹ ਫੜੀ, ਕਹਿੰਦਾ ਓਏ ਆਹ ਕੀ ਡਰਾਮਾ ਕੀਤਾ ਹੈ, ਤੂੰ ਸੰਤ ਬਣਿਆ ਫਿਰਦਾ, ਅਸੀਂ ਤੈਨੂੰ ਲੱਭਦੇ ਫਿਰਦੇ ਆ। ਉਹ ਕਹਿੰਦਾ ਡੈਡ ਗੱਲ ਇਹ ਸੀ ਵੀ ਨੌਕਰੀ ਮਿਲਦੀ ਨਹੀਂ ਸੀ। ਮੈਂ ਕਿਹਾ ਲੋਕ ਅੰਧ ਵਿਸ਼ਵਾਸ ਕਰਦੇ ਨੇ, ਦੇਖੋ ਨਾਲੇ ਮੇਰਾ ਵਧੀਆ, ਮੈਂ ਕੋਠੀ ਪਾ ਲਈ, ਸਾਰਾ ਕੁਝ ਕਰਦਾ, ਨਾਲੇ ਲੋਕ ਮੇਰੇ ਪੈਰੀ ਹੱਥ ਲਾਉਂਦੇ ਨੇ। ਸੋ ਉਹ ਜਿਹੜਾ ਸੀ ਕਹਿੰਦਾ ਮੈਂ ਵਿੱਚੋਂ ਕੁਝ ਨਹੀਂ, ਉਹਨੇ ਸਾਫ਼ ਦੱਸਿਆ, ਕਹਿੰਦਾ ਕੁਝ ਨਹੀਂ, ਕਿਉਂਕਿ ਲੋਕ ਬੇਵਕੂਫ ਨੇ, ਮਗਰ ਲੱਗਦੇ ਨੇ। ਜਿਸ ਤਰ੍ਹਾਂ ਮਖਿਆਲ ਦੇ ਉੱਤੇ ਮੱਖੀਆਂ ਆਪਣੇ ਆਪ ਹੀ ਆ ਜਾਂਦੀਆਂ, ਕਿ ਚਿੱਟੇ ਕੱਪੜੇ ਪਾ ਲਓ, ਪੀਲੇ ਪਾ ਲਓ, ਮੱਥੇ ਤੇ ਟਿੱਕਾ ਰੱਖ ਲਓ, ਲੰਬੀਆਂ ਜਟਾਂ ਰੱਖ ਲਓ, ਲੋਕ ਇਹ ਸੋਚਦੇ ਨੇ ਵੀ ਇਹ ਸੰਤ ਹੈ, ਜਦੋਂ ਕਿ ਉਹਨੇ ਆਪਣੇ ਅੰਦਰੋਂ ਕੁਝ ਨਹੀਂ ਤਰੱਕੀ ਕੀਤੀ। ਬਿਲਕੁਲ, ਅੱਜ ਕੱਲ ਕਹਿੰਦੇ ਨਾ ਯੋਗ ਉਦਯੋਗ ਬਣ ਗਿਆ। ਹਾਂਜੀ, ਤੇ ਉਹੀ ਹੈ ਕਿ ਸਰ ਬਿਲਕੁਲ ਪੂਰਾ ਪਰਖਣਾ ਚਾਹੀਦਾ ਜਿਹੜੇ ਤੁਸੀਂ ਗੁਰੂ ਨੂੰ ਫੋਲੋ ਕਰਨ ਲੱਗੇ ਹੋ, ਮਤਲਬ ਪ੍ਰੋਪਰਲੀ ਕੀ ਹੈ। ਦੂਸਰਾ ਇਹ ਵੀ ਰਹਿੰਦਾ ਕਿ ਜਿਹੜੀਆਂ ਅਗਰ ਕੋਈ ਜਿੱਦਾਂ ਦਾਜੀ ਕਹਿੰਦੇ ਨੇ ਕਿ ਅਗਰ ਗੁਰੂ ਤੁਹਾਡੇ ਤੋਂ ਕੁਝ ਭਾਲਦਾ ਪਿਆ ਨਾ, ਉੱਥੋਂ ਭੱਜ ਜਾਓ। ਮਤਲਬ ਜਿਹੜੇ ਗੁਰੂ ਹੁੰਦੇ ਨਾ, ਉਹ ਕਹਿੰਦੇ ਮਨੁੱਖਤਾ ਦੀ ਸੇਵਾ ਕਰਨ ਲਈ ਆਉਂਦੇ, ਉਹਦੇ ਬਦਲੇ ਉਹ ਕੁਝ ਨਹੀਂ ਮੰਗਦੇ। ਅਗਰ ਤੁਹਾਨੂੰ ਫ੍ਰੀ 'ਚ ਕੋਈ ਸਰਵਿਸ ਮਿਲ ਰਹੀ ਆ, ਜੇ ਤੁਹਾਨੂੰ ਇਫੈਕਟਿਵ ਲੱਗ ਰਹੀ ਆ, ਤੁਹਾਨੂੰ ਕੁਝ ਸ਼ਾਂਤੀ ਮਹਿਸੂਸ ਹੋ ਰਹੀ ਹੈ ਜਾਂ ਕੁਝ ਮਹਿਸੂਸ ਹੋ ਰਿਹਾ ਜਿਹੜਾ ਮੇਰਾ ਹਾਇਰ ਸੈਲਫ ਮੇਰੇ ਅੰਦਰ ਆ, ਉਹ ਇੱਕ ਤੁਸੀਂ ਸਹੀ ਗੁਰੂ ਦੇ ਕੋਲ ਗਏ ਹੋ, ਉਹਨੂੰ ਫੋਲੋ ਕਰ ਲੈਣਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲਾਗੇ ਪਾਏ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਨੇ ਸੇ। ਗੁਰੂ ਨਾਨਕ ਸਾਹਿਬ ਨੇ ਇੱਕ ਪ੍ਰਿੰਸੀਪਲ ਦਿੱਤਾ ਸੀ ਸੰਤ ਸਤਿਗੁਰੂ ਦੇ ਬਾਰੇ, ਵੀ ਉਹ 10 ਨੋਹਾਂ ਦੀ ਹੱਕ ਹਲਾਲ ਦੀ ਪਹਿਲਾਂ ਕਮਾਈ ਕਰਦਾ, ਆਪ ਦੂਜਿਆਂ ਦੇ ਉੱਤੇ ਨਹੀਂ, ਚੰਦੇ ਦੇ ਉੱਤੇ, ਦਾਨ ਦੇ ਉੱਤੇ ਰਹਿੰਦਾ। ਫਿਰ ਉਹ ਕੀ ਕਰਦਾ ਕਿ ਆਪਣੀ ਜਿਹੜੀ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਵੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਵੀ ਲੋਕਾਂ ਨੂੰ ਤਿਲ ਫੁੱਲ ਉਹਦੀ ਸੇਵਾ ਲਾਉਂਦਾ। ਗੁਰੂ ਨਾਨਕ ਦੇਵ ਦੀ ਜੇ ਅਸੀਂ ਐਗਜ਼ਾਮਪਲ ਕਰੀਏ, ਅੱਜ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ ਉਹ ਖੋਲ੍ਹ ਤੇ ਬਾਰਡਰ, ਬਹੁਤ ਅੱਛੀ ਗੱਲ ਕੀਤੀ ਹੈ। ਤੇ ਉੱਥੇ ਦੇਖ ਲਓ ਕਰਤਾਰਪੁਰ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਖੇਤੀਬਾੜੀ ਕੀਤੀ ਸੀ। ਇਹ ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ 600 ਸਾਲ ਪਹਿਲਾਂ ਦੀ ਗੱਲ ਹੈ। ਤੁਸੀਂ ਅਜਿਹੀਆਂ ਹੋਰ ਵੀ ਐਗਜ਼ਾਮਪਲਾਂ ਜਿਹੜੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਗੁਰੂ ਹੈਗੇ ਆ ਜਿਹੜੇ ਕਿ ਆਪਣੇ 10 ਨੋਹਾਂ ਦੀ ਕਮਾਈ ਨਾਲ ਆਪਣੀ ਮਿਹਨਤ ਕਰਦੇ ਨੇ, ਆਪਣੀ ਜ਼ਮੀਨ ਦੀ ਜੌਬ ਦੀ ਕਰਦੇ ਨੇ, ਤੇ ਲੇਕਿਨ ਉਹ ਕਮਾਈ ਦੇ ਵਿੱਚੋਂ ਆਪਣੀ ਜੇਬ 'ਚ ਨਹੀਂ ਪਾਉਂਦੇ, ਸਗੋਂ ਉਸ ਕਮਾਈ 'ਚੋਂ ਤਿਲ ਫੁੱਲ ਕੱਢ ਕੇ ਉਹ ਸੰਗਤ ਦੀ ਸੇਵਾ ਵੀ ਕਰਦੇ ਨੇ। ਹਾਂਜੀ, ਸੋ ਪਰ ਬਾਹਲੇ ਬੰਦੇ ਕਹਿੰਦੇ ਨੇ, ਪਰ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਵੀ ਅਣਗਿਣਤ ਜਿਹੜੇ ਨੇ ਉਹ ਕਹੀ ਜਾਂਦੇ ਨੇ ਨਹੀਂ ਲੈਣਾ, ਪਰ ਲੈਂਦੇ ਕਿਉਂ ਨਹੀਂ? ਇੰਡਾਇਰੈਕਟ ਵੇ ਦੇ ਨਾਲ ਉਹਨਾਂ ਨੂੰ ਪੁੱਛੋ ਵੀ ਪਹਿਲਾਂ ਕੀ ਸੀ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਮੁੰਡੇ ਕੁੜੀਆਂ ਕਿੱਥੇ ਅਮੀਰ ਬੰਦੇ, ਕਿੱਡੀਆਂ ਕੋਠੀਆਂ ਬੰਦੇ, ਕਿੰਨੇ ਕੋਈ, ਜੇ ਕੋਈ ਬੋਲੋ ਲੱਗਦੇ ਹੱਥ ਜੋੜੇ। ਆਪਣੇ ਮੂਵੀਆਂ ਵੀ ਆਈਆਂ ਸੀਗੀਆਂ, ਬੜੇ ਸੰਤ ਮਹਾਤਮਾ ਸੀਗੇ, ਪਿੱਛੇ ਬੰਦੇ ਰੱਖੇ ਹੁੰਦੇ ਸੀ, ਤੁਸੀਂ ਕੁਐਸਚਨ ਕਰਕੇ ਦੇਖ ਲਓ ਸਤਸੰਗ 'ਚ, ਰਾਤ ਨੂੰ ਤੁਹਾਨੂੰ ਰਸਤੇ 'ਚ ਘੇਰ ਲਾਂਗੇ ਉਹ। ਹਾਂਜੀ, ਬਿਲਕੁਲ ਸਰ, ਐਦਾਂ ਕਾਫੀ ਚੱਲਦਾ ਹੈ ਤੇ ਮਤਲਬ ਬਹੁਤ ਹੀ ਗਲਤ ਹੈ, ਬਟ ਉਹਦੇ 'ਚ ਕੀ ਕਰ ਸਕਦੇ। ਔਰ ਜੇ ਸਾਡੇ ਲੋਕਾਂ ਦੀ ਵੀ ਗਲਤੀ ਆ, ਅਸੀਂ ਆਪਣੀ ਲਾਲਚ ਨਾਲ, ਆਪਾਂ ਡਰ ਨਾਲ ਉਹਨਾਂ ਕੋਲ ਭੱਜਦੇ ਕਿ ਆਪਣਾ ਬਿਜ਼ਨਸ ਵਧੀਆ ਹੋ ਜਾਵੇ, ਇਹ ਹੋ ਜਾਵੇ, ਜਾਂ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੁੰਦਾ ਉਹਨੂੰ ਡਰ ਹੁੰਦਾ, ਤਾਂ ਕਰਕੇ ਫਿਰ ਐਦਾਂ ਦੇ ਲੋਕਾਂ ਕੋਲ ਭੱਜਦੇ ਤੇ ਕੰਮ ਹੋਰ ਜ਼ਿਆਦਾ ਖਰਾਬ ਹੁੰਦੇ। ਬਿਲਕੁਲ, ਇਸੇ ਕਰਕੇ ਕਹਿੰਦੇ ਅੱਛੀ ਕਰਨੀ ਕਰੋ ਕਬੀਰਾ, ਕਬੀਰ ਸਾਹਿਬ ਦੀ ਬਾਣੀ ਹੈ। ਹਾਂਜੀ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝ ਕੋ ਦੇਖਣ ਵਾਲਾ। ਅਸੀਂ ਇੱਥੇ ਹੀ ਪੜਦਾ ਪਾਇਆ ਵਾ ਸੀਗਾ, ਸਾਨੂੰ ਕੋਈ ਦੇਖਦਾ ਨਹੀਂ। ਜੇ ਬੱਚਾ 2 ਸਾਲ ਦਾ, ਹੁਣ 2 ਸਾਲ ਦਾ ਬੱਚਾ ਜਾਂ 4 ਸਾਲ ਦਾ ਬੱਚਾ ਕਮਰੇ 'ਚ ਹੋਵੇ, ਅਸੀਂ ਕੋਈ ਮੈਲੀ ਅੱਖ ਨਾਲ ਦੂਜੇ ਨੂੰ ਨਹੀਂ ਦੇਖਦੇ। 2 ਪੈਸੇ ਦੀ ਅਸੀਂ ਪੈਨਸਲ ਨਹੀਂ ਚੱਕਦੇ ਵੀ ਸਾਨੂੰ ਕੋਈ ਦੇਖ ਰਿਹਾ। ਦੂਸਰੇ ਪਾਸੇ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਹਾਂ ਵੀ ਉਹ ਜਾਨੀ ਜਾਨ ਹੈ, ਘਟ ਦੇ ਵਿੱਚ ਬੈਠਾ ਹੈ। ਉਹਦੀ ਜਾਨੀ ਜਾਨ ਦੇ ਹੋਣ ਦੇ ਬਾਵਜੂਦ ਵੀ ਅਸੀਂ ਕੀ ਠੱਗੀਆਂ ਨਹੀਂ ਕਰਦੇ, ਕੀ ਠੋਈਆਂ ਨਹੀਂ ਕਰਦੇ, ਕੀ ਕਰੈਕਟਰ ਦੀਆਂ ਆਪਣੀਆਂ ਪੁੱਟੀਆਂ ਗੱਲਾਂ ਨਹੀਂ ਕਰਦੇ, ਕਿਉਂਕਿ ਸਾਨੂੰ ਡਰ ਨਹੀਂ। ਇਸੇ ਕਰਕੇ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ ਨਾ ਵੀ ਹੁਣ ਇਹ ਜਦੋਂ ਸਾਡਾ ਵਿਸ਼ਵਾਸ ਹੋ ਜਾਊਗਾ ਵੀ ਸਾਡੇ ਹਰ ਐਕਸ਼ਨ ਨੂੰ ਉਹ ਦੇਖ ਰਿਹਾ ਤੇ ਫਿਰ ਅਸੀਂ ਬੁਰਾ ਕੰਮ ਨਹੀਂ ਕਰਦੇ। ਤੇ ਉਹ ਲੋਕਾਂ ਲਈ ਵੀ ਹੈ, ਕਿਉਂਕਿ ਲੋਕ ਵੀ ਫਾਇਦਾ ਲੈਣ ਜਾਂਦੇ, ਮੇਰਾ ਬਿਜ਼ਨਸ ਚੱਲ ਜਾਊਗਾ, ਚਲੋ ਫਲਾਣੇ ਡੇਰੇ ਜਾ ਆਉਂਦੇ ਆ, ਫਲਾਣੇ ਸਤਸੰਗ ਤੇ ਜਾ ਆਉਂਦੇ ਆ, ਫਲਾਣੇ ਗੁਰਦੁਆਰੇ ਮੰਦਿਰ ਜਾ ਆਉਂਦੇ, ਉੱਥੇ ਆਪਣੇ ਗਾਹਕ ਲੱਭ ਜਾਣਗੇ। ਉੱਥੇ ਰਿਸ਼ਤੇਦਾਰ ਜ਼ਿਆਦਾ ਤਾਂ ਧਾਰਮਿਕ ਸਥਾਨਾਂ ਤੇ ਲੇਡੀਜ਼ ਨੇ ਨਾਟ ਫਰੋਮ ਸੀਰੀਅਸ ਪੁਆਇੰਟ ਲਾਈਟ ਨੋਟ ਦੇ ਵਿੱਚ ਉਹ ਦੇਖਣ ਜਾਂਦੇ ਵੀ ਡਿਜ਼ਾਈਨ ਕਿਹੜੇ ਨੇ ਸੂਟਾਂ ਦੇ। ਹਾਂਜੀ, ਉੱਥੇ ਜਾਂਦੇ ਨੇ, ਉਹਨਾਂ ਦੀ ਟੀਚਿੰਗ ਦਾ ਕੋਈ ਮਤਲਬ ਹੀ ਨਹੀਂ ਹੈ ਵੀ ਉਹਨਾਂ ਨੂੰ ਆਰਾਮ ਨਾਲ। ਕਈ ਲੋਕ ਇਹੋ ਜਿਹੇ ਹੁੰਦੇ ਨੇ, ਜਾਂਦੇ ਨੇ ਉੱਥੇ ਵਧੀਆ ਨੀਂਦ ਆਉਂਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਪੂਰੇ ਦਾ ਅੱਧਾ ਘੰਟਾ ਪੌਣਾ ਘੰਟਾ ਜਾਂਦੇ ਨੇ, ਤੇ ਉਹ ਸਤਸੰਗ ਨਾਲ ਉਹਨਾਂ ਦਾ ਕੋਈ ਲੋਕਾਂ ਦਾ ਵੀ ਹੈ, ਆਪਣਾ ਬੈਨੀਫਿਟ ਲੈਂਦੇ ਨੇ। ਇਸ ਤਰੀ ਗੁਰੂ ਵੀ ਉਸ ਚੀਜ਼ਾਂ ਤੋਂ ਬੈਨੀਫਿਟ ਲੈਂਦੇ। ਮੈਂ ਸਾਰਿਆਂ ਦਾ ਨਹੀਂ ਕਹਿੰਦਾ, ਕੋਟਨ ਨੇ ਕੋਟ 1 2 4 5 ਹੋ ਸਕਦੇ ਨੇ, ਪਰ ਇੰਨੇ ਨਹੀਂ ਹੋ ਸਕਦੇ ਗੁਰੂ ਵੀ ਇੱਟ ਚੱਕੇ ਤੋਂ ਗੁਰੂ ਹੀ ਗੁਰੂ ਨਿਕਲ। ਤੇ ਪਰ ਜਿਹੜੇ ਕੁਛ ਹੁੰਦੇ ਨੇ ਉਹ ਫਾਇਦਾ ਕਰ ਦਿੰਦੇ। ਜਦੋਂ ਅਸੀਂ ਉਹਨਾਂ ਨੂੰ ਠੀਕ ਗੁਰੂ ਦੀ ਪਹਿਚਾਣ ਕਰਕੇ ਉਹਦੇ ਨਾਲ ਲੱਗ ਜਾਂਦੇ ਆ ਤੇ ਤੁਹਾਡਾ ਵੀ ਜ਼ਿੰਦਗੀ ਬਦਲ ਜਾਂਦੀ ਹੈ। ਬਿਲਕੁਲ। ਤੇ ਤੁਸੀਂ ਇਹਦੇ ਬਾਰੇ ਕੁਝ ਹੋਰ ਕਹਿਣਾ ਚਾਹੁੰਦੇ? ਇਹੀ ਸਰ ਕਹਿਣਾ ਚਾਹਾਂਗਾ ਕਿ ਜਿੱਦਾਂ ਮਤਲਬ ਪਹਿਲਾਂ ਤੇ ਸਾਡਾ ਫੰਡਾ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਗੁਰੂ ਲੱਭ ਕਿਉਂ ਰਹੇ ਹਾਂ।
ਮਤਲਬ ਆਪਾਂ ਆਪਣੇ ਬੈਨੀਫਿਟ ਲਈ ਲੱਭ ਰਹੇ, ਬੈਨੀਫਿਟ ਇਨ ਦਾ ਸੈਂਸ ਕਿ ਸਾਡੀ ਮਟੀਰੀਅਲਿਸਟਿਕ ਲਾਈਫ ਵਧੀਆ ਹੋ ਜੂਗੀ ਜਾਂ ਸਾਡੇ ਦੁੱਖ ਦਰਦ ਦੂਰ ਹੋ ਜਾਣਗੇ, ਜਾਂ ਅਸੀਂ ਪਰਮਾਤਮਾ ਨੂੰ ਪਾਉਣ ਲਈ ਲੱਭ ਰਹੇ ਹਾਂ। ਪਹਿਲੀ ਗੱਲ ਤੇ ਫਿਰ ਪਹਿਲਾਂ ਤਾਂ ਆਪਣਾ ਗੋਲ ਕਲੀਅਰ ਹੋਣਾ ਚਾਹੀਦਾ ਕਿ ਹਾਂ ਮੈਨੂੰ ਮਨੁੱਖੀ ਜੀਵਨ ਮਿਲਿਆ, ਇਸ ਕਰਕੇ ਮਿਲਿਆ, ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਔਰ ਮੈਂ ਆਪ ਤਪ ਕਰਕੇ ਨਹੀਂ ਕਰ ਸਕਦਾ, ਮੈਨੂੰ ਬਾਹਰੋਂ ਹੈਲਪ ਦੀ ਲੋੜ ਆ ਕਿ ਜਿਹੜੀ ਸੰਪੂਰਨ ਗੁਰੂ ਮੇਰੀ ਕਰ ਸਕਦੇ ਨੇ। ਤੁਹਾਡਾ ਗੋਲ ਕਲੀਅਰ ਰਹਿਣਾ ਚਾਹੀਦਾ। ਫਿਰ ਰਸਤੇ 'ਚ ਔਖਾਂ ਵੀ ਆਉਂਦੀਆਂ, ਮਤਲਬ ਟੈਂਪਟੇਸ਼ਨ ਰਹਿੰਦੀਆਂ ਨੇ, ਤੁਹਾਡੀਆਂ ਕਮੀਆਂ ਰਹਿੰਦੀਆਂ ਨੇ, ਤੁਸੀਂ ਡਿੱਗਦੇ ਵੀ ਹੋ, ਬਟ ਤੁਹਾਨੂੰ ਕੰਟੀਨਿਊਸ ਰੱਖਣਾ ਪੈਂਦਾ। ਹਾਂ ਬਿਲਕੁਲ, ਇਹ ਤਾਂ ਤੁਹਾਡੀ ਗੱਲ ਬਿਲਕੁਲ 100% ਹੈ। ਚਾਹੇ ਉਹ ਦੁਨਿਆਵੀ ਚੀਜ਼ਾਂ ਨੇ, ਵਰਲਡਲੀ ਚੀਜ਼ਾਂ ਨੇ, ਚਾਹੇ ਉਹ ਸਪਿਰਿਚੁਅਲ ਚੀਜ਼ਾਂ ਨੇ, ਸਾਨੂੰ ਗਾਈਡ ਦੀ ਤਾਂ ਜ਼ਰੂਰਤ ਪੈਂਦੀ ਹੈ। ਈਵਨ ਜਦੋਂ ਅਸੀਂ ਜੰਮਦੇ ਹਾਂ, ਜਦੋਂ ਬੱਚਾ ਵੀ ਹੁੰਦਾ, ਉਹਦੀ ਜਿਹੜੀ ਮਾਂ ਹੁੰਦੀ ਹੈ, ਦੁੱਧ ਕਿਵੇਂ ਪੀਣਾ, ਰੁੜਨਾ ਕਿਵੇਂ, ਥੱਲੇ ਪੌੜੀ ਕਿਵੇਂ ਚੜ੍ਹਨਾ, ਉਹ ਮਾਂ ਸਿਖਾਉਂਦੀ ਹੈ। ਜਦੋਂ ਉਹ ਸਕੂਲ, ਉਹਦੀ ਟੀਚਰ ਹੈ। ਜਿਸ ਤਰ੍ਹਾਂ ਸਕੂਲ ਜਾਂਦੇ ABC ਸਾਨੂੰ ਫੜ ਕੇ ਟੀਚਰ ਸਿਖਾਉਂਦਾ, ਉਹ ਸਾਡਾ ਟੀਚਰ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਵੱਡੀਆਂ ਯੂਨੀਵਰਸਿਟੀਜ਼, ਕਾਲਜ ਜਾਂਦੇ ਹਾਂ, ਜਦੋਂ ਕੋਈ ਡਾਕਟਰ ਬਣਦੇ ਹਾਂ, ਇੰਜੀਨੀਅਰ ਬਣਦੇ ਹਾਂ, ਕੋਈ ਪ੍ਰੋਫੈਸਰ ਬਣਦੇ ਹਾਂ, ਕੋਈ ਲਾਅ ਗ੍ਰੈਜੂਏਟ ਬਣਦੇ ਹਾਂ, ਉੱਥੇ ਜਾ ਕੇ ਅਸੀਂ ਟੀਚਿੰਗ, ਜਿਹੜੇ ਸਾਡੇ ਗੁਰੂ ਹੁੰਦੇ, ਟੀਚਰ ਹੁੰਦੇ ਨੇ, ਪ੍ਰੋਫੈਸਰ ਹੁੰਦੇ ਨੇ, ਉਹ ਕਿਉਂਕਿ ਉਹ ਕਾਬਲ ਹੁੰਦੇ ਨੇ, ਉਹਨਾਂ ਨੂੰ ਉਸ ਚੀਜ਼ ਦੀ ਬਾਹਰਲੀ ਤਾਲੀਮ ਜਿਹੜੀ ਹੁੰਦੀ ਹੈ ਉਹਨਾਂ ਨੇ ਹਾਸਲ ਕੀਤੀ ਹੁੰਦੀ ਹੈ, ਉਹ ਸਾਨੂੰ ਗਾਈਡ ਕਰਦੇ ਨੇ। ਫਿਰ ਜਦੋਂ ਅਸੀਂ ਉਹਨਾਂ ਦਾ ਪ੍ਰੈਕਟੀਕਲ ਕਰਦੇ ਹਾਂ, ਈਵਨ ਜੇ ਡਾਕਟਰ ਵੀ ਬਣ ਜਾਂਦੇ ਨੇ, ਜਿਹੜੇ ਡਾਕਟਰ ਪ੍ਰੋਫੈਸਰ ਨੇ ਤੁਹਾਨੂੰ ਗਾਈਡ ਕਰਦੇ ਨੇ, ਫਿਰ ਤੁਸੀਂ ਮਰੀਜ਼ਾਂ ਦਾ ਪ੍ਰੈਕਟੀਕਲ ਜਾ ਕੇ ਹਸਪੀਟਲ ਜਾਂਦੇ ਹੋ, ਜਦੋਂ ਤੁਸੀਂ ਲੈਬੋਰਟਰੀ ਜਾਂਦੇ ਹੋ, ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲਦੇ ਹੋ, ਫਿਰ ਤੁਸੀਂ ਵੀ ਆਲਮ ਫਾਜ਼ਲ ਬਣ ਜਾਂਦੇ ਹੋ। ਇਹ ਦੁਨਿਆਵੀ ਗਿਆਨ ਹੈ। ਤੇ ਇਸੇ ਤਰ੍ਹਾਂ ਜਿਹੜਾ ਸਪਿਰਿਚੁਅਲ ਗਿਆਨ ਹੈ, ਸਪਿਰਿਚੁਅਲ ਗਿਆਨ ਵੀ ਇਹ ਮੈਨੂੰ ਹੁਣ ਗੱਲ ਯਾਦ ਆ ਗਈ, ਜਦੋਂ ਅਸੀਂ ਸਕੂਲ 'ਚ 60 ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਸਾਨੂੰ ਉਦੋਂ ਆ ਜਿਹੜਾ ਪਾਣੀ ਪਿਆ ਨਾ, ਇਹ ਕੋਈ ਸਾਨੂੰ ਵੀ ਨਹੀਂ ਯਕੀਨ ਹੁੰਦਾ ਸੀ ਵੀ ਉਹ ਸਾਨੂੰ ਟੀਚਰ, ਸਾਇੰਸ ਟੀਚਰ ਕਹਿੰਦੇ ਪਾਣੀ ਨਹੀਂ ਹੈ, ਇਹ 2 ਗੈਸਾਂ ਨੇ, ਹਾਈਡਰੋਜਨ ਤੇ ਆਕਸੀਜਨ। ਅਸੀਂ ਉਹ ਟੀਚਰ ਤੋਂ ਡੰਡੇ ਤੋਂ ਬਚਣ ਲਈ ਵੀ ਐਵੇਂ ਮੋਰ ਬਣਾ ਦੂਗਾ, ਅਸੀਂ ਕਹੀ ਜਾਂਦੇ ਹਾਂ, ਪਰ ਯਕੀਨ ਨਹੀਂ ਹੁੰਦਾ ਸੀ। ਜਦੋਂ ਉਹ ਸਾਨੂੰ ਲੈਬੋਰਟਰੀ 'ਚ ਲੈ ਕੇ ਜਾਂਦੇ ਸੀਗੇ, ਪਾਣੀ ਨੂੰ ਥੱਲੇ ਗਰਮ ਕਰਦੇ, ਥੱਲੇ ਉਹ ਕੱਚ ਦੀਆਂ 2 ਨਾਲੀਆਂ ਜਿਹਨੂੰ ਸਾਈਫਨ ਕਹਿੰਦੇ ਨੇ, ਉਹਦੇ ਵਿੱਚ ਗਰਮ ਹੁੰਦਾ ਸੀ, ਆਕਸੀਜਨ ਇੱਕ ਪਾਸੇ ਚਲੀ ਜਾਂਦੀ ਸੀ ਤੇ ਉਹ ਹਾਈਡਰੋਜਨ ਦੂਜੇ ਪਾਸੇ ਚਲੀ ਜਾਂਦੀ ਸੀ, ਤੇ ਉਹ ਅਲੱਗ-ਅਲੱਗ ਬਣ ਜਾਂਦੀ, ਪਾਣੀ ਦੀ ਬੋਤਲ ਖਾਲੀ ਹੋ ਜਾਂਦੀ ਸੀ। ਸੋ ਫਿਰ ਜਦੋਂ ਉਹਨੂੰ ਠੰਡੇ ਕਰਦੇ, ਦੋਨੋਂ ਤੁਪਕਾ ਡੇ ਕੇ ਫਿਰ ਪਾਣੀ ਬਣ ਜਾਂਦਾ ਸੀ। ਉਹ ਜਿਹੜਾ ਪ੍ਰੈਕਟੀਕਲ ਅਸੀਂ ਕੀਤਾ ਇਸ ਲੈਬੋਰਟਰੀ 'ਚ, ਉਹ ਜਿੰਨਾ ਮਰਜ਼ੀ ਕੋਈ ਕਹਿੰਦਾ ਰਹੇ, ਕਿਉਂਕਿ ਉਹ ਮੇਰਾ 100% ਜਾਂ ਮੇਰੇ ਵਰਗੇ ਹੋਰ ਲੱਖਾਂ ਵਿਦਿਆਰਥੀਆਂ ਦਾ ਵਿਸ਼ਵਾਸ ਹੈ ਕਿ ਜਿਹੜਾ ਵਾਟਰ ਇਟਸ ਅ ਕੰਬੀਨੇਸ਼ਨ ਆਫ ਹਾਈਡਰੋਜਨ ਐਂਡ ਆਕਸੀਜਨ। ਸੋ ਉਸੇ ਤਰ੍ਹਾਂ ਹੀ ਜਦੋਂ ਤੁਸੀਂ ਜਿਹੜੀ ਸਾਨੂੰ ਇਹ ਪਰਮਾਤਮਾ ਲੱਭਣਾ, ਸਪਿਰਿਚੁਅਲਿਟੀ ਹੈ, ਇਹ ਜਿਹੜੀ ਸਾਡੀ ਲੈਬੋਰਟਰੀ ਹੈ, ਉਹ ਬੋਡੀ ਹੈ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਹਰਿਮੰਦਰ ਇਹ ਸਰੀਰ, ਹਰੀ ਦਾ ਮੰਦਰ ਹੈ, ਪਰਮਾਤਮਾ ਦਾ ਮੰਦਰ, ਇਹ ਸਰੀਰ ਹੈ, ਇਹਦੇ ਵਿੱਚੋਂ ਹੀ ਲੱਭਣਾ, ਜਿਹਦੇ ਵਿੱਚੋਂ ਸਭ ਕੁਝ ਲੱਭਣਾ। ਸੋ ਲੱਭੂ ਤਾਂ ਹੀ ਜਦੋਂ ਤੁਸੀਂ ਵੈਨ ਯੂ ਗੋ ਵਿਦਨ। ਬਿਲਕੁਲ। ਸੋ ਇਸ ਕਰਕੇ ਮੇਰਾ ਤਾਂ ਇਹ ਗੱਲ ਦਾ ਵਿਸ਼ਵਾਸ ਹੈ ਵੀ ਤੁਸੀਂ ਬਾਹਲੀਆਂ ਗੱਲਾਂ ਛੱਡਣ ਨਾਲੋਂ, ਕਿਉਂਕਿ ਡਿਟੈਚ ਆਪਣੀ ਪ੍ਰਾਇੋਰਟੀ ਪਹਿਲਾਂ ਦੇਖੋ ਵੀ ਪ੍ਰਾਇੋਰਟੀ ਸਾਡੀ ਕਿੱਥੇ ਹੈ। ਪ੍ਰਾਇੋਰਟੀ ਇਹ ਹੈ ਕਿ ਜਦੋਂ ਸਾਡੀ ਪ੍ਰਾਇੋਰਟੀ ਇਹ ਹੋਵੇ ਵੀ ਜਿਹੜਾ ਪਰਮਾਤਮਾ ਹੈਗਾ ਉਹ ਸਾਡੇ ਅੰਦਰ ਹੈ, ਔਰ ਜਿਹੜੀ ਖੁਸ਼ੀ ਹੈ ਸਾਡੇ ਅੰਦਰ ਹੈ, ਉਹ ਉਦੋਂ ਹੀ ਮਿਲੂਗੀ ਜਦੋਂ ਅਸੀਂ ਮਿਹਨਤ ਕਰਾਂਗੇ। ਮਿਹਨਤ ਕਦੋਂ ਕਰਾਂਗੇ? ਜੇ ਸਾਡੇ ਕੋਲ ਟਾਈਮ ਹੀ ਨਹੀਂ, ਕੋਈ ਕਿਸੇ ਨੂੰ ਮਰਜ਼ੀ ਪੁੱਛ ਕਰੋ, ਜੇ ਉਹਨੂੰ ਕਹੋ ਵੀ ਤੁਸੀਂ ਮੈਡੀਟੇਸ਼ਨ ਕਰਦੇ ਹੋ, ਜਾਂ ਸਾਡਾ ਤਾਂ ਖੈਰ ਪੁੱਛਣ ਦਾ ਕੋਈ ਰਾਈਟ ਨਹੀਂ, ਹਰੇਕ ਬੰਦਾ ਉਹ ਕਹਿੰਦਾ ਟਾਈਮ ਹੀ ਨਹੀਂ ਮਿਲਦਾ ਹੈ ਨਾ। ਸਵੇਰੇ ਉੱਠੀਦਾ ਯਾਰ, ਕੰਮ ਤੇ ਜਾਈਦਾ, ਫਿਰ ਉੱਥੋਂ ਆਈਦਾ, ਫਿਰ ਨਿਆਣਿਆਂ ਨੂੰ ਸਕੂਲ ਲੈ ਕੇ ਆਉਣਾ, ਉੱਧਰ ਕਰਨਾ, ਤੇ ਤੁਹਾਨੂੰ ਪਤਾ ਹੀ ਹੈ ਕੰਮ ਕਾਜ ਆ, ਮੌਟਗੇਜ ਦੇਣੀ ਹੈ, ਫਲਾਣਾ ਦੇਣਾ, ਧਮਕਾ ਦੇਣਾ। ਕੋਈ ਨਹੀਂ, ਜਦੋਂ ਰਿਟਾਇਰ ਹੋ ਗਏ ਫੇਰ ਕਰ ਲਾਂਗੇ। ਉਹ ਰਿਟਾਇਰ ਵਾਲੇ ਬੰਦਿਆਂ ਨੂੰ ਪੁੱਛ ਲਓ, ਉਹ ਕਹਿੰਦੇ ਹੁਣ ਪੋਤੇ ਪੋਤੀਆਂ ਨੂੰ ਸਕੂਲ ਛੱਡ ਕੇ ਆਉਣੇ, ਟਾਈਮ ਨਹੀਂ ਮਿਲਦਾ। ਇੰਨੇ ਨੂੰ ਹਵਾ ਨਿਕਲ ਜਾਂਦੀ ਹੈ, ਡੱਬੇ 'ਚ ਕਰ ਦਿੰਦੇ ਨੇ ਬੰਦ, ਤੇ ਕਦੋਂ ਟਾਈਮ ਮਿਲੂਗਾ? ਇਹ ਤਾਂ ਟਾਈਮ ਕੱਢਣਾ ਪੈਂਦਾ, ਪ੍ਰਾਇੋਰਟੀ ਦੇਣੀ ਪੈਂਦੀ ਹੈ, ਨੋ ਮੈਟਰ। ਬਟ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ। ਅਟਲਾਂਟਾ ਤੋਂ ਸਾਡੇ ਕੋਈ ਫਰੈਂਡ ਆਏ, ਉਹ ਵੀ IT ਦੇ ਉੱਤੇ ਕਾਫੀ ਵੱਡੇ ਡਿਪਾਰਟਮੈਂਟ ਦੇ ਵਿੱਚ ਸੀ। ਉਹ ਜੋ ਸਾਡੇ ਕੋਲ ਘਰ ਰੁਕੇ, ਤੇ ਉਹ 3 ਵਜੇ ਉਹਨਾਂ ਨੇ ਉੱਠਣਾ ਸੀਗਾ ਮੈਡੀਟੇਸ਼ਨ ਦੇ ਲਈ, ਤੇ ਅਸੀਂ ਵੀ ਉੱਠੇ। ਅਸੀਂ ਤਾਂ ਬਹੁਤ ਐਵੇਂ ਠੀਕ ਠਾਕ ਹੀ ਮੂੰਹ ਜਵਾਨੀ ਦਾ ਹੀ ਕੰਮ ਹੀ ਹੈ, ਗੱਲਾਂ ਬਾਤਾਂ ਦਾ। ਤੇ ਅਸੀਂ ਉਹਨਾਂ ਨੂੰ ਚਾਹ ਰੱਖਤੀ, ਹਸਬੈਂਡ ਵਾਈਫ ਆਏ ਸੀਗੇ, ਤੇ ਅਸੀਂ ਫਿਰ ਜੋ ਘੰਟੇ 2 ਘੰਟੇ ਬਾਅਦ ਫੇਰ ਚਾਹ ਪੀਤੀ। ਜੋ ਦੇਖਿਆ, ਉਹ ਮੇਰੇ ਵਾਈਫ ਕਹਿੰਦੇ ਉਹਨਾਂ ਨੂੰ ਤਾਂ ਚਾਹ ਉਸੇ ਤਰ੍ਹਾਂ ਪਈ ਹੈ, ਪੀਤੀ ਨਹੀਂ। ਜਦੋਂ ਉਹਨਾਂ ਨੂੰ ਸਵੇਰੇ ਪੁੱਛਿਆ ਵੀ ਕੀ ਗੱਲ, ਉਹ ਕਹਿੰਦਾ ਭਾਈ ਸਾਹਿਬ ਗੱਲ ਇਹ ਹੈ, ਇਹ ਮੇਰੇ ਜ਼ਿੰਦਗੀ ਦਾ ਕਸੂਲ ਹੈ। ਰਾਤ ਨੂੰ 2 ਵਜੇ ਤੱਕ ਗੱਲਾਂ ਮਾਰੋ, 1 ਵਜੇ ਤੱਕ ਮਾਰੋ। ਮੈਂ ਘਰੋਂ ਕਮਰੇ 'ਚੋਂ ਉਦੋਂ ਨਿਕਲਣਾ ਜਦੋਂ ਮੈਂ ਆਪਣੀ ਮੈਡੀਟੇਸ਼ਨ ਪੂਰੀ ਕਰਾਂ। ਮੈਂ ਕਿਹਾ ਜੀ ਮਾਈਂਡ ਨਾ ਕਰਿਓ, ਮੇਰੇ ਸਿੱਧੇ ਜਿਹੇ ਸਵਾਲ ਨੇ, ਦੇਸੀ ਜੇ ਪੁੱਛਣਾ ਤੁਹਾਨੂੰ। ਕਹਿੰਦੇ ਹਾਂਜੀ ਪੁੱਛੋ। ਮੈਂ ਕਿਹਾ ਫਿਰ ਤੁਸੀਂ ਤਾਂ ਸਿਰਫ ਜੌਬ ਕਰਦੇ ਹੋ, ਜੌਬ ਦੀ ਤਨਖਾਹ ਕਿੰਨੀ? ਕੋਈ ਬੱਚੇ ਵੀ ਤੁਹਾਡੇ 2-3 ਨੇ, ਐਂ ਤਾਂ ਤੁਸੀਂ ਰੋਜ਼ ਹੀ 2-2 ਵਜੇ ਤੱਕ 3-3 ਵਜੇ ਤੱਕ ਬੈਠੇ ਰਹਿਣਾ, ਫਿਰ ਕੀ ਹੈ? ਕਹਿੰਦਾ ਜੀ ਇਹ ਪਹਿਲਾਂ ਸੋਚਣਾ ਬੈਠਣ ਤੋਂ ਪਹਿਲਾਂ, ਡਜ਼ਨਟ ਮੈਟਰ ਮੈਂ ਕੰਮ ਤੇ ਨਹੀਂ ਜਾਂਦਾ ਉਦੋਂ। ਫਿਰ ਕਹਿੰਦਾ ਫਿਰ ਵਿਸ਼ਵਾਸ ਕਿਵੇਂ ਹੋ? ਕਿ ਦੇਣ ਵਾਲਾ ਤਾਂ ਉਹੀ ਹੈ। ਜਾਂ ਤਾਂ ਰਾਤ ਨੂੰ ਉਦੋਂ ਮਾਫੀ ਮੰਗ ਲਈ ਜੀ ਮੈਂ ਤਾਂ ਪੈਣਾ, ਮੈਂ ਆਪਣੀ ਨੀਂਦ ਪੂਰੀ ਕਰਨੀ ਹੈ। ਜੇ ਨਹੀਂ ਹੋਈ ਤਾਂ ਆਪਣਾ ਮੈਡੀਟੇਸ਼ਨ ਕਰਕੇ ਫਿਰ ਬਾਅਦ ਸੌਵਾਂਗੇ ਅਸੀਂ ਆਰਾਮ ਨਾਲ। ਸੋ ਇਸ ਕਰਕੇ ਜਿਹੜੇ ਬੰਦੇ ਮੈਨ ਆਫ ਪ੍ਰਿੰਸੀਪਲਸ ਹੁੰਦੇ ਨੇ, ਉਹ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕਰਦੇ ਨੇ। ਮੈਨੂੰ ਨਹੀਂ ਪਤਾ, ਸ਼ਾਇਦ ਕਦੇ ਸੁਣ ਵੀ ਲੈਂਦੇ ਨੇ YouTube ਤੇ ਉਹ, ਤੇ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਦੇਖਣ ਵਾਲਾ ਵੀ ਉਹ ਪਤਾ ਲੱਗਦਾ ਵੀ ਜਿਸ ਤਰ੍ਹਾਂ ਸੈਂਟ ਦੀ ਜਿਹੜੀ ਸ਼ੀਸ਼ੀ ਹੁੰਦੀ ਹੈ ਨਾ, ਪਰਫਿਊਮ ਦੀ, ਜਿਹੜਾ ਢੱਕਣ ਲੱਗਿਆ ਵਾ ਉਹਦਾ,
ਬੰਦ ਕਰਕੇ ਰੱਖੋ, ਫਿਰ ਵੀ ਜਿੱਥੇ ਰੱਖੋਗੇ ਤੁਹਾਨੂੰ ਖੁਸ਼ਬੂ ਆਊਗੀ। ਜੇ ਸ਼ੀਸ਼ੀ ਖੋਲ ਦਿਆਂਗੇ ਪਰਫਿਊਮ ਵੀ ਉੱਡ ਜੂਗਾ ਤੇ ਖੁਸ਼ਬੂ ਵੀ ਖਤਮ ਹੋ ਜੂਗੀ। ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਨੇ ਉਹਨਾਂ ਦੇ, ਮੇਰੇ ਖਿਆਲ, ਡੋਂਟ ਟੇਕ ਮੀ ਰੋਂਗ, ਮੈਂ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰ ਰਿਹਾ, ਮੈਡੀਟੇਸ਼ਨ ਕਰਨ ਦੇ ਨਾਲ ਉਹਨਾਂ ਦੇ ਐਕਸ਼ਨ ਬੋਲਦੇ ਨੇ। ਬਿਲਕੁਲ ਸਰ, ਇੱਕ ਮੈਡੀਟੇਸ਼ਨ ਦੇ ਨਾਲ ਆਪਣਾ ਟਾਈਮ ਦਾ ਬਹੁਤ ਵੱਡਾ ਲਿੰਕ ਆ। ਆਪਾਂ ਕਹਿ ਦਿੰਦੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਨਾ ਮੈਡੀਟੇਸ਼ਨ ਕਰਨ ਲਈ। ਸਾਡਾ ਸਾਰਿਆਂ ਦਾ ਇਹ ਮੰਨਣਾ ਕਿ ਜਿਹੜੇ ਮੈਡੀਟੇਸ਼ਨ ਕਰਦੇ ਆ ਨਾ, ਜਦੋਂ ਤੁਸੀਂ ਮੈਡੀਟੇਸ਼ਨ ਰੈਗੂਲਰਲੀ ਕਰਦੇ ਹੋ, ਟਿਊਨ ਹੋ ਜਾਂਦੇ ਹੋ, ਤੁਹਾਨੂੰ ਜ਼ਿਆਦਾ ਟਾਈਮ ਮਿਲਦਾ, ਕਿਉਂਕਿ ਮੈਡੀਟੇਸ਼ਨ ਕਰਕੇ ਤੁਹਾਨੂੰ ਇੰਨਾ ਆਈਡੀਆ ਲੱਗ ਜਾਂਦਾ ਕਿ ਮਤਲਬ ਮੈਡੀਟੇਸ਼ਨ ਵੀ ਇਹ ਕਿ ਆਪਾਂ ਹਮੇਸ਼ਾ ਪਰਮਾਤਮਾ ਬਾਰੇ ਨਹੀਂ ਸੋਚੀ ਜਾਣਾ, ਤੁਹਾਨੂੰ ਉਹ ਵੀ ਵਿਚਾਰ ਆਣੇ ਮੇਰੀ ਦਿਨਚਰਿਆ ਕੀ ਆ। ਉਹਦੇ 'ਚ ਇਹ ਵੀ ਆ ਜਾਂਦਾ ਕਿ ਮੇਰੇ ਅੱਜ 15 ਕੰਮ ਆ ਜਾਂ ਮੈਂ 15 ਜਣਿਆਂ ਨੂੰ ਮਿਲਣਾ, ਤੁਹਾਨੂੰ ਮੈਡੀਟੇਸ਼ਨ 'ਚ ਆ ਜਾਣਾ ਕਿ 15 ਜਣਿਆਂ 'ਚੋਂ 10 ਜਿਹੜੀਆਂ ਅਪਾਇੰਟਮੈਂਟ ਆ ਮੇਰੇ ਕੰਮ ਦੀਆਂ ਨਹੀਂ ਆ, ਇਟ ਵੁੱਡ ਬੀ ਵੇਸਟ ਆਫ ਟਾਈਮ। ਫਿਰ ਤੁਹਾਡੀਆਂ 5 ਹੀ ਰਹਿ ਜਾਣਗੀਆਂ, ਤੁਹਾਡੀ ਐਫੀਸ਼ੀਐਂਸੀ ਵੱਧ ਜਾਂਦੀ। ਦੂਸਰਾ, ਜਿੱਦਾਂ ਹੁਣ IT 'ਚ ਲਗਾ ਲਓ ਜਾਂ ਹੋਰ ਫੀਲਡ 'ਚ ਲਗਾ ਲਓ, ਜਦੋਂ ਮਨ ਥੋੜ੍ਹਾ ਸ਼ਾਂਤ ਰਹਿੰਦਾ ਨਾ, ਤੁਸੀਂ ਪੜ੍ਹ ਵੀ ਸਕਦੇ ਹੋ, ਤੁਸੀਂ ਆਪਣਾ ਸਕਿੱਲ ਸੈਟ ਅਪਗ੍ਰੇਡ ਕਰ ਲਿਆ, ਤੁਹਾਨੂੰ ਫਾਈਨੈਂਸ਼ੀਅਲੀ ਵੀ ਕੋਈ ਪ੍ਰੋਬਲਮ ਨਹੀਂ ਰਹਿੰਦੀ। ਯੂ ਕੀਪ ਔਨ ਅਪਗ੍ਰੇਡਿੰਗ ਯੋਰਸੈਲਫ, ਤੇ ਟਾਈਮ ਦੀ ਤੁਹਾਨੂੰ ਕਮੀ ਨਹੀਂ ਰਹਿੰਦੀ, ਕਿਉਂਕਿ ਤੁਹਾਨੂੰ ਟਾਈਮ ਯੂਟੀਲਾਈਜ਼ ਕਰਨਾ ਆ ਜਾਂਦਾ। ਤੁਸੀਂ ਸਵੇਰੇ ਪੌਣਾ ਘੰਟਾ, ਅੱਧਾ ਘੰਟਾ, 1 ਘੰਟਾ ਧਿਆਨ ਲਗਾਇਆ, ਤੁਹਾਡੀ ਦਿਨਚਰਿਆ ਉਸੇ ਵੇਲੇ ਸਕੈਨ ਹੋ ਗਈ। ਜਿਹੜੀਆਂ ਚੀਜ਼ਾਂ ਤੁਹਾਡੀਆਂ ਲੱਗਦੀਆਂ ਕਿ ਵੇਸਟ ਆਫ ਟਾਈਮ ਸੀ, ਉਹ ਤੁਸੀਂ ਨਹੀਂ ਕਰਦੇ, ਤੁਹਾਨੂੰ ਐਕਸਟਰਾ ਟਾਈਮ ਮਿਲ ਜਾਂਦਾ ਉਲਟਾ। ਬਿਲਕੁਲ ਠੀਕ ਹੈ। ਮੇਰੇ ਖਿਆਲ ਅਮਨ ਜੀ ਸਾਡਾ ਹੁਣ ਟਾਈਮ ਸਮਾਪਤੀ ਦੀ ਵਾਲੀ ਹੈ। 1-2 ਮਿੰਟ ਮੈਂ ਕਹਿਣਾ, ਪਹਿਲੀ ਗੱਲ ਤੁਸੀਂ ਸਟੂਡੀਓ 'ਚ ਆਏ, ਕੁਝ ਕਹਿਣਾ ਹੋਰ ਕਹਿ ਲਓ। ਹਾਂਜੀ ਦੱਸ। ਇੱਕ ਕਹਿਣਾ ਕਿ ਜਿੱਦਾਂ ਹੁਣ ਸਾਡੇ GTH 'ਚ ਵੀ ਨਾ 30 ਤੋਂ ਜ਼ਿਆਦਾ ਅਸੀਂ ਟ੍ਰੇਨਰ ਹੈਗੇ ਨੇ, ਜਿਹੜੇ ਕਿ ਸਾਰੇ ਵਲੰਟੀਅਰ ਆ। ਆਪਾਂ ਆਪਣੀ ਲਿਵਿੰਗ ਵਾਸਤੇ ਜੌਬ ਕਰਦੇ ਨੇ, ਕੋਈ IT ਜਾਂ ਕੋਈ ਮੈਡੀਕਲ ਫੀਲਡ 'ਚ ਆ, ਕੋਈ ਆਰਕੀਟੈਕਟ ਹੈ, ਹਰੇਕ ਅਲੱਗ-ਅਲੱਗ ਫੀਲਡ ਵਿੱਚ ਆ। ਬਟ ਜਿਹੜੀ ਸਰਵਿਸ ਹੈ ਹਾਰਟਫੁਲਨੈਸ ਮੈਡੀਟੇਸ਼ਨ ਦੀ, ਜਿਹੜੀ ਸੇਵਾ ਵਾ, ਜਿਹੜੇ ਟ੍ਰੇਨਰਸ ਨੇ ਸਾਰੇ ਫ੍ਰੀ ਆਫ ਕੋਸਟ ਦਿੰਦੇ ਆ, ਕਿਉਂਕਿ ਲਾਈਫ ਬੈਲੈਂਸ ਆ ਜੀ, ਮਟੀਰੀਅਲਿਸਟਿਕ ਤੇ ਆਪਣੀ ਜਿਹੜੀ ਸਪਿਰਿਚੁਅਲ ਲਾਈਫ ਆ, ਦੋਨੋਂ ਕਹਿੰਦੇ ਬੈਲੈਂਸ ਕਰਕੇ ਦੋਨਾਂ ਨੂੰ ਤਰੱਕੀ ਵੱਲ ਲੈ ਕੇ ਜਾਣਾ, ਨਾ ਕਿ ਇੱਕ ਨੂੰ। ਤੇ ਉਹੀ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਹੀ ਸੇਵਾਵਾਂ ਅਸੀਂ ਫ੍ਰੀ ਆਫ ਕੋਸਟ ਦਿੰਦੇ ਆ। ਤੇ ਕਿਸੇ ਨੂੰ ਵੀ ਸੇਵਾ ਚਾਹੀਦੀ ਹੋਵੇ, ਮੈਂ ਅਗਰ ਇਜਾਜ਼ਤ ਹੈ ਤੇ ਮੈਂ ਆਪਣਾ ਨੰਬਰ ਬੋਲ ਦਿੰਦਾ, 6472133560, 647 213 3560। ਕੋਈ ਵੀ ਹਾਰਟਫੁਲਨੈਸ ਮੈਡੀਟੇਸ਼ਨ ਟਰਾਈ ਕਰਨਾ ਚਾਹੁੰਦਾ, ਮੈਨੂੰ ਕਾਲ ਕਰੇ, ਫ੍ਰੀ ਆਫ ਕੋਸਟ ਤੁਹਾਨੂੰ ਮੈਡੀਟੇਸ਼ਨ ਸੈਸ਼ਨ ਈਦਰ ਇਨ ਪਰਸਨ ਔਰ ਆਨਲਾਈਨ ਤੁਹਾਨੂੰ ਅਰੇਂਜ ਕੀਤੇ ਜਾਣਗੇ। ਹਾਂਜੀ, ਸੋ ਥੈਂਕ ਯੂ ਵੈਰੀ ਮਚ ਅਮਨ ਜੀ। ਤੇ ਸਾਡੇ ਕੋਲ ਟਾਈਮ ਉਹਨਾਂ ਨੇ ਮੈਨੂੰ ਇਸ਼ਾਰਾ ਕਰ ਦਿਆ, ਤੁਸੀਂ ਵੀ ਦੇਖ ਲਿਆ, ਬਿਲਕੁਲ 3 ਮਿੰਟ ਨੇ। ਸੋ ਤੁਹਾਡਾ ਸਟੂਡੀਓ 'ਚ ਆਇਆ, ਤੁਸੀਂ ਥੈਂਕ ਯੂ ਵੈਰੀ ਮਚ। ਕੋਈ ਮੈਂ ਤੁਹਾਨੂੰ ਗਲਤ ਸਵਾਲ ਕਰਕੇ ਉਹਦੇ ਲਈ ਸੌਰੀ ਫॉर दैट, ਕਿਉਂਕਿ ਆਪਾਂ ਇੱਕ ਫਰੈਂਡਲੀ ਮਾਹੌਲ 'ਚ ਗੱਲਬਾਤ ਕੀਤੀ ਹੈ ਨਾ, ਨੋਬਡੀ ਇਜ਼ ਪਰਫੈਕਟ। ਜੋ ਵੀ ਗੱਲ ਕੀਤੀ ਹੈ, ਤੁਹਾਨੂੰ ਪਤਾ ਪੇਪਰ ਪੂਰ ਮੇਰੇ ਕੋਲ ਕੋਈ ਨਹੀਂ ਹੈ, ਜੋ ਵੀ ਗੱਲਾਂ ਤੁਸੀਂ ਕੀਤੀਆਂ ਉਹਦੇ ਵਿੱਚੋਂ ਮੈਂ ਗੱਲ ਕੱਢ ਕੇ ਗੱਲ ਕਰਦੀ। ਸੋ ਪਰਪਸ ਦੋਨਾਂ ਦਾ ਇੱਕੋ ਹੀ ਹੈ ਵੀ ਆਪਾਂ ਨੇ ਖੁਸ਼ੀ ਪ੍ਰਾਪਤ ਕਰਨੀ ਹੈ ਜ਼ਿੰਦਗੀ ਦੇ ਵਿੱਚ। ਸੋ ਮੈਂ ਤਾਂ ਆਪਣੇ ਸਰੋਤਿਆਂ ਨੂੰ ਵੀ ਕਹਿਣਾ ਵੀ ਤੁਸੀਂ ਕੋਸ਼ਿਸ਼ ਕਰੋ ਵਧੀਆ ਕੰਪਨੀ ਰੱਖਣ ਦੀ। ਜਦੋਂ ਤੁਸੀਂ ਵਧੀਆ ਕੰਪਨੀ ਰੱਖੋਗੇ, ਕੰਪਨੀ ਦਾ ਬੜਾ ਵਧੀਆ ਅਸਰ ਪੈਂਦਾ। ਚੰਗੀ ਕੰਪਨੀ ਰੱਖੋ, ਚੰਗੇ ਲੋਕਾਂ ਨਾਲ ਮਿਲੋ, ਬਜਾਏ ਨਿੰਦਿਆ ਚੁਗਲੀ ਸ਼ਰਾਬਾਂ ਕਰਾਬਾਂ 'ਚ ਬੈਠਣ, ਉਹਦੇ ਨਾਲ ਚੰਗੇ ਬੰਦਿਆਂ ਨੂੰ ਰੱਖੋ, ਕੁਛ ਉਹਨਾਂ ਤੋਂ ਸਿੱਖੋ, ਕੁਛ ਆਪਣੀ ਗੱਲ ਕਰੋ। ਉਹਦੇ ਨਾਲ ਦੋਨਾਂ ਪਾਸੇ ਹੀ ਫਾਇਦਾ ਹੁੰਦਾ ਹੈ, ਕਿਉਂਕਿ ਕਿਹਾ ਜਾਂਦਾ ਨਾ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, मगर हमें जीना नहीं आता। सो नशा तो हर शय में है, मगर हमें पीना नहीं आता। ਜਿਹੜੀ ਅਸੀਂ ਉਹ ਬੋਤਲ ਦਾ ਪੀ ਕੇ ਨਸ਼ਾ ਕਰਦੇ ਆ ਨਾ, ਉਹਦਾ ਟੈਂਪਰੇਰੀ ਹੈ, ਪਰ ਇਹੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ, ਉਹ ਸਾਨੂੰ ਡਿਫਰੈਂਟ ਆਨੰਦ ਆਉਂਦਾ। ਫਿਰ ਤੁਸੀਂ ਦੇਖੋਗੇ ਤੁਹਾਡੇ ਚੇਂਜਸ ਆਉਣਗੀਆਂ। ਚੇਂਜਸ ਕਿਸ ਤਰ੍ਹਾਂ? ਤੁਸੀਂ ਹਰ ਵਕਤ ਪੈਸੇ ਦੇ ਮੰਗ ਨਹੀਂ ਭੱਜਦੇ, ਤੁਸੀਂ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਦੇ, ਜੇ ਕਿਤੇ ਗਲਤੀ ਹੁੰਦੀ ਹੈ ਤੁਸੀਂ ਸੌਰੀ ਫੀਲ ਕਰਦੇ ਹੋ, ਡਰਾਮੇਬਾਜ਼ੀ ਨਹੀਂ ਕਰਦੇ। ਮੈਂ ਤਾਂ ਬੜੀ ਸਿੰਪਲ ਜੀ ਗੱਲ, ਜਿਹੜੀ ਜਿੰਨੀ ਕੁ ਮੈਂ ਅੰਡਰਸਟੈਂਡ ਕੀਤੀ ਹੈ ਸਪਿਰਿਚੁਅਲਿਟੀ ਨੂੰ ਅੱਜ 70 ਸਾਲ ਦੀ ਉਮਰ ਤੱਕ ਲਗਾਤਾਰ, ਕਿਉਂਕਿ ਮੈਂ 30 ਸਾਲ ਤੋਂ ਮਾਸਟਰਸ ਇੱਧਰ ਲੱਗਿਆ ਸੀਗਾ ਫਿਲਾਸਫੀ ਦੀ ਕਰਨ, ਤੇ ਦੇਖ ਲਓ ਵੀ ਬੁੱਕਸ ਵੀ ਲਿਖੀਆਂ, ਹੋਰ ਪਬਲਿਸ਼ ਵੀ ਹੋਈਆਂ ਅਮਰੀਕਾ ਕੈਨੇਡਾ ਦੇ ਵਿੱਚ। ਸੋ ਉਹਦੇ ਵਿੱਚ ਇਹੀ ਗੱਲਾਂ ਦੱਸੀਆਂ ਵੀ ਪ੍ਰੈਕਟੀਕਲ ਤੁਹਾਨੂੰ ਇਹ ਹੋਊਗਾ, ਜੇ ਤੁਹਾਡੇ ਕੋਲ ਇਹ ਹੈ ਨਾ, ਉਹ ਤੁਹਾਡਾ ਡੈਫੀਨੇਟਲੀ ਤੁਹਾਡੇ ਐਕਸ਼ਨ ਬੋਲਣਗੇ। ਜੇ ਤੁਸੀਂ ਉੱਪਰੋਂ ਗੱਲਾਂ ਟੀਚਿੰਗ ਦਾ ਜੇ ਸਰੇ ਜਿਹਨੂੰ ਮਰਜ਼ੀ ਚਲੇ ਜਾਓ, ਵਧੀਆ ਵਧੀਆ ਗੱਲਾਂ ਕਰਦੇ ਨੇ, ਪਰ ਜਦੋਂ ਤੁਸੀਂ ਪ੍ਰੈਕਟੀਕਲ ਕਰਦੇ ਹੋ, ਕੋਈ ਬੰਦਾ ਕਿਸੇ ਕੇਸ 'ਚ ਫਸ ਜਾਂਦਾ, ਕੋਈ ਡਰੱਗ ਦੇ ਕੇਸ 'ਚ ਫਸ ਜਾਂਦਾ, ਕੋਈ ਸੈਕਸ ਦੇ ਕੇਸ 'ਚ ਫਸ ਜਾਂਦਾ, ਕੋਈ ਮਾਰਨ ਦੇ ਕੇਸ 'ਚ ਫਸ ਜਾਂਦਾ। ਲੋਕ ਫਿਰ ਵੀ ਇੰਨੇ ਮੂਰਖ ਨੇ, ਉਹ ਕਹਿੰਦੇ ਨਹੀਂ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕੋਰਟਾਂ ਵੀ ਉਹਨੂੰ ਕਨਵਿਕਟ ਵੀ ਕਰ ਦਿੰਦੀਆਂ, ਜੇਲ੍ਹਾਂ 'ਚ ਵੀ ਭੇਜ ਦਿੰਦੇ ਨੇ, ਫਿਰ ਵੀ ਲੋਕ ਜੇਲ੍ਹਾਂ ਦੇ ਬਾਹਰ ਦਰਸ਼ਨ ਕਰਨ ਲਈ ਤਿਆਰ ਰਹਿੰਦੇ ਨੇ। ਤਾਂ ਹੁਣ ਰੱਬ ਹੀ ਬਚਾਵੇ, ਇਹ ਕਲਯੁਗ 'ਚ ਵੀ ਕੀ ਹਾਲ ਹੈ। ਪਰ ਮੈਂ ਇਹ ਕਹਿੰਦਾ ਵੀ ਥੋੜਾ ਜਿਹਾ know thyself, ਜਿਵੇਂ ਸੋਕਰੇਟਿਸ ਨੇ ਕਿਹਾ, ਸੈਲਫ ਐਨਾਲਾਈਜ਼ ਕਰੋ, ਸੈਲਫ ਰੀਅਲਾਈਜ਼ ਕਰੋ। ਸੈਲਫ ਰੀਅਲਾਈਜੇਸ਼ਨ ਇਜ਼ ਐਸੈਂਸ਼ੀਅਲ ਬਿਫੋਰ ਗॉड ਰੀਅਲਾਈਜੇਸ਼ਨ। ਜਦੋਂ ਆਪਾਂ ਦੇਖਦੇ ਹਾਂ ਗॉड ਤਾਂ ਹੀ ਮਿਲੂ ਜਦੋਂ ਸਾਨੂੰ ਆਪਣਾ ਪਤਾ ਲੱਜੂ ਕਿ ਮੈਂ ਕੀ ਹਾਂ। ਸੋ ਇਸ ਕਰਕੇ ਬਸ ਇੰਨਾ ਕੀ ਗੱਲ ਕਹਿਣੀ ਸੀਗੀ। ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਸੌਰੀ ਫॉर दैट। ਮੇਰੇ ਖਿਆਲ 1 ਮਿੰਟ ਨੇ ਬਲਜੀਤ ਜੀ ਨੇ ਮੈਨੂੰ ਕਰਤਾ। ਫਿਰ ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਅੰਕੁਸ਼ ਹੋਣ, ਤੇ ਜਿਹੜੇ ਵੀ ਤੁਸੀਂ ਟੌਪਿਕ ਦੇ ਉੱਤੇ ਅੱਧੇ ਘੰਟੇ ਲਈ ਸਿਰਫ
ਅੱਧੇ ਘੰਟੇ ਲਈ ਪਹਿਲਾਂ 15-20 ਮਿੰਟ ਲਈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਬਿਜ਼ੀ ਹੁੰਦੇ ਨੇ। ਅੱਧੇ ਘੰਟੇ ਲਈ ਤੁਸੀਂ ਆਪਣੇ ਸਵਾਲ ਤਿਆਰ ਕਰੋ, ਸਟੂਡੀਓ 'ਚ ਫੋਨ ਕਰੋ 4166201778, ਉਹ ਤੁਹਾਨੂੰ ਸਵਾਲਾਂ ਦੇ ਜਵਾਬ ਦੇਣਗੇ। ਉਦੋਂ ਬਾਅਦ ਅੱਧਾ ਘੰਟਾ ਅਸੀਂ ਤਿਲ ਫੁੱਲ ਜਿੰਨੀ ਕੁ ਸਾਡੀ ਜਿਹੜੇ ਵੀ ਟੌਪਿਕ ਤੇ ਉਹ ਗੱਲ ਗੋਲਮੋਲ ਕਰ ਲਾਂਗੇ, ਤੁਸੀਂ ਮੈਨੂੰ ਸਵਾਲ ਵੀ ਕਰ ਸਕਦੇ ਹੋ। ਪਰ ਮੈਂ ਕੋਈ ਗਾਰੰਟੀ ਨਹੀਂ ਕਰਦਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਇਹ ਦਿਮਾਗ 'ਚੋਂ ਕੱਢ ਦਿਓ ਵੀ ਜੇ ਚਿੱਟੇ ਕੱਪੜੇ ਪਾਏ ਨੇ, ਪੀਲੇ ਪਾਏ ਨੇ, ਟਿੱਕੇ ਲਾਏ ਨੇ, ਲੰਬੇ ਬਾਲ ਰੱਖੇ ਨੇ, ਛੋਟੇ ਰੱਖੇ ਨੇ, 100 200 400 500 ਤੁਹਾਡੇ ਮਗਰ ਆ ਵੀ ਤੁਸੀਂ ਫੇਰ ਹੀ ਸੰਤ ਹੋ। ਸੰਤ ਉਹੀ ਹੈ ਜਿਹਨੇ ਅੰਦਰੋਂ ਆਪਣੇ ਆਪ ਨੂੰ ਸਾਧ ਲਿਆ ਹੋਵੇ, ਜਿਹਨੇ ਆਪਣੀ ਮਿਹਨਤ ਕਰ ਲਈ ਹੋਵੇ, ਚਾਹੇ ਉਹ ਸੂਟ ਪਾਵੇ, ਜੇ ਟਾਈ ਲਾਵੇ, ਜੇ ਦੁਕਾਨ ਤੇ ਜਾਵੇ, ਜੇ IT ਹੋਵੇ, ਜੇ ਵਕੀਲ ਹੋਵੇ, ਜੇ ਪ੍ਰੋਫੈਸਰ ਹੋਵੇ, ਕੋਈ ਵੀ ਹੋਵੇ, ਅੰਦਰੋਂ ਮਿਹਨਤ ਕਰਕੇ ਜਿਹਨੇ ਤਰੱਕੀ ਕਰ ਲਈ ਹੈ ਤੇ ਉਹੀ ਕਾਮਯਾਬ ਹੋ ਸਕਦਾ ਹੈ। ਮੇਰੇ ਖਿਆਲ ਕੁਝ ਸਕਿੰਟ ਨੇ ਉਹ ਵੀ ਮੈਨੂੰ ਇਸ਼ਾਰਾ ਕਰ ਰਹੇ ਨੇ, ਸੋ ਮੈਂ ਫੇਰ ਇੱਕ ਵਾਰ ਕਹਿਣਾ ਤੇ ਨੈਕਸਟ ਵੀ ਕਰਾਂਗੇ। ਟਾਈਮ ਇਜ਼ ਓਵਰ। ਥੈਂਕ ਯੂ ਵੈਰੀ ਮਚ।